ਅੱਜ ਆਪਾਂ 83 ਅੰਗ ਤੋਂ ਜਿਹੜਾ ਹੈਗਾ ਸ੍ਰੀ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੀ ਵਾਰ ਹੈਗੀ ਆ, ਉਹਦਾ ਤੀਸਰੀ ਜਿਹੜੀ ਪੌੜੀ ਲੈਣ ਲੱਗੇ ਆ ਉਹਨਾਂ ਦੇ ਨਾਲ ਸ਼ਲੋਕਾਂ ਦੇ ਨਾਲ। ਅੰਗ 83 ਸ਼ਲੋਕ ਮਹਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ, सबना जिया इक्का छाऊं। आपो जे को भला कहाए, नानक तां पर पत, नानक तां पर जापै जां पत लेखे पाए। फक्कड़ जाति फक्कड़ नाओ। ਆਪਾਂ देखो ਇਹਦੇ ਵਿੱਚ ਹੀ ਦੁਨੀਆ ਇਹਦੇ ਵਿੱਚ ਫਸੀ ਹੈ, ਜਾਤ ਔਰ ਨਾਮ ਜਿਹੜਾ ਹੈਗਾ ਨਾਮਣਾ। ਮਹਾਰਾਜ ਕਹਿੰਦੇ ਇਹ ਤਾਂ ਫੱਕੜ ਦਾ ਮਤਲਬ ਫਾਕਿਆ, ਇਹ ਤਾਂ ਤੱਤ ਹੈ ਹੀ ਨਹੀਂ ਇਹਦੇ ਵਿੱਚ। ਇਹ ਜਾਤ ਜਿਹੜੀ ਹੈ ਅਤੇ ਨਾਮ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜੀ ਵਡਿਆਈ ਜਿਹੜੀ ਹੈਗੀ ਇਹਦੇ 'ਚ ਤਾਂ ਕਹਿੰਦੇ ਫੱਕ ਹੈ ਹੀ ਨਹੀਂ, ਫੋਕ ਆ ਫੋਕ। ਇਹ ਫੱਕੜ ਫੱਕਿਆ, ਕੋਈ ਤੱਤ ਵਸਤੂ ਹੈ ਨਹੀਂ ਗੀ ਇਹਦੇ ਵਿੱਚ। ਇਹਦੇ 'ਚ ਬੈਠਾ ਰਹੇਗਾ ਬਸ, ਇਹਦੇ 'ਚ ਤੈਨੂੰ ਮਿਲਣਾ ਕੁਛ ਵੀ ਨਹੀਂ ਹੈ। ਇਹਨੇ ਤੇਰੇ ਸਾਰੇ ਜਿਹੜੇ ਹੈਗੇ ਬੁੱਧੀ ਵਿਵੇਕ ਬੁੱਧੀ ਜਿਹੜੀ ਹੈ ਇਹਨੇ ਸਾਰੀ ਜਿਹੜੀ ਹੈਗੀ ਬੰਦ ਕਰ ਦੇਣੀ ਹੈ ਤੇਰੀ। ਇਹ ਫੋਕੀ ਹਉਮੈ ਨੇ ਤੇਰੀ ਜਿਹੜੀ ਹੈਗੀ, ਫੋਕਾ ਹੰਕਾਰ ਜਿਹੜਾ ਜਾਤ ਦਾ ਨਾਮ ਦਾ। ਸਭਨਾ ਜੀਆਂ ਇੱਕਾ ਛਾਉ, ਜੋ ਹੈ ਸਾਰੇ ਜੀਵ ਜਿੰਨੇ ਵੀ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਉਸੇ ਮਾਲਕ ਪਰਮਾਤਮਾ ਦੀ ਛਾਂ ਹੈਗੀ ਪਿਆਰਿਆ, ਜਿਹੜੀ ਤੈਨੂੰ ਜੀ ਤੂੰ ਵੀ ਉਸੇ ਦੀ ਛਾਂ 'ਤੇ ਹੈ। ਸਾਰੀ ਦੁਨੀਆ ਜਿਹੜੀ ਹੈ ਉਸੇ ਮਾਲਕ ਪਰਮਾਤਮਾ ਦੀ ਛਾਂ ਹੇਠ ਹੈਗੀ। ਉਹ ਤਾਂ ਕਹਿੰਦਾ ਨਹੀਂ ਹੈ ਉਹਦੀ ਜਾਤ ਤੇ ਉਹਦਾ ਨਾਮ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਆਪੋ ਜੇ ਕੋ ਭਲਾ ਕਹਾਏ, ਜਿਹੜਾ ਆਪਣੇ ਆਪ ਹੀ ਆਪਣੀ ਵਡਿਆਈ ਕਰਦਾ ਹੈ, ਕਹਿੰਦੇ ਭਲਾ ਕਹਾਉਂਦਾ ਹੈ ਦੁਨੀਆ ਦੇ ਵਿੱਚ, ਉਹਦਾ ਇਹੀ ਮਕਸਦ ਹੈਗਾ ਮੈਨੂੰ ਲੋਕੀ ਵਾਹ ਕਰਨ, ਦਾਨ ਕਰਦਾ ਹੈ, ਹੋਰ ਜੋ ਵੀ ਕਰਦਾ ਹੈ ਇਸੇ ਵਾਸਤੇ ਕਿ ਮੇਰੀ ਵਾਹ ਹੋ ਜਾਏ, ਮੇਰੀ ਸੋਭਾ ਹੋ ਜਾਏ। ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੇ ਪਾਏ। ਕਹਿੰਦੇ ਭਾਈ ਪਤ ਤਾਂ ਆ ਭਾਈ ਜੇ ਕਿਤੇ ਜਿਹੜੀ ਹੈਗੀ ਆ ਉਹ ਜਿਹੜਾ ਹੈਗਾ ਧਰਮਰਾਜ ਬੈਠਾ ਹੈ ਉਹਦੀ ਦਰਗਾਹ ਦੇ ਵਿੱਚ ਸੋਭਾ ਮਿਲ ਜਾਏ ਤੈਨੂੰ, ਔਰ ਮਾਲਕ ਪਰਮਾਤਮਾ ਦੀ ਨਜ਼ਰਾਂ ਦੇ ਵਿੱਚ ਉਹਦੇ ਲੇਖੇ ਦੇ ਵਿੱਚ ਤੇਰੀ ਤੂੰ ਆ ਜਾਏ ਤਾਂ ਤੇਰੀ ਪੱਤ ਹੈਗੀ ਭਾਈ। ਨਹੀਂ ਤਾਂ ਦੁਨੀਆ ਦੀਆਂ ਵਡਿਆਈਆਂ ਉਹ ਤਾਂ ਕਿਸੇ ਕੰਮ ਦੀਆਂ ਨਹੀਂ ਆ ਭਾਈ। ਦੁਨੀਆ ਦੇ ਵਿੱਚ ਜਿੰਨੀ ਮਰਜ਼ੀ ਪੱਤ ਰਹੇ, ਪਰ ਅਸਲੀ ਜਿਹੜੀ ਹੈਗੀ ਆ ਇਹ ਤਾਂ ਇੱਥੇ ਦੇ ਇੱਥੇ ਸਰੀਰ ਹੀ ਖਤਮ ਹੋ ਜਾਣਾ, ਅਤੇ ਕਾਹਦੀ ਪੱਤ ਆ ਕਿਹਦੀ ਪੱਤ ਆ। ਪੱਤ ਤਾਂ ਉਹ ਹੈਗੀ ਜਿਹੜੀ ਕਿ ਆਪਾਂ ਨੂੰ ਲੋਕ ਪਰਲੋਕ ਦੇ ਵਿੱਚ ਆਪਣੀ ਪੱਤ ਰਹੇ। ਹਾਂਜੀ ਵੀਰ ਜੀ। ਹੁਣ ਸਾਧ ਸੰਗਤ ਜੀ, ਆਪ ਜੀ ਪਹਿਲਾਂ ਵੀ ਕਈ ਵਾਰੀ ਕਥਾ ਸਰਵਣ ਕੀਤੀ ਹੈ, ਉਹਦੇ ਵਿੱਚ ਖਾਸ ਕਰਕੇ ਆਪਾਂ ਇਸ ਗੱਲ ਦਾ ਬੜਾ ਚੰਗੀ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਸੰਸਾਰ ਜੇਕਰ ਤੁਹਾਡੀ ਬੜੀ ਤਾਰੀਫ ਕਰ ਰਿਹਾ ਹੈ, ਤੁਹਾਨੂੰ ਕਹਿ ਰਿਹਾ ਤੁਸੀਂ ਬੜੇ ਮਹਾਤਮਾ ਹੋ, ਤੁਸੀਂ ਬੜੇ ਵਧੀਆ ਸੰਤ ਹੋ, ਤੁਸੀਂ ਬੜੇ ਨਿਤਨੇਮੀ ਹੋ, ਤੁਸੀਂ ਬਹੁਤ ਧਾਰਮਿਕ ਹੋ, ਇਹਦੀ ਬਹੁਤੀ ਕੀਮਤ ਨਹੀਂ ਆ। ਕਿਉਂ? ਕਿਉਂਕਿ ਸੰਸਾਰ ਜਿਹੜਾ ਹੈ ਉਹ ਤੁਹਾਡਾ ਬਾਹਰੀ ਰੂਪ ਦੇਖਦਾ। ਬਾਹਰੋਂ ਜਿਹੜਾ ਆਪਾਂ ਰੂਪ ਧਾਰਨ ਕਰ ਸਕਦੇ ਹਾਂ, ਬਾਹਰੋਂ ਆਪਾਂ ਵੇਸ ਵੀ ਧਾਰਨ ਕਰ ਸਕਦੇ ਹਾਂ। ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਮਨਾ ਕੀਤਾ ਸੀ ਜਨੇਊ ਪਾਉਣ ਤੋਂ, ਕਿਉਂਕਿ ਬਾਹਰੀ ਅੰਗ ਦਾ ਸੀ ਉਹ ਸ਼ਿੰਗਾਰ। ਫਿਰ ਉਹ ਕਹਿੰਦੇ ਨੇ ਤੂੰ ਹੁਣ ਪੰਡਿਤ ਹੋ ਗਿਆ, ਤੇਰੇ ਗਲ 'ਚ ਜਨੇਊ ਪਾ ਦਿੱਤਾ ਹੈ, ਬਸ ਤੇਰੀ ਟੈਨਸ਼ਨ ਨਹੀਂ। ਬਾਣੀ ਇਹ ਚੀਜ਼ ਨੂੰ ਨਹੀਂ ਮੰਨਦੀ। ਬਾਣੀ ਜਦੋਂ ਵੀ ਸਾਨੂੰ ਡਾਇਰੈਕਸ਼ਨ ਕਰਦੀ ਆ, ਸਾਨੂੰ ਕੋਈ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਮੋਸਟਲੀ ਉਹ ਜ਼ਿਆਦਾ ਕਨੈਕਸ਼ਨ ਜਿਹੜਾ ਸਾਡੇ ਅੰਤਰਾਕਰਨ ਦੇ ਨਾਲ ਹੁੰਦਾ ਹੈ। ਕਿਉਂਕਿ ਜਿਹੜਾ ਬਾਹਰੀ ਹੈ ਨਾ ਉਹ ਸਾਡਾ ਕੇਵਲ ਉਹ ਜਿੱਦਾਂ ਟਾਇਰ ਨੇ, ਜਿਹੜਾ ਮਤਲਬ ਹੈਡਲਾਈਟ ਆ ਜਾਂ ਬੋਡੀ ਦਾ ਆਊਟਰ ਆ, ਇੰਟਰਨਲ ਜਿਹੜਾ ਸੌਫਟਵੇਅਰ ਆ ਉਹ ਇੰਪੋਰਟੈਂਟ ਆ, ਉਹ ਬਹੁਤ ਇੰਪੋਰਟੈਂਟ ਹੈ। ਔਰ ਦੇਖੋ ਹੁਣ ਕੀ ਕਹਿ ਰਹੇ ਨੇ ਕਿ ਫੱਕੜ ਜਾਤੀ ਫੱਕੜ ਨਾਉ। ਹਾਂਜੀ, ਕਿਸੇ ਦਾ ਮਾਈਕ ਆਨ ਹੋ ਗਿਆ।
ਬੰਦ ਹੋ ਗਿਆ। ਬੰਦ ਕਰਤਾ। ਠੀਕ। ਹੁਣ ਦੇਖੋ ਕਈ ਲੋਕ ਜਿਹੜੇ ਨੇ ਉਹ ਜਾਤ ਦੇ ਵਿੱਚ ਐਵੇਂ ਮੈਂ ਫਲਾਨਾ ਮੈਂ ਢਿਮਕਾ, ਗੱਲ ਜਾਤ ਦੀ ਨਹੀਂ ਹੁੰਦੀ। ਇਹ ਪਲੀਜ਼ ਆਪ ਅੰਡਰਸਟੈਂਡ ਕਰੋ। ਜੇ ਤੁਸੀਂ ਜਾਤ ਤੇ ਗੱਲ ਨੂੰ ਖਤਮ ਕਰ ਦਿੱਤੀ ਨਾ, ਇਹ ਵੀ ਨੈਰੋ ਅਰਥ ਹੋਣਗੇ ਬਾਣੀ ਦੇ। ਜੇਕਰ ਤੁਹਾਡੇ ਕੋਲ ਕੋਈ ਪੋਜੀਸ਼ਨ ਆ, ਮੈਂ ਵੇਖਣਾ ਕਈ ਬੰਦਿਆਂ ਕੋਲ ਐਵੇਂ ਹੀ ਧੌਣ ਐਕੜੀ ਹੋ ਗਈ ਜਿੱਦਾਂ ਕਿੱਲਾ ਫਸਿਆ ਹੁੰਦਾ। ਉਹ ਹਉਮੈ ਹੁੰਦੀ ਆ, ਕਈਆਂ ਕੋਲ ਪੋਜੀਸ਼ਨ ਦੀ ਹਉਮੈ ਹੁੰਦੀ ਆ। ਬਿਲਕੁਲ। ਕਿਸੇ ਕੋ ਕੋਈ ਰੈਂਕ ਹੈਗਾ, ਕੋਈ ਅਹੁਦਾ ਹੈਗਾ, ਐਵੇਂ ਐਵੇਂ ਆਕੜੀ ਜਾਊ। ਉਹ ਇਹ ਨਹੀਂ ਸਮਝਦਾ, ਉਹ ਸੋਚਦਾ ਕਿ ਮੈਨੂੰ ਸਲੂਟ ਹੁੰਦੇ ਆ। ਉਹਨੂੰ ਇਹ ਨਹੀਂ ਪਤਾ ਲੱਗਦਾ ਤੈਨੂੰ ਕੋਈ ਸਲੂਟ ਨਹੀਂ ਹੋ ਰਿਹਾ। ਤੇਰੇ ਘਰ ਕੁੱਤੇ ਵੀ ਨਹੀਂ ਵੜਨੇ, ਕਾਂ ਵੀ ਨਹੀਂ ਕਾਂ ਕਾਂ ਕਰਨਗੇ। ਜਦੋਂ ਤੇਰੀ ਪੋਸਟ ਥੋੜੀ ਜਿਹੀ ਤੇਰੇ ਤੋਂ ਪਰੇ ਹੋ ਗਈ, ਫਿਰ ਤੂੰ ਆ ਕੇ ਵੇਖੀ ਦਫ਼ਤਰੇ, ਤੈਨੂੰ ਕਿਹਨੇ ਪੁੱਛਣਾ ਹੀ ਨਹੀਂ। ਬਿਲਕੁਲ ਬਿਲਕੁਲ। ਉਹ ਪਹਿਲਾਂ ਸੀ। ਔਰ ਬੰਦੇ ਨੂੰ ਲੱਗਦਾ ਕਿ ਮੇਰਾ ਹੀ ਆ ਸਾਰਾ ਕੁਝ। ਉਹ ਕਹਿੰਦੇ ਇਹ ਚੀਜ਼ ਛੱਡ ਦੇ, ਇਹ ਤੇਰੇ ਮਨ ਦਾ ਇੱਕ ਭਰਮ ਹੈ ਵੀਰ ਜੀ। ਏਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਹੋਰ ਕੀ ਸਾਹਿਬ, ਇਹ ਜਿਹੜਾ ਹੈ ਨਾ ਬਹੁਤ ਔਖਾ ਆ। ਇਹ ਜਿਹੜਾ ਹੈਗਾ ਇਹ ਪੂਛ ਲੈਣੀ ਛੱਜ ਜਿਹੜਾ ਹੈਗਾ, ਦੇਖ ਲਓ ਕਿ ਕੋਈ ਜਿਹੜੇ ਹੈਗੇ ਉਹ ਬਾਅਦ ਵਿੱਚ ਲਿਖਾ ਦਿੰਦੇ ਆ ਫਲਾਨਾ ਰਿਟਾਇਰਡ DSP SSP, ਫਿਰ ਡਾਕਟਰ ਫਲਾਨਾ, ਡਾਕਟਰ ਸਰਦਾਰਾ ਸਿੰਘ, ਡਾਕਟਰ ਸਰਦਾਰਾ ਸਿੰਘ, ਸਾਰਾ ਦੇਖੋ ਆਪਣੀਆਂ ਪੋਸਟਾਂ ਲਿਖੀਆਂ ਹੁੰਦੀਆਂ ਨਾਲ ਨਾਲ, ਬਾਅਦ ਵਿੱਚ ਵੀ ਚੱਲਦੀਆਂ ਰਹਿੰਦੀਆਂ। ਹਾਂ। ਹੁਣ ਇੱਥੇ ਨਾ ਉਹ ਇੱਕ ਸਾਡੇ ਮਹੱਲੇ ਦਾ ਹੀ ਆ ਏਰੀਏ ਦਾ MLA ਸੀ, ਵਿਚਾਰਾ ਹਾਰ ਗਿਆ ਹੁਣ, ਤੇ ਉਹਨੇ ਪੋਸਟ ਪਾਈ ਤੇ ਨਾਲ X ਲਿਖਿਆ। ਨਾ ਬਸ ਇਹੀ ਆ, ਇਹੀ। ਤੇ ਜਿਹੜੇ ਕਮੈਂਟ ਕਰਨ ਵਾਲੇ ਉਹ ਬੜੇ ਸ਼ਰਾਰਤੀ ਆ। ਉਹ ਕਹਿੰਦੇ ਨਹੀਂ, ਸਾਡੇ ਜਿਹੜੇ MLA ਸਾਹਿਬ ਨੇ ਉਹ X ਨਾ ਲਿਖੋ, ਇਹ ਹਮੇਸ਼ਾ ਹੀ ਨੇ। ਮਤਲਬ ਛੱਜ ਕਹਿੰਦੇ ਲਾ ਨਾ। ਬਸ ਸਾਡੇ MLA ਸਾਹਿਬ X ਨਹੀਂ ਆ, ਇਹ ABC ਹੈਗੇ ਆ। ਹਾਂ, ਇਹ ਚੀਜ਼ਾਂ ਹੈ ਨੇ। ਠੀਕ ਹੈ ਜੀ। ਤੇ ਉਹ ਕਹਿੰਦੇ ਛੱਜ ਨਾ ਲਾਓ, ਹੈ ਸ਼ਰਾਰਤੀ ਹੈ, ਲਿਖਣ ਵਾਲਾ ਵੀ ਸ਼ਰਾਰਤੀ ਹੈ। ਨਹੀਂ ਨਹੀਂ, ਇਹ ਮੌਜੂਦਾ ਹੈਗੇ ਨੇ। ਸੋ ਕਹਿਣ ਤੋਂ ਭਾਵ ਏਦਾਂ ਦੀਆਂ ਗੱਲਾਂ ਨੇ। ਕਹਿੰਦੇ ਕਿ ਫਿਰ ਅਗਲੇ ਬੰਨੇ ਦੇਖੋ, ਸਭਨਾ ਜੀਆਂ ਏਕ ਛਾਉ, ਇੱਕਾ ਛਾਉ। ਬਸ ਵੈਸੇ ਤੇ ਆਤਮ ਇੱਕਾ ਛਾਉ ਆ। ਹੁਣ ਹਰ ਇੱਕ ਚ ਆਤਮਾ ਹੀ ਤੇ ਪ੍ਰਕਾਸ਼ਿਤ ਹੈ। ਬਿਲਕੁਲ। ਤੂੰ ਦੇਖੋ ਇਹਦੇ ਚ ਵਾਧਾ ਘਾਟਾ ਨਹੀਂ। ਹੁਣ ਮੇਰੇ ਵਰਗਾ ਇੱਥੇ ਕਹੀ ਜਾਵੇ ਮੈਂ ਫਲਾਨਾ ਤੇ ਮੈਂ ਢਿਮਕਾ, ਜਦੋਂ ਬਲੱਡ ਬੈਂਕ ਚ ਜਾਈਦਾ ਨਾ, ਅਸੀਂ ਸ਼ੁਕਰ ਕਰਦੇ ਕਿ ਸਾਨੂੰ ਖੂਨ ਮਿਲੇ। ਹਾਂਜੀ ਹਾਂਜੀ ਬਿਲਕੁਲ। ਉੱਥੇ ਨਹੀਂ ਪੁੱਛਦਾ ਇਹ ਕਿਹਦਾ ਖੂਨ ਹੈ, ਮੁਸਲਿਮ ਦਾ ਹੈ, ਈਸਾਈ ਦਾ ਹੈ, ਕਿਹਦਾ ਹੈ। ਮੈਂ ਕਹਿੰਦਾ ਸ਼ੁਕਰ ਹੈ ਮੈਨੂੰ ਖੂਨ ਦੀ ਇੱਕ ਬੋਤਲ ਦੇ ਦਿਓ, ਅੱਜ ਲੋੜ ਪੈ ਗਈ। ਉੱਥੇ ਕੋਈ ਜਾਤਾਂ ਜੂਤਾਂ ਨਹੀਂ ਆ। ਇਹ ਜਾਤਾਂ ਕੇਵਲ ਉਦੋਂ ਨੇ ਜਦੋਂ ਮੈਂ ਵਿਹਲਾ, ਕੋਈ ਕੰਮ ਨਹੀਂ ਹੈ। ਠੀਕ ਹੈ ਜੀ, ਇਹ ਹਿਊਮਨ ਨੇਚਰ ਹੈ। ਫਿਰ ਅਗਲੇ ਬੰਨੇ ਤੁਕ ਕੇ ਕਹਿ ਰਹੀ ਹੈ ਆਪੋ ਜੋ ਭਲਾ ਕਹਾਵੇ। ਹਾਂ, ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਜਾਪੇ ਜਾਂ ਪੱਤ ਲੇਖੇ ਪਾਏ। ਤਾਂ ਆ ਭਾਈ, ਜੇ ਕਿਤੇ ਮਾਲਕ ਦੀ ਦਰਗਾਹ 'ਚ ਪੱਤ ਲੇਖੇ 'ਚ ਪੈਂਦੀ ਆ ਤਾਂ ਆ ਭਾਈ। ਆਪਣੇ ਆਪ ਦੇ ਨਾਲ ਭਲਾ ਕਹਾਉਣ ਦੇ ਨਾਲ ਕੱਖ ਨਹੀਂ ਹੋਣਾ ਭਾਈ। ਹਾਂ, ਤੁਸੀਂ ਸੰਸਾਰ ਨੂੰ ਚਾਹੁੰਦੇ ਹੋ ਕਿ ਸੰਸਾਰ ਤੁਹਾਡੀ ਤਾਰੀਫ ਕਰੇ, ਤੁਸੀਂ 2-4 ਦਿਨ ਲੰਗਰ ਲਾ ਦਿਓ, ਇੱਥੇ 200-300 ਕੰਬਲ ਵੰਡ ਦਿਓ, ਇੱਕ ਇੱਥੇ ਕੰਧ ਖੜੀ ਕਰ ਦਿਓ, ਉਹ ਤੇ ਲਿਖ ਦਿਓ ਧਰਮ ਦੀਆਂ ਗੱਲਾਂ, ਇੱਥੇ ਮਾੜਾ ਮੋਟਾ ਕੋਈ ਵੀ ਕੰਮ ਕਰ ਦਿਓ। ਇੱਥੇ ਜਾਓ ਸਕੂਲੇ 2-4 ਬੱਚਿਆਂ ਨੂੰ ਤੁਸੀਂ ਬੈਗ ਲੈ ਦਿਓ, ਕੱਪੜੇ ਲੈ ਦਿਓ, ਕਿਸੇ ਨੂੰ ਸਾਈਕਲ ਲੈ ਦਿਓ, ਕੁਛ ਕਰ ਦਿਓ, ਕਿਸੇ ਮਰੀਜ਼ ਦਾ ਇਲਾਜ ਕਰਾ ਦਿਓ, ਤੇ ਸੰਸਾਰ ਨੇ ਕਹਿਣਾ ਵਾਹ ਵੀ ਵਾਹ, ਬੜਾ ਦਾਨੀ ਹੈਗਾ। ਪਰ ਉਹ ਬਾਣੀ ਕਹਿੰਦੀ ਕਿ ਤੂੰ ਅਸਲ ਚ ਦਾਨੀ ਹੈ ਜਾਂ ਨਹੀਂ ਹੈ, ਇਹ ਤੇ ਪ੍ਰਮਾਤਮਾ ਜਾਣਦਾ ਹੈ ਨਾ, ਕਿਉਂਕਿ ਤੇਰੇ ਦਾਨ ਕਰਨ ਦੇ ਪਿੱਛੇ ਵੀ ਬੜਾ ਕੁਛ ਹੈਗਾ। ਹੁਣ ਇੱਥੇ ਮੈਂ ਕੇਰਲਾ ਦੀ ਕਈ ਵਾਰੀ ਮੈਂ ਨਿਊਜ਼ ਵੇਖੀ, ਚੰਗੇ ਭਲੇ ਲੋਕ ਉੱਥੋਂ ਦੇ ਮਿਨਿਸਟਰ ਹਸਪੀਟਲ 'ਚ ਜਾਣਗੇ, ਇੱਕ ਬੱਚੇ ਨੂੰ ਚੁੱਕਣਗੇ ਜੀ, ਇਹ ਬੱਚੇ ਨੂੰ ਕੈਂਸਰ ਹੈਗੀ ਹੈ ਜੀ, ਇਹਦਾ ਸੁਪਨਾ ਹੈਗਾ ਹੈਲੀਕਾਪਟਰ 'ਚ ਯਾਤਰਾ ਕਰਨੀ। ਜੀ ਸਾਹਿਬ ਬਿਲਕੁਲ ਜਿੱਦਾਂ ਕਰਦੇ ਨੇ ਲੋਕ ਬੜੇ। ਹੁਣ ਆਪਣੇ ਵੀ ਮੈਂ ਬਥੇਰੇ ਵੇਖੇ, ਬੜੇ ਖਤਰਨਾਕ ਲੋਕ ਨੇ। ਉਦਣ ਪਤਾ ਨੀ ਕਿਹੜਾ ਸਿੰਗਰ ਸੀ ਚੰਗਾ ਭਲਾ, ਪਤਾ ਨੀ ਗੁਰਦਾਸ ਮਾਨ ਸੀ, ਪਤਾ ਨੀ ਬੱਬੂ ਮਾਨ ਸੀ, ਇਹਨਾਂ ਦੋਨਾਂ 'ਚ ਇੱਕ ਸੀ। ਠੀਕ ਹੈ, ਤੁਹਾਡੇ ਮਨ 'ਚ ਦਾਨ ਕਰਨ ਦੀ ਇੱਛਾ ਜਾਗੀ ਆ ਤੇ ਤੂੰ ਏਦਾਂ ਦੇ ਦੋ ਯਾਰ, ਦਾਨ ਕਰੋ, ਜਾ ਕੇ ਗੁਪਤ ਦਾਨ ਕਰੋ, ਦੱਸਣ ਦੀ ਲੋੜ ਹੀ ਕੋਈ ਨਹੀਂ। ਉੱਥੇ ਨਿੱਜਰ ਸਾਹਿਬ 2 ਬੰਦੇ ਲੰਗੜੇ ਸੀ, ਉਹਨਾਂ ਨੂੰ ਕਹਿੰਦੇ ਤੁਸੀਂ ਲੁੱਟ ਲਓ, ਅੱਜ ਪੈਸੇ ਤੁਹਾਡੇ ਆ ਸਾਰੇ।
ਉਹ ਵਿਚਾਰੇ ਤੁਰੇ ਫਿਰੇ ਨੇ, ਕਿਤੇ ਪੈਸਿਆਂ ਦੇ ਪਿੱਛੇ ਆਣੋ ਕਿਤੇ ਆਉਣੋ, ਮਤਲਬ 10,000 50,000 ਲੱਖ ਦੇ ਵੀ ਦਿੱਤਾ। ਪਰ ਮੈਂ ਕਹਿੰਦਾ ਕਿ ਕਈ ਲੋਕ ਏਦਾਂ ਦਾ ਵੀ ਕੰਮ ਕਰਦੇ ਨੇ ਕਿ ਉਹਦੇ ਚ ਵੀ ਮਸ਼ਹੂਰੀ ਚਾਹੁੰਦੇ ਆ। ਬਿਲਕੁਲ। ਇਹ ਸਾਧ ਸੰਗਤ ਜੀ ਪਲੀਜ਼, ਇਹ ਕੋਈ ਮਾੜੀ ਮੋਟੀ ਗੱਲ ਨਹੀਂ ਆ। ਕਿਤੇ ਤੁਸੀਂ ਪਿੰਡਾਂ 'ਚ ਜਾ ਕੇ ਵੇਖੋਗੇ ਨਾ, ਉੱਥੇ ਜੇ ਕਵੀਸ਼ਰ ਨੂੰ ਜੇ 150 ਦਿੰਦੇ ਆ ਤੇ ਫਿਰ ਉਹ ਕਹਿੰਦੇ ਮੇਰਾ ਨਾਂ ਵੀ ਸਟੇਜ ਤੇ ਬੋਲੋ, ਬੁਲਾਉਂਦੇ ਨੇ ਅਗਲੇ, ਲਿਖ ਕੇ ਭੇਜਦੇ ਨੇ ਪਰਚੀ ਤੇ। ਫਿਰ ਉਹ ਕਵੀਸ਼ਰ ਵਿੱਚ ਪੜ੍ਹਦਾ ਜੀ 50 ਰੁਪਏ ਨੂੰ ਫਿਰ 500 ਦਮੜਾ ਕਿਆ ਕਹਿੰਦੇ ਨੇ ਕਿ 500 ਦਮੜਾ 5,000 ਦਮੜਾ ਆਇਆ। ਫਿਰ ਉਹਦੇ ਨਾਲ ਬੜਾ ਫੀਲ ਹੁੰਦਾ ਬੰਦੇ ਨੂੰ ਕਿ ਮੇਰਾ ਨਾਂ ਬੋਲਿਆ ਗਿਆ ਸਟੇਜ ਦੇ ਉੱਤੇ। ਉਹ ਇਹ ਸਭ ਕਾਫੀ ਕੁਛ ਹੈਗਾ ਵਾ। ਸੋ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ, ਇੱਥੋਂ ਆਪਾਂ ਸਿੱਖਣਾ ਹੈ। ਤੇ ਬਾਣੀ ਤੇ ਕਹਿੰਦੀ ਹੈ ਕਿ ਜਦੋਂ ਉਸ ਪ੍ਰਮਾਤਮਾ ਦੀ ਨਜ਼ਰ 'ਚ ਅਸੀਂ ਕੁਛ ਕਰਦੇ ਹਾਂ ਔਰ ਉਹ ਵੇਖਦਾ ਹੈ, ਉਹਦੀ ਹੀ ਵੈਲਿਊ ਹੈ। ਬਾਕੀ ਜਿਹੜਾ ਹੈ ਉਹ ਤੇ, ਔਰ ਪ੍ਰਮਾਤਮਾ ਕਿੱਥੇ ਹੈਗਾ ਜੀ? ਕਦੇ ਇਹ ਨਾ ਸੋਚਿਓ ਕਿ ਪ੍ਰਮਾਤਮਾ ਉੱਥੇ ਵੇਖਣ ਦੇ ਆ, ਉਹ ਤੁਹਾਡੀ ਆਤਮਾ ਹੀ ਤੁਹਾਨੂੰ ਵੇਖਣ ਦੀ ਆ। ਨਿਜਰ ਸਾਹਿਬ, ਬਿਲਕੁਲ। ਕਿਤੇ ਕਨਫਿਊਜ਼ਨ ਕ੍ਰੀਏਟ ਨਾ ਹੋ ਜਾਏ ਕਿ ਲੋਕੀ ਕਹਿ ਦੇਣ ਪਤਾ ਨਹੀਂ ਕਿੱਥੇ ਕੋਈ ਰੱਬ ਵੇਖਣ ਦੇ ਆ। ਕੋਈ ਰੱਬ ਨਹੀਂ ਵੇਖ ਰਿਹਾ। ਤੁਹਾਡੀ ਜਿਹੜੀ ਜਿਹੜਾ ਸਾਕਸ਼ੀ ਹੈ ਨਾ, ਤੁਹਾਡੀ ਆਤਮਾ, ਉਹ ਵੇਂਦੀ ਪਈ ਹੈ ਤੁਹਾਨੂੰ, ਔਰ ਉਹਦੇ ਲਈ ਤੁਸੀਂ ਕੰਮ ਕਰਨਾ। ਐਕਚੁਅਲੀ ਗੋਰਖੀ ਸਾਹਿਬ, ਜਿਹੜੀ ਆਪਾਂ ਪਤਾ ਕੀ ਕਰਦੇ ਆ, ਆਪਾਂ ਆਤਮਾ ਨੂੰ ਪਿੱਛੇ ਸੁੱਟ ਕੇ ਆਪਾਂ ਜਿਹੜੇ ਹੈਗੇ ਆ, ਆਪਾਂ ਮਨ ਦੇ ਤਲ ਦੇ ਉੱਤੇ ਜਿੰਦਾ ਰਹਿੰਦੇ ਆ, ਮਨ ਦੇ ਤਲ ਤੇ ਜਿਉਂਦੇ ਆ। ਆਪਾਂ ਆਤਮਾ ਨੂੰ ਆਪਾਂ ਪਿੱਛੇ ਸੁੱਟ ਦਿੰਦੇ ਆ। ਬਸ ਆਹੀ ਪ੍ਰੋਬਲਮ ਹੈਗੀ ਆ। ਆਤਮਾ ਜਿਹੜੀ ਹੈਗੀ, ਆਤਮਾ ਦੀ ਤਾਂ ਸੁਣਦੇ ਹੀ ਨਹੀਂ ਆਪਾਂ। ਬਸ ਜਦ ਤੱਕ ਆਤਮਾ ਦੀ ਨਹੀਂ ਸੁਣਦੇ, ਆਤਮਾ ਵਾਲਾ ਪਲੜਾ ਭਾਰੀ ਨਹੀਂ ਹੁੰਦਾ, ਤਦ ਤੱਕ ਗੱਲ ਬਣਨੀ ਨਹੀਂ ਹੈ। ਤੇ ਗੋਰਖੀ ਸਾਹਿਬ ਸ਼ਾਇਦ ਉਹਨਾਂ ਦਾ ਡਿਸਕਨੈਕਟ ਹੋ ਗਿਆ। ਨਾਨਕ ਤਾਂ ਪਰ ਜਾਪੇ ਜਾਂ ਪੱਥ ਲਿਖੇ ਪਾਏ, ਤਾਂ ਪਾਈ। ਗੱਲ ਤਾਂ ਬਣਨੀ ਆ ਜੇ ਮਾਲਕ ਦੀ ਦਰਗਾਹ ਤੇ ਜਿਹੜਾ ਹੈਗਾ ਪੱਥ ਲੇਖੇ 'ਚ ਪਏ, ਤੇ ਦਰਗਾਹ 'ਚ ਲੇਖੇ ਤਾਂ ਪੈਣੀ ਆ ਜੇ ਆਪਾਂ ਆਤਮਾ ਦੀ ਸੁਣਾਂਗੇ ਪਾਏ, ਆਤਮਾ ਦੇ ਤਲ ਤੇ ਜੀਵਾਂਗੇ। ਅੱਗੇ ਦੂਸਰੀ ਪਾਤਸ਼ਾਹੀ ਦਾ ਸ਼ਲੋਕ ਆ, ਜਿਸ ਪਿਆਰੇ ਸਿਓ ਨੇਹ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਕਹਿੰਦੇ ਜਿਸ ਮਾਲਕ ਪਿਆਰੇ ਪਰਮਾਤਮਾ ਦੇ ਨਾਲ, ਜਿਹਦੇ ਨਾਲ ਪਿਆਰ ਹੈਗਾ, ਕਹਿੰਦੇ ਉਹਦੇ ਅੱਗੇ ਮਰ ਜਾਈਏ। ਕਹਿੰਦੇ ਸਾਰਾ ਕੁਛ ਲਾ ਦਈਏ ਦਾਅ ਦੇ ਉੱਤੇ, ਉਸ ਪਿਆਰੇ ਦੇ ਵਾਸਤੇ ਸਾਰਾ ਕੁਛ, ਆਪਣਾ ਕੁਛ ਵੀ, ਸਭ ਕੁਛ ਉਹਦੇ ਵਾਸਤੇ ਜਿਹੜਾ ਹੈਗਾ ਦਾਅ ਤੇ ਲਾ ਦਈਏ, ਉਹਦੀ ਪ੍ਰਾਪਤੀ ਦੇ ਵਾਸਤੇ, ਉਹਦੇ ਪਿਆਰ ਦੇ ਵਾਸਤੇ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਕਹਿੰਦੇ ਦੁਨੀਆ ਦੇ ਵਿੱਚ ਜਿਹੜਾ ਹੈਗਾ, ਸੰਸਾਰ ਦੇ ਵਿੱਚ ਜਿਹੜਾ ਹੈਗਾ ਤਿਕਾਰਿਆ ਜੀਣਾ। ਜੇ ਆਪਾਂ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਪਿੱਛੇ ਕਰਕੇ ਜਿਹੜਾ ਹੈਗਾ ਜੀ ਰਹੇ ਸੰਸਾਰ ਦੇ ਵਿੱਚ, ਜੇ ਆਪਣੀ ਆਤਮਾ ਨੂੰ ਪਿੱਛੇ ਕਰਕੇ ਮਨ ਦੇ ਤਲ ਦੇ ਉੱਤੇ ਜੀ ਰਹੇ, ਕਹਿੰਦੇ ਤਿਕਾਰਿਆ ਐਸੇ ਜੀਣ ਦਾ। ਇਹਦਾ ਪਰਪਸ ਕੀ ਹੈਗਾ? ਇਹਦਾ ਫਾਇਦਾ ਕੀ ਹੈਗਾ? ਮਨ ਨੇ ਤੈਨੂੰ ਜਿਹੜਾ ਹੈਗਾ ਸਰੀਰ ਦੇ ਨਾਲ ਜੋੜ ਕੇ, ਸਰੀਰ ਦੇ ਭੋਗਾਂ ਦੇ ਵਿੱਚ ਹੀ ਸਾਰੀ ਉਮਰ ਲੰਘਾ ਦੇਣੀਆਂ ਨੇ। ਕੱਖ ਵੀ ਪੱਲੇ ਨਹੀਂ ਪੈਣਾ, ਕੱਖ ਵੀ ਪੱਲੇ ਨਹੀਂ ਪੈਣਾ। गोरखी साहब। हाँ जी निजर साहब, वो ਵਿੱਚ फोन आ गए। हाँ जी ठीक है जी, आप फिर दोबारा तो बोलो। जिस प्यारे से ने हो, दूसरी पातशाही महला दूजा, कहते जिदे माल जिद प्यारे दे नाल तेरा प्रीत हैगी ना, बस तिस आगे मर चलिए। कहते ओदे वास्ते सब कुछ लुटा दे प्यारिया, ओदे वास्ते कुछ भी ना, बस सारा कुछ दाह ते ला दे। जो कुछ तेनू जिन्ना तेरे को तेरा का हुंदा है दाह ते ला दे, वो मालक परमात्मा दे नाल ਉਹਦੇ ਮਿਲਾਪ ਦੇ ਵਾਸਤੇ। ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ, ਕਹਿੰਦੇ ਤਿਕਾਰਿਆ ਸੰਸਾਰ ਦੇ ਵਿੱਚ ਜਿਉਣਾ, ਕਿ ਮਾਲਕ ਪਰਮਾਤਮਾ ਨੂੰ ਪਿੱਛੇ ਕਰਕੇ ਜਿਹੜਾ ਹੈਗਾ ਉਹਦੀ ਐਬਸੈਂਸ ਦੇ ਵਿੱਚ, ਆਤਮਾ ਦੀ ਐਬਸੈਂਸ ਦੇ ਵਿੱਚ, ਔਰ ਮਨ ਦੇ ਧਰਾਤਲ ਤੇ ਜੀਣਾ ਜਿਹੜਾ ਹੈਗਾ, ਮਨ ਦੇ ਨਾਲ ਜੀਣਾ, ਸਾਰੀ ਉਮਰ ਮਨ ਦੇ ਨਾਲ ਲੰਘਾਉਣੀ। ਤੇ ਮਨ ਜਿਹੜਾ ਹੈਗਾ ਉਹ ਤਾਂ ਜਿਹੜਾ ਹੈਗਾ ਉਹ ਬਣਿਆ ਹੀ ਜਿਹੜਾ ਹੈਗਾ ਸਰੀਰ ਦੇ ਸਵਾਦਾਂ ਦੇ ਨਾਲ ਆ, ਸਰੀਰ ਦੀਆਂ ਇੱਛਾਵਾਂ ਦੇ ਨਾਲ ਮਨ ਬਣਿਆ ਹੋਇਆ। ਹਾਂਜੀ ਗੋਰਖੀ ਸਾਹਿਬ। ਹਾਂਜੀ ਸਾਧ ਸੰਗਤ ਜੀ, ਹੁੰਦਾ ਇਸ ਤੋਂ ਉਲਟ ਹੈ
ਲੋਕ ਰੱਬ ਨੂੰ ਛੱਡ ਦਿੰਦੇ ਨੇ, ਹੂੰ। ਆਤਮਾ ਨੂੰ ਛੱਡ ਦਿੰਦੇ ਨੇ ਤੇ ਉਹ ਸੰਸਾਰ ਨੂੰ ਅੱਗੇ ਰੱਖਦੇ ਨੇ ਔਰ ਉਸੇ ਤਰ੍ਹਾਂ ਹੀ ਜੀਵਨ ਬਤੀਤ ਕਰਦੇ ਨੇ। ਉਹ ਜਿੱਦਾਂ ਉਹਨਾਂ ਨੂੰ ਚੰਗਾ ਲੱਗਦਾ ਉਦਾਂ ਹੀ ਚੱਲਦੇ ਨੇ। ਇਹ ਬਾਣੀ ਦੀ ਤੁਕ ਨਹੀਂ ਪੜ੍ਹਦੇ, ਹੋ ਕਿਤੇ ਨਹੀਂ ਪੜ੍ਹਨਗੇ। ਤੁਸੀਂ ਵੇਖੋ, ਸਾਰਾ ਦਿਨ ਬੋਲ ਕੇ ਦਿਖਾਓ, ਕੱਲ ਕਥਾ ਕਰ ਦੋ, ਜਾਓ ਦਰਬਾਰ ਸਾਹਿਬ ਬਾਬਾ ਜੀ ਨੂੰ ਕਹੋ ਕਿ ਇੱਥੇ ਤੋਂ ਆਹ ਤੁਕ ਲਿਖੀ ਹੈ, ਤੁਸੀਂ ਰੱਬ ਨੂੰ ਨਹੀਂ ਭੁੱਲਣਾ, ਤੁਸੀਂ ਸੰਸਾਰ ਨੂੰ ਛੱਡਣਾ। ਉੱਥੇ ਬਾਬਿਆਂ ਨੂੰ ਪੁੱਛੋ, ਉਹਨਾਂ ਨੂੰ ਕਹੋ ਹੱਥ ਖੜਾ ਕਰਾਓ, ਜਿਹੜਾ ਮੰਜੀ ਹਾਲ 'ਚ 100, 150, 500 ਬੰਦਾ ਬੈਠਾ, ਉਹਨੂੰ ਹੱਥ ਖੜਾ ਕਰੋ। ਕਿਸੇ ਨਹੀਂ ਕਰਨਾ, ਨਹੀਂ ਕਰਨਗੇ, ਮੁਸ਼ਕਲ ਹੈ। ਪਰ ਬਾਣੀ ਕਹਿੰਦੀ ਨਹੀਂ, ਏਦਾਂ ਨਹੀਂ ਕਰਨਾ। ਕੋਈ ਕਰੇ ਨਾ ਕਰੇ ਇਹ ਮੈਟਰ ਨਹੀਂ ਕਰਦਾ, ਪਰ ਤੂੰ ਸੰਸਾਰ ਨੂੰ ਪਿੱਛੇ ਰੱਖਣਾ ਹੈ ਤੇ ਪ੍ਰਮਾਤਮਾ ਨੂੰ ਅੱਗੇ ਰੱਖਣਾ ਹੈ ਔਰ ਪ੍ਰਮਾਤਮਾ ਦੇ ਮਿਹਰ ਦੇ ਵਿੱਚ ਹੀ ਤੂੰ ਆਪਣਾ ਜੀਵਨ ਬਤੀਤ ਕਰਨਾ ਹੈ ਔਰ ਉਹਨੂੰ ਰਿਪਰੈਜ਼ੈਂਟ ਕਰਨਾ ਹੈ ਆਪਣਾ ਤੇਰਾ ਜੀਵਨ। ਇੱਕ ਇੱਕ ਦਿਨ, ਇੱਕ ਇੱਕ ਪਲ ਤੇਰਾ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਹੋਣਾ ਚਾਹੀਦਾ। ਪ੍ਰਮਾਤਮਾ ਕੋਈ ਵੱਖਰਾ ਨਹੀਂ ਹੈ ਉੱਥੇ। ਇਸ ਕਰਕੇ ਕਾਫੀ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਆ। ਤੁਹਾਡਾ ਪ੍ਰਮਾਤਮਾ ਤੁਹਾਡੇ ਅੰਦਰ ਆ। ਬਿਲਕੁਲ ਬਿਲਕੁਲ। ਆਤਮਾ ਦੇ ਤਲ ਤੇ ਆਪਾਂ ਕਰ ਲਈਏ ਨਾ ਗੋਰਖੀ ਸਾਹਿਬ, ਆਤਮਾ ਨੂੰ ਸਾਹਮਣੇ ਰੱਖ ਕੇ ਜੋ ਆਤਮਾ ਦੀ ਹਜ਼ੂਰੀ ਦੇ ਵਿੱਚ ਜੋ ਵੀ ਕੰਮ ਕਰਨਾ ਹੈ ਨਾ, ਆਤਮਾ ਨੂੰ ਸਾਹਮਣੇ ਰੱਖ ਕੇ ਕਰੋ। ਕਦੀ ਵੀ ਗਲਤ ਨਹੀਂ ਕਰ ਸਕਦੇ ਆਪਾਂ, ਕਦੀ ਵੀ ਨਹੀਂ ਗਲਤ ਕਰ ਸਕਦੇ। ਹਾਂਜੀ ਹਾਂ ਪਲੀਜ਼। ਉਹ ਸਾਡਾ, ਮੈਂ ਤੇ ਕਹਿੰਦਾ ਕਿ ਮੇਰਾ ਪ੍ਰਮਾਤਮਾ ਮੇਰੇ ਅੰਦਰ ਹੈ ਤੇ ਤੁਹਾਡਾ ਪ੍ਰਮਾਤਮਾ ਤੁਹਾਡੇ ਅੰਦਰ ਆ। ਤੁਸੀਂ ਉਸ ਜਿਹੜਾ ਸਾਕਸ਼ੀ ਆ, ਜਿਹਨੇ ਗਵਾਹੀ ਭਰਨੀ ਆ, ਉਹਨੂੰ ਸਮਝੋ ਕਿ ਉਹ ਅੰਦਰ ਵੇਖ ਰਿਹਾ, ਗੱਲ ਖਤਮ। ਫਿਰ ਜੋ ਮਰਜ਼ੀ ਕਰੀ ਜਾਓ। ਪਰ ਅਸੀਂ ਏਦਾਂ ਨਹੀਂ ਕਰਦੇ। ਆਪਾਂ ਇਹ ਕਹਿੰਦੇ ਆ ਕਿ ਪ੍ਰਮਾਤਮਾ ਹੈਗਾ ਤੇ ਜ਼ਰੂਰ ਆ, ਉਹ ਮੰਦਿਰ 'ਚ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਜਾਂ ਉਹ ਕਿਤੇ 7ਵੇਂ ਅਸਮਾਨ ਤੇ ਬੈਠਾ ਹੈ, ਜਾਂ ਕਿਸੇ ਮੰਦਿਰ 'ਚ ਬੈਠਾ, ਜਾਂ ਮਸਜਿਦ 'ਚ ਬੈਠਾ ਹੈ, ਜਾਂ ਗਿਰਜਾ ਘਰ 'ਚ ਹੋਵੇਗਾ। ਪਰ ਜਿੱਥੇ ਮੈਂ ਹੈਗਾ ਉੱਥੇ ਕੋਈ ਪ੍ਰਮਾਤਮਾ ਨਹੀਂ ਹੈਗਾ। ਇਹ ਸਾਡੀ ਇੱਕ ਐਸੀ ਸੋਚ ਬਣਾ ਦਿੱਤੀ ਹੈ। ਔਰ ਕਹਿਣ ਵਾਲੇ ਵੀ ਉੱਤੇ ਹੱਥ ਖੜਾ ਕਰਦੇ। ਵੇਖਿਆ ਮੁਸਲਮਾਨ ਜਦੋਂ ਨਮਾਜ਼ ਅਦਾ ਕਰਦੇ ਆ ਤੇ ਰੱਬ ਉੱਤੇ ਛੱਤ ਵੱਲ ਵੇਖ ਕੇ, ਅਸਮਾਨ ਵੱਲ ਵੇਖ ਕੇ ਨਮਾਜ਼ ਅਦਾ ਕਰਦੇ ਆ। ਮੰਨਦੇ ਉਹ ਵੀ ਰੱਬ ਨੂੰ ਕਿਤੇ ਹੋਰ ਆ, 7ਵੇਂ ਅਸਮਾਨ 'ਚ ਬੈਠਾ ਰੱਬ। ਜਿੱਦਾਂ ਮੈਂ ਇੱਥੇ ਬੈਠਾ ਅੰਮ੍ਰਿਤਸਰ ਤੇ ਤੁਸੀਂ ਉੱਥੇ ਬੈਠੇ ਜੋ, ਇਸੇ ਤਰ੍ਹਾਂ ਰੱਬ ਵੀ ਕਿਸੇ ਜਗ੍ਹਾ ਤੇ ਬੈਠਾ ਹੈ। ਇਹਦਾ ਮਤਲਬ ਫਿਰ ਰੱਬ ਸਰਵ ਵਿਆਪਕ ਨਹੀਂ ਹੈਗਾ, ਉਹ ਕਿਸੇ ਜਗ੍ਹਾ ਤੇ ਬੈਠਾ ਹੈ ਜਿਹੜਾ ਉਹ ਰੱਬ ਸੋਚ ਰਹੇ ਨੇ। ਸੋ ਇਹ ਚੀਜ਼ ਨੂੰ ਆਪਾਂ ਦੇਖਣਾ, ਠੀਕ ਹੈ ਜੀ। ਉਹ ਕਹਿੰਦੇ ਕਿ ਪ੍ਰਮਾਤਮਾ ਨੂੰ ਹਮੇਸ਼ਾ ਹੀ ਤੁਸੀਂ ਆਪਣੇ ਅੰਦਰ ਸਮਝਣਾ ਤੇ ਉਹਨੂੰ ਸਾਕਸ਼ੀ, ਉਹਨੂੰ ਗਵਾਹ ਸਮਝ ਕੇ ਆਪਣਾ ਜੀਵਨ ਬਤੀਤ ਕਰਨਾ ਹੈ। ਔਰ ਫਿਰ ਉਹਨੂੰ ਜਦੋਂ ਵੇਖਾਂਗੇ ਤੇ ਫਿਰ ਸੰਸਾਰ ਨੂੰ ਪਿੱਛੇ ਰੱਖਣਾ ਪਊਗਾ। ਫਿਰ ਅਸੀਂ ਬੇਈਮਾਨ ਨਹੀਂ ਬਣ ਸਕਦੇ, ਇਮਾਨਦਾਰ ਰਵਾਂਗੇ। ਔਰ ਵੈਸੇ ਵੀ ਇਮਾਨਦਾਰ ਮਤਲਬ ਕਹਿਣ ਤੋਂ ਭਾਵ ਵੈਸੇ ਤੁਹਾਡੇ ਵੱਸ ਦੀ ਗੱਲ ਨਹੀਂ ਆ, ਇਹ ਮੈਂ ਵੈਸੇ ਕਹਿਣਾ ਚਾਹੁੰਦਾ। ਮਤਲਬ ਇਹ ਤੇ ਅੰਦਰੋਂ ਆਪ ਬਾਈ ਪ੍ਰੋਡਕਟ ਪੈਦਾ ਹੋਣੀ ਹੈ। ਇਮਾਨਦਾਰੀ, ਵਫਾਦਾਰੀ, ਇਮਾਨਦਾਰੀ, ਸੱਚ ਬੋਲਣਾ ਤੁਸੀਂ ਨਹੀਂ ਕਰ ਸਕਦੇ। ਇਟ ਇਜ਼ ਨਾਟ ਇਨ ਆਵਰ ਹੈਂਡ। ਸਾਡੇ ਹੱਥ 'ਚ ਕੁਛ ਨਹੀਂ ਹੈਗਾ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ। ਇਟ ਇਜ਼ ਅ ਫੁੱਲ ਮੀਨ ਗੁਲਾਬ ਦੇ ਫੁੱਲ ਲੱਗੇ ਨੇ, ਪੌਦੇ ਦੀਆਂ ਜੜ੍ਹਾਂ 'ਚ ਪੈਦਾ ਹੋਏ, ਫਿਰ ਉੱਪਰ ਆ ਕੇ ਉਹ ਪ੍ਰਗਟ ਹੋਏ। ਇਹ ਚੰਗਿਆਈਆਂ ਜਿਹੜੀਆਂ ਹੁੰਦੀਆਂ ਨਾ, ਇਹ ਸਭ ਆਤਮਾ ਦੇ ਗੁਣ ਨੇ। ਅਸਲ ਦੇ ਵਿੱਚ ਇਹ ਗੁਣ ਜਿਹੜੇ ਹੁੰਦੇ ਨੇ, ਇਹ ਕੇਵਲ ਉਹਨਾਂ ਮਨੁੱਖਾਂ ਨੂੰ ਮਿਲਦੇ ਨੇ ਜਿਹੜੇ ਭਗਤੀ ਕਰਦੇ। ਬਹੁਤ ਵਧੀਆ। ਫਿਰ ਉਹਦੇ ਅੰਦਰੋਂ ਓਰੀਜਨਲ ਫੁੱਲ ਲੱਗਣਗੇ। ਤੁਸੀਂ ਕੋਈ ਵੀ ਚੰਗਾ ਗੁਣ ਪ੍ਰਗਟ ਨਹੀਂ ਕਰ ਸਕਦੇ। ਕਹਿਣ ਤੋਂ ਭਾਵ ਕਿ ਤੁਹਾਡੇ ਕੋਲ ਪਾਵਰ ਹੀ ਨਹੀਂ ਹੈਗੀ, ਕਿੱਥੋਂ ਆਉਣਗੇ ਗੁਣ ਤੁਹਾਡੇ 'ਚ? ਨਿਜ ਸਾਹਿਬ ਇਹ ਤੇ ਸਾਰੇ ਆਤਮਾ ਦੇ ਗੁਣ ਨੇ। ਬਿਲਕੁਲ, ਕੋਈ ਚੀਜ਼ ਛੱਡਣੀ ਪੈਂਦੀ ਹੈ ਗੋਰਖੀ ਸਾਹਿਬ। ਹੱਥੋਂ ਫੁੱਲੀਆਂ ਛੱਡਾਂਗੇ ਤਾਂ ਗੁਣ ਆਉਣਗੇ। ਬਾਕੀ ਹੈ ਕਿ ਤੁਸੀਂ ਓਦਾਂ ਵੀ ਐਕਟਿੰਗ ਕਰ ਦਿਓ ਥੋੜਾ ਬਹੁਤਾ ਕਿ ਆਮ ਰੈਡੀ। ਹੁਣ ਉਹ ਪੁੱਛਦੇ ਨਹੀਂ, ਉਹ ਕਹਿੰਦੇ ਕਿ ਆ ਜਾਓ ਜੀ ਇੱਥੇ ਆਵਾਜ਼ ਪੰਜਾਬ ਦੀ ਕੰਪੀਟੀਸ਼ਨ ਹੈਗਾ, ਇੱਥੇ ਆ ਕੇ ਸਿਲੈਕਸ਼ਨ ਕਰਾਓ। ਭਾਵੇਂ ਕਿਸੇ ਨੂੰ ਸੰਗੀਤ ਆਵੇ ਨਾ ਆਵੇ, ਲੋਕੀ ਉੱਥੇ ਜਾ ਕੇ ਪਹੁੰਚ ਜਾਂਦੇ ਨੇ। ਉਹ ਹਿਸਾਬ ਸਾਡਾ ਵਾ। ਬੇਸ਼ੱਕ ਅਸੀਂ ਬ੍ਰਹਮ ਗਿਆਨੀ ਨਹੀਂ ਹੈਗੇ, ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਹੱਥ ਖੜਾ ਕਰੀਏ ਕਿ ਵੀ ਅਸੀਂ ਰੈਡੀ ਹੈਗੇ ਹਾਂ। ਨਕਲੀ ਸਹੀ, ਕਮ ਸੇ ਕਮ ਲਾਈਨ 'ਚ ਤੇ ਲੱਗ ਜਾਈਏ। ਠੀਕ ਹੈ ਜੀ, ਇੰਨੀ ਗੱਲ ਹੀ ਬਹੁਤ ਵੱਡੀ ਗੱਲ ਹੈ। ਅੱਗੇ ਚੱਲੀ ਨਿਜਰ ਸਾਹਿਬ। ਹਾਂ, ਆਪ ਬੋਡੀ ਆਈ ਜਿਹਦੇ ਵਾਸਤੇ 2 ਸ਼ਲੋਕ ਲੱਗੇ ਹੋਏ ਸੀਗੇ। ਦੇਖ ਲਓ ਕੀ ਕਹਿੰਦੇ, ਆਤਮਾ ਦੇ ਤਲ ਤੇ ਜੀਣਾ ਹੈ, ਸੰਸਾਰ ਨੂੰ ਪਿੱਛੇ ਰੱਖਣਾ ਹੈ। ਆਹ ਪੌੜੀ ਆਈ ਕਿਉਂ ਬਈ ਆਤਮਾ ਦੇ ਤਲ ਤੇ ਜੀਣਾ, ਕਿਉਂ ਅਸੀਂ ਪਰਮੇਸ਼ਰ ਨੂੰ ਅੱਗੇ ਰੱਖਣਾ ਹੈ, ਕੀ ਰੀਜ਼ਨ ਹੈਗਾ ਉਹਦਾ। ਆਹ ਹੁਣ ਪੌੜੀ ਆਈ ਹੈ।
ਤੁਧ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ। ਦੇਖ ਲਓ ਬਈ ਸੰਸਾਰ ਦੇ ਵਿੱਚ ਜਿਹਨੂੰ ਵੀ ਅੱਗੇ ਰੱਖਣਾ ਆ ਉਹਦੇ ਵਿੱਚ ਕੋਈ ਹੈ ਐਸਾ ਜਿਹੜਾ ਕਿ ਧਰਤੀ ਬਣਾ ਦੇ, ਇੱਕ ਧਰਤੀ ਬਣਾ ਦੇ, ਚੰਦ ਬਣਾ ਦੇ, ਸੂਰਜ ਬਣਾ ਦੇ। ਆ ਮਾਲਕ ਨੇ ਤਾਂ ਸਾਰਾ ਕੁਝ ਰਚਨਾ ਕੀਤੀ ਹੋਈ ਹੈ, ਸਾਰਾ ਸੰਸਾਰ ਮਾਲਕ ਨੇ ਬਣਾਇਆ ਹੈ, ਇਸ ਕਰਕੇ ਭਾਈ ਉਹਨੂੰ ਅੱਗੇ ਰੱਖਣਾ ਹੈ। ਤੁਧ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ। ਦੋ ਦੀਵੇ ਦੇਖ ਲਓ ਕਿਸ ਤਰ੍ਹਾਂ ਜਿਹੜੇ ਹੈਗੇ ਲਗਾਤਾਰ ਜਿਹੜੇ ਹੈਗੇ ਦੁਨੀਆ ਨੂੰ ਉਜਾਲਾ ਦੇ ਰਹੇ। 10 4 ਹਟ ਤੁਧ ਸਾਜਿਆ ਵਪਾਰ ਕਰੀਵੇ। ਔਰ ਦੇਖ ਲਓ 10 ਤੇ 4 14 ਜਿਹੜੇ ਹੈਗੇ ਲੋਕ ਇੱਕ ਧਰਤੀ ਹੈ। ਦੇਖ ਲਓ ਆਪਣੇ ਕਿੰਨੇ ਜੀਵ ਹੈ ਧਰਤੀ ਦੇ ਉੱਤੇ, ਇਸ ਤਰ੍ਹਾਂ 14 ਲੋਕ ਹੈਗੇ ਆ। 14 ਲੋਕ ਜਹਾਂ ਬਸ ਕੀਨੇ ਤਾਂਤੇ ਕਹਾਂ ਪਲੇ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ। ਕਹਿੰਦੇ ਨਾਮ ਤੋਂ ਬਗੈਰ ਨਹੀਂ ਬਚ ਸਕਦਾ। 14 ਲੋਕਾਂ ਦੇ ਵਿੱਚ ਉਸੇ ਮਾਲਕ ਪਰਮਾਤਮਾ ਦਾ ਰਾਜ ਹੈ ਪਿਆਰਿਆ। ਕਿੱਥੇ ਭੱਜੇਗਾ ਪਾਸ, ਕਿੱਧਰਲੇ ਪਾਸੇ ਜਾਏਗਾ। 10ਵੀਂ ਪਾਤਸ਼ਾਹੀ ਕਹਿ ਰਹੀ ਹੈ ਤੁਧ ਆਪੇ ਧਰਤੀ ਸਾਜੀਏ ਚੰਦ ਸੂਰਜ ਦੋ ਦੀਵੇ। 10 4 ਹਟ ਤੁਧ ਸਾਜਿਆ ਵਪਾਰ ਕਰੀਵੇ। ਸਾਰੀ ਦੁਨੀਆ ਦੇਖ ਲਓ ਲਾਈ ਹੋਈ ਹੈ ਉਹਨੇ ਮਾਲਕ ਨੇ ਬਿਜ਼ਨਸ ਦੇ ਵਿੱਚ। ਸਾਰੇ ਜੀਵ, ਕੀ ਪਾਣੀ ਦੇ ਜੀਵ, ਕੀ ਆਕਾਸ਼ ਦੇ ਪਰਿੰਦੇ, ਕੀ ਧਰਤੀ ਦੇ, ਕੀ ਮਨੁੱਖ, ਸਾਰੇ ਦੇ ਸਾਰੇ ਦੇਖ ਲਓ ਸਾਰੇ ਲੱਗੇ ਹੋਏ। ਇਕਨਾ ਨੂੰ ਹਰ ਲਾਭ ਦੇ ਜੋ ਗੁਣਮੁਖ ਤੀਵੈ। ਇਹਦੇ ਵਿੱਚ ਦੇਖ ਲਓ ਭਾਈ ਲਾਭ ਕਿਹਨਾਂ ਨੂੰ ਮਿਲਦਾ ਹੈ? ਜਿਹੜੇ ਭਗਤੀ ਕਰਦੇ ਆ, ਜਿਹੜੇ ਗੁਰੂ ਦੇ, ਜੇ ਗੁਰੂ ਦੱਸਦਾ ਹੈ ਭਾਈ, ਬ੍ਰਹਮ ਗਿਆਨੀ ਦੱਸਦੇ ਆ ਭਾਈ ਆਪ ਹੋ ਕੇ ਆ ਪਿਆਰਿਆ ਇਹਦੇ ਨਾਲ ਲੱਗਿਆ ਰਹੇਗਾ ਤੇ ਤੇਰੀ ਮਨੁੱਖੀ ਸਰੀਰ ਜਿਹੜਾ ਹੈਗਾ ਆ ਜੂਨ ਤੇਰੀ ਖੋਲ ਹੀ ਜਾਣੀ ਆ। ਇਹ ਸਰੀਰ ਤੇਰਾ ਨਹੀਂ ਰਹਿਣਾ ਤੇ ਤੈਨੂੰ ਫਿਰ ਜੂਨਾਂ ਦੇ ਵਿੱਚ ਜਾਣਾ ਪੈਣਾ ਹੈ। ਗਤੀ ਇਸੇ ਤਰ੍ਹਾਂ ਕੋਹਲੂ ਦਾ ਬੈਲ ਨਾ ਬਣ ਪਿਆਰਿਆ। ਇਹ ਪੰਜਾਲੀ ਚੋਂ ਨਿਕਲਣਾ ਹੈ ਤੇ ਆ ਗੁਰਮੁਖ ਥੀਵੇ ਹੋ ਜਾ। ਗੁਰੂ ਦੇ ਰਾਹੀਂ, ਬ੍ਰਹਮ ਗਿਆਨੀਆਂ ਦੇ ਰਾਹੀਂ, ਬ੍ਰਹਮ ਗਿਆਨ ਦੇ ਰਾਹੀਂ ਭਗਤੀ ਕਰ ਲਾ, ਉਹਨਾਂ ਨੂੰ ਲਾਭ ਹੋ ਜਾਂਦਾ ਹੈ। ਬਾਕੀ ਜਿਹੜੇ ਹੈਗੇ ਮੇਰੇ ਵਰਗੇ ਮਨੁੱਖੀ ਜੂਨ ਗਵਾ ਕੇ ਤੁਰ ਜਾਂਦੇ ਆ। ਖਾਇਆ ਪੀਆ ਕੁਛ ਨਹੀਂ, ਗਿਲਾਸ ਫੋੜਾ ਬਸ। ਹੋਟਲ 'ਚ ਕੋਈ ਗਿਆ, ਖਾਧਾ ਪੀਤਾ ਕੁਛ ਨਹੀਂ, ਵਿਚਾਰੇ ਤੋਂ ਪਾਣੀ ਪੀਣ ਲੱਗਾ ਤੇ ਗਲਾਸ ਡੇਗ ਪਿਆ ਤੇ ਉਹਦੇ ਚਾਰਜਸ ਹੋ ਗਏ ਵਿਚਾਰੇ। ਆਪਾਂ ਨੇ ਕੀ ਕੀਤਾ, ਜਿਹੜਾ ਗਲਾਸ ਆਪਾਂ ਨੂੰ ਮਿਲਿਆ ਸੀ, ਸਰੀਰ ਮਿਲਿਆ ਸੀਗਾ, ਇਹ ਵੀ ਆਪਾਂ ਨੇ ਵੇਸਟ ਕੀ ਕਰ ਲਿਆ। ਖਾਧਾ ਪੀਤਾ ਕੁਛ ਵੀ ਨਹੀਂ, ਖੱਟੀ ਕੁਛ ਵੀ ਨਹੀਂ। ਇਖਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਤੀਵੈ। ਤਿੰਨ ਜਮਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ। ਜਿਨ੍ਹਾਂ ਦਾ ਪ੍ਰਯੋਜਨ ਹੈਗਾ, ਜਿਹੜੇ ਗੁਰਮੁਖ ਹੋ ਗਏ, ਜਿਹੜੇ ਗੁਰੂ ਦੇ ਰਾਹੀਂ ਜਿਹੜਾ ਜਿਨ੍ਹਾਂ ਨੂੰ ਪਤਾ ਲੱਗ ਗਿਆ ਭਾਈ ਆਹ ਤਾਂ ਬਹੁਤ ਕੀਮਤੀ ਜਨਮ ਮਿਲਿਆ, ਇਹਦੇ ਵਿੱਚ ਤੂੰ ਅੰਮ੍ਰਿਤ ਪਾ ਸਕਦਾ ਹੈ, ਤੂੰ ਅਮਰ ਹੋ ਸਕਦਾ ਹੈ, ਤੂੰ ਆਪਣੀ ਆਤਮਾ ਨੂੰ ਜਾਣ ਸਕਦਾ ਹੈ ਤੂੰ ਕੌਣ ਆ, ਤੂੰ ਪਰਮਾਤਮਾ ਦੇ ਨਾਲ ਮਰਜ ਹੋ ਸਕਦਾ ਹੈ, ਹਮੇਸ਼ਾ ਵਾਸਤੇ ਸੁਖੀ ਹੋ ਸਕਦਾ ਹੈ। ਤਿੰਨ ਜਮਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ। ਉਹ ਫਿਰ ਅੰਮ੍ਰਿਤ ਸੱਚ ਦੇ ਨਾਲ ਜੁੜ ਜਾਂਦੇ ਆ ਔਰ ਜਿਹੜੇ ਹੈਗੇ ਦਸਮ ਦੁਆਰ ਜਿਹੜਾ ਹੈਗਾ ਉਹਨਾਂ ਦੇ ਵਾਸਤੇ ਮਾਲਕ ਖੋਲ੍ਹ ਦਿੰਦਾ ਹੈ। ਪ੍ਰਾਣ ਸ਼ਕਤੀ ਉਹ ਜਿਹੜੀ ਹੈਗੀ, ਜਿਹੜੀ 9 ਸਰ ਸੁਭਰ 10ਵੇਂ ਪੂਰੇ ਤੈਂ ਆਨੰਦ ਸੁਨ ਬਜਾਵੇਂ ਤੂਰੇ, ਬਸ ਉਹ ਅੰਮ੍ਰਿਤ ਪੀ ਲੈਂਦੇ ਆ ਸੱਚ। ਤਿੰਨ ਜਮਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ। ਉਹ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁਟੀਵੇ। ਕਹਿੰਦੇ ਆਪ ਵੀ ਛੁੱਟ ਜਾਂਦੇ ਆ, ਉਹਨਾਂ ਦੇ ਪਰਿਵਾਰ 'ਚ ਜਿਹੜੇ ਵੀ ਉਹਨਾਂ ਦੇ ਪਿੱਛੇ ਲੱਗਦੇ ਆ, ਜਿਹੜੇ ਉਹਨਾਂ ਦੀ ਗੱਲ ਸਮਝਦੇ ਆ, ਸੁਣਦੇ ਆ, ਫਾਲੋ ਕਰਦੇ ਆ ਜਿਹੜੇ ਉਹਨਾਂ ਨੂੰ, ਉਹ ਵੀ ਛੁੱਟ ਜਾਂਦੇ ਆ। ਤੇ ਕਹਿੰਦੇ ਉਹਨਾਂ ਦੇ ਨਾਲ ਤਾਂ ਭਾਈ ਸਾਰਾ ਸੰਸਾਰ ਜਿਹੜਾ ਹੈਗਾ ਉਹਨਾਂ ਦੇ ਗਿਆਨ ਦੇ ਨਾਲ, ਆਹੀ ਗਿਆਨ ਤਾਂ ਇੱਕੋ ਹੀ ਹੈ, ਹੋਰ ਕੋਈ ਤਰੀਕਾ ਹੀ ਨਹੀਂ ਹੈ, ਹੋਰ ਕੋਈ ਵਿਧੀ ਨਹੀਂ ਹੈ ਭਾਈ। ਬਸ ਇਹ ਮਨ ਜਿਹੜਾ ਹੈਗਾ, ਇਹ ਪਤੰਦਰ ਜਿਹੜਾ ਹੈਗਾ, ਇਹਦੇ ਕੋਲ ਸੁਰਤ ਮਿਲੀ ਹੋਈ ਆ, ਵਿਚਾਰ ਹੈਗੇ ਔਰ ਪਟਲ ਜਿਹੜਾ ਚਿੱਤ ਦੇ ਉੱਤੇ ਵਿਚਾਰ ਆਉਂਦੇ ਆ, ਉਹਨਾਂ ਨੂੰ ਵਿਚਾਰਾਂ ਨੂੰ ਬੰਦ ਕਰ ਲੈ, ਮਾਇਆ ਦੇ ਜਾਲ 'ਚੋਂ ਆਪਣੇ ਆਪ ਨਿਕਲ ਜਾਏਗਾ। ਮਾਇਆ ਜਿਹੜੀ ਆ, ਵਿਚਾਰ ਹੀ ਤਾਂ ਮਾਇਆ ਹੈਗੀ ਆ, ਵਿਚਾਰ ਹੀ ਮੈਲ ਹੈਗੀ ਆ। ਉਹ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁੱਟੀ ਹੋਏ। ਸਾਰਾ ਸੰਸਾਰ ਜਿਹੜਾ ਉਹਨਾਂ ਦੀ ਗਾਈਡੈਂਸ ਤੋਂ, ਉਹਨਾਂ ਦੇ ਗਿਆਨ ਤੋਂ ਜਿਹੜਾ ਹੈਗਾ, ਜਿਸ ਤਰ੍ਹਾਂ ਆਪਾਂ ਹੁਣ ਜਿਹੜੇ ਹੈਗੇ ਆ ਦੇਖੋ ਚੌਥੀ ਪਾਤਸ਼ਾਹੀ ਦੀ ਪੌੜੀ ਹੈਗੀ, ਕਿੰਨੇ 500 ਸਾਲ ਹੋ ਗਏ ਉਹਨਾਂ ਨੂੰ, ਤੇ ਆਪਾਂ ਜੇ ਕੋ ਉਹਨਾਂ ਦਾ ਗਿਆਨ ਲੈ ਕੇ ਜਿਹੜਾ ਹੈਗਾ ਆਪਾਂ ਵੀ ਛੁੱਟ ਸਕਦੇ ਹਾਂ। ਹਾਲੇ ਵੀ ਚੱਲ ਰਿਹਾ ਉਹਨਾਂ ਆਹ ਸਿਲਸਿਲਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਵੇਖੋ ਪਹਿਲੀ ਤੁਕ 'ਚ ਉਹਨਾਂ ਨੇ ਲਿਖਿਆ ਹੈ ਤੁਧ ਆਪੇ ਧਰਤੀ ਸਾਜੀਏ। ਸਾਜਿਆ ਹੈ ਇਹਨੂੰ, ਡੈਕੋਰੇਸ਼ਨ ਕੀਤੀ ਹੈ, ਬਿਲਕੁਲ ਬਣਾਇਆ ਨਹੀਂ ਕਹਿੰਦੇ, ਸਾਜਿਆ ਹੈ। ਉਹਦੀ ਖੂਬਸੂਰਤੀ ਦੇ ਨਾਲ ਰਚਨਾ ਕੀਤੀ ਹੈ। ਪਹਿਲੀ ਮੂਰਤੀ ਨਹੀਂ ਬਣਾਈ, ਇੱਕ ਖੂਬਸੂਰਤ ਮੂਰਤੀ ਬਣਾਈ ਗਈ ਹੈ। ਬਿਲਕੁਲ
ਫਿਰ ਉਹ ਕਹਿੰਦੇ ਫਿਰ ਉਹਦੇ 'ਚ ਦੋ ਚੀਜ਼ਾਂ ਹੈਗੀਆਂ ਨੇ, ਇੱਕ ਸੂਰਜ ਆ, ਇੱਕ ਚੰਦਰਮਾ। ਇਹ ਦੋ એનર્ਜੀਆਂ ਨੇ, ਇੱਕ ਗਰਮ એનર્ਜੀ, ਇੱਕ ਠੰਡੀ એનર્ਜੀ। ਇਹ ਦੋਨੋਂ ਹੀ ਤੇ ਸਿਸਟਮ ਨੂੰ ਕੰਟਰੋਲ ਕਰ ਰਹੇ ਨੇ। ਲੋਕੀ ਕਹਿੰਦੇ ਜੀ ਉਹ ਜੀ ਬਿਗ ਬੈਂਗ ਹੋਇਆ, ਉਹ ਕੋਈ ਸੂਰਜ ਦੇ ਹਿੱਸੇ ਅਲੱਗ ਹੋ ਗਏ, ਕੋਈ ਚੰਦਰਮਾ ਬਣ ਗਿਆ, ਕੋਈ ਧਰਤੀ ਬਣ ਗਈ। ਬੰਦੇ ਦੀ ਸੋਚ ਕਿਤੇ ਕਿੰਨੀ ਕੁ ਹੁੰਦੀ ਹੈ, ਇਤੋਂ ਵੱਧ ਥੋੜੀ ਸੋਚ ਸਕਦਾ। ਤੇ ਫਿਰ ਉੱਥੇ ਜੀ ਉਹ ਹੌਲੀ ਹੌਲੀ ਕਰਕੇ ਜਿਹੜਾ ਚੰਦਰਮਾ ਦਾ ਟੁਕੜਾ ਸੀ ਉਹ ਠੰਡਾ ਹੋ ਗਿਆ, ਤੇ ਬਾਕੀ ਜਿਹੜੇ ਐਡੇ ਐਡੇ ਵੱਡੇ ਗ੍ਰਹਿ ਨੇ, ਮਰਕਰੀ ਆ, ਨੈਪਚੂਨ ਆ, ਉਹ ਕਿੱਥੋਂ ਟੁੱਟੇ? ਉੱਥੋਂ ਹੀ ਤੋੜਾ ਇਹ ਲੱਗਦਾ। ਫਿਰ ਇੱਥੇ ਧਰਤੀ ਤੇ ਪਾਣੀ ਕਿੱਥੋਂ ਆਇਆ? ਉਹ ਉਹਨਾਂ ਦੇ ਜਵਾਬ ਨਹੀਂ ਹੈਗੇ। ਫਿਰ ਆ ਜਿਹੜੀ ਬਿਜਲੀ ਕੋ ਕੜਕਦੀ ਹੈ, ਇਹ ਤਾਂ ਬੰਦ ਹੋ ਜਾਣੀ ਚਾਹੀਦੀ ਸੀ। ਇਹ ਫਿਰ ਸਮੁੰਦਰ ਦਾ ਪਾਣੀ ਫਿਰ ਤਾਂ ਕੋ ਚੜਦਾ ਹੈ, ਇਹ ਮੀਂਹ ਕੋ ਵਰਦਾ ਹੈ, ਇਹ ਆਪਣੇ ਆਪ ਹੀ ਹੁੰਦੇ ਆ। ਆਪਣੇ ਆਪ ਤੇ ਮੇਰੇ ਘਰ ਦੀ ਟੈਂਕੀ ਪਾਣੀ ਦੀ ਨਹੀਂ ਭਰਨ ਦੀ। ਹਾਂ, ਇੰਨੇ ਜੀਵ ਕਿੱਥੋਂ ਆ ਗਏ? ਚਲ ਜੀਵ ਤੇ ਬਾਂਦਰਾਂ ਚੋਂ ਹੀ ਆ ਗਏ। ਆਹ ਜਿਹੜੇ ਰੁੱਖਾਂ ਨੂੰ ਫਲ ਲੱਗਣ ਦੇ ਆ, ਇਹ ਕੌਣ ਲਾਉਂਦੇ ਆ ਇੰਨੇ ਰੰਗਦਾਰ? ਮਾੜੀ ਜੀ ਬੰਦੇ ਦੀ ਨਾੜੀ ਜੋੜਨੀ ਇੰਨੀ ਔਖੀ ਆ। ਜਿਹੜਾ ਕੀੜੀਆਂ ਦੇ ਅੰਦਰ ਮਸ਼ੀਨ ਫਿੱਟ ਕੀਤੀ ਹੈ, ਕਿਹਨੇ ਕੀਤੀ ਆ? ਤੁਸੀਂ ਕੀਤੀ ਆ। ਇਹ ਵੀ ਆਪਣੇ ਆਪ ਹੀ ਹੋ ਗਈ ਆ? ਨਹੀਂ, ਇਹਨੂੰ ਸਾਜਿਆ ਉਹਨੇ, ਸਾਜ ਕੇ ਬੈਠਾ ਆਰਾਮ ਦੇ ਨਾਲ, ਆਪਣੇ ਅੰਦਰ ਹੀ ਸਾਜਿਆ ਉਹਨੇ, ਬਾਹਰ ਨਹੀਂ। ਬਾਹਰ ਤਾਂ ਕੁਛ ਵੀ ਨਹੀਂ। ਪਰਮਾਤਮਾ ਤੋਂ ਬਾਹਰ ਕੁਛ ਨਹੀਂ ਜਗ੍ਹਾ। ਅਸੀਂ ਵੀ ਪਰਮਾਤਮਾ ਦੇ ਅੰਦਰ ਹੀ ਬੈਠੇ ਹਾਂ। ਫਿਰ ਕਹਿੰਦੇ ਆ 10 4 ਹੱਟ ਤੁਧ ਸਾਜਿਆ ਵਪਾਰ ਕਰੀਵੇ। ਚਾਰ ਦਾ ਮਤਲਬ ਕੀ ਹੈ ਜਜ਼ਾ? 10 ਤੇ 4 14 ਲੋਕ ਹੱਟੀਆਂ 14 ਬਣਾਤੀਆਂ, ਸਾਜ ਦਿੱਤੀਆਂ। ਇਹ ਵੀ ਵਪਾਰ ਕਰਨਾ ਹੈ। ਸਾਰੇ ਜੀਵ ਭੇਜਤੇ, ਸਾਰੇ ਲੱਗੇ ਹੋਏ। ਦੇਖੋ 24/7 ਲੱਗੇ ਆ ਵਪਾਰ ਦੇ ਵਿੱਚ। ਕੋਈ ਮਾਇਆ ਦੇ ਵਪਾਰ 'ਚ ਮੈਕਸੀਮਮ ਲੱਗੇ ਹੋਏ ਆ, ਤੇ ਨਾਮ ਦਾ ਵਪਾਰ ਕੋਈ ਘੱਟ ਹੀ ਕਰਦੇ। ਹਾਂਜੀ, ਹਾਂ, ਉਹ ਤੇ ਕਹਿੰਦੇ ਸੇਲੇ ਲੂਣੀ ਚਟਨੀ ਖਾਂਦਾ ਕੋਈ ਨਹੀਂ। not so much demand। ਡਿਮਾਂਡ 'ਚ ਹੁੰਦਾ ਨਾ, ਬਿਲਕੁਲ। ਕੋਈ ਮੋਬਾਈਲ ਆਉਂਦਾ ਤੇ ਉਹ ਤੇ ਬੁਕਿੰਗ ਕਰ ਦਿੰਦੇ ਨੇ, ਭਾਈ ਸਾਡੇ ਲਈ ਨਾ ਤੁਸੀਂ ਏਦਾਂ ਕਰੋ, ਐਡਵਾਂਸ ਲੈ ਲਓ ਤੇ ਸਾਨੂੰ ਨਾ ਇਹ ਫੋਨ ਬੁੱਕ ਕਰ ਦਿਓ। ਜਦੋਂ ਪਹਿਲੇ ਆਉਣਗੇ, ਡਿਸਪੈਚ ਹੋਣਗੇ, ਤੇ ਸਾਨੂੰ ਜਿਹੜੇ ਪਹਿਲੇ ਸੈੱਟ ਮਿਲਣੇ ਚਾਹੀਦੇ। ਉਹ ਕਹਿੰਦੇ ਕਿ ਇਹ ਜਿਹੜਾ ਇਹ ਸੌਦਾ ਵਾ, ਡਿਸਪੈਚ ਕਰਨ ਤੋਂ ਪਹਿਲਾਂ ਕੀ ਬਾਅਦ 'ਚ ਵੀ ਕੋਈ ਲੈਣ ਨੂੰ ਤਿਆਰ ਨਹੀਂ ਹੈ। ਬਾਣੀ ਕਹਿੰਦੀ ਆ, ਗੋਰਖੀ ਸਾਹਿਬ ਪਹਿਲੀ ਪਾਤਸ਼ਾਹੀ ਕਹਿੰਦੇ ਆ, ਕਹਿੰਦੇ ਨਾਮ ਵੱਖਰ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ। ਦੇਖਦੇ ਹੀ ਨਹੀਂ ਹੈ, ਮੂੰਹ ਹੀ ਫੇਰ ਲੈਂਦੇ ਆ। ਕਹਿੰਦੇ ਕੋਈ ਚੱਖਦਾ ਹੀ ਨਹੀਂ ਹੈ, ਖਾਂਦਾ ਹੀ ਨਹੀਂ ਹੈ, ਔਰ ਦੇਖਣ ਵਾਸਤੇ ਵੀ ਟਾਵਾਂ ਹੀ ਜਾਂਦਾ ਹੈ। ਹਾਂਜੀ ਵੀਰ ਜੀ, ਉਧਰ ਕੋਈ ਜਾਂਦਾ ਹੀ ਨਹੀਂ। ਕੋਈ ਚੱਲ ਜਾਂਦਾ ਹਜੂਰ ਸਾਹਿਬ, ਕੋਈ ਜਾਂਦਾ ਆਨੰਦਪੁਰ ਸਾਹਿਬ, ਕੋਈ ਕਹਿੰਦਾ ਮਾਲਾ ਫੜਾਓ। ਆ ਮਾਤਾ ਮੇਰੀ ਮਾਲਾ ਫੜ ਕੇ ਬੈਠੀ। ਮੈਂ ਕਿਹਾ ਮਾਤਾ ਕੀ ਫੇਰੀ ਜਾਣੀ? ਇੰਨੀ ਕਥਾ ਚੱਲਣ ਦੀ ਆ ਮਾਲਾ ਦੇ, ਤੇ ਮਾਲਾ ਨੂੰ ਤੇ ਫੇਰਨ ਦੀ ਲੋੜ ਹੀ ਨਹੀਂ। ਫੇਰ ਉਹਨੇ ਛੱਡੀ ਵਿਚਾਰੀ ਨੇ, ਕਿਉਂਕਿ ਕਾਫੀ ਟਾਈਮ ਤੋਂ ਫੇਰ ਰਹੀ ਆ, ਆਦਤ ਬਣ ਚੁੱਕੀ ਆ। ਪਰ ਨਹੀਂ, ਉਹ ਬਾਣੀ ਭਾਵੇਂ ਸਾਰੀ ਬਾਣੀ ਸੁਣਦੀ ਆ, ਉਹ ਬਾਣੀ ਵੀ ਪੜ੍ਹਦੀ ਮੇਰੇ ਸਾਹਮਣੇ। ਮੈਂ 4-5 ਬਾਣੀਆਂ ਪੜ੍ਹਦੀ ਵਿਚਾਰੀ। ਮੈਂ ਤੇ ਕਹਿੰਦਾ ਮਾਤਾ ਇਹ ਤੇ ਬਾਣੀ ਤੇ ਪੜ੍ਹੀ ਜਾ ਰਹੀ ਆ, ਤੇਰਾ ਕੰਮ ਹੈ ਭਗਤੀ ਕਰਨਾ, ਤੂੰ ਭਗਤੀ ਕਰ। ਪਰ ਨਹੀਂ, ਮਨ ਇੰਨਾ ਪਾਵਰਫੁਲ ਹੈ, ਨਹੀਂ ਵਿਚਾਰੀ ਦੀ ਸੁਣ ਦਿੰਦਾ। ਉੱਥੇ ਵਾਦੀ ਗੱਲ ਨਹੀਂ ਹੈ। ਲੋਕਾਂ ਨੇ ਡਰਾਇਆ ਉਹਨੂੰ, ਪੁੱਤ ਤੇ ਵਿਸ਼ਵਾਸ ਨਹੀਂ ਹੋਣਾ ਕਿ ਪੁੱਤ ਕੀ ਕਹਿ ਰਿਹਾ। ਉਹਨੂੰ ਤੇ ਬਾਬੇ ਪਸੰਦ ਹੋਣੇ ਜਿੰਨਾ ਲੰਮਾ ਹੜਾ ਦਾੜਾ ਰੱਖਿਆ, ਸਿਰ ਤੇ ਏਡਾ ਪਗੜ ਬੱਧਾ। ਉਹ ਕਹੂਗਾ ਬਈ ਏਦਾਂ ਕਰੋ, ਉਸ ਫਿਰ ਉਹਨਾਂ ਦੀ ਗੱਲ ਤੇ ਵਿਸ਼ਵਾਸ ਆ ਜਾਂਦਾ ਵਾ। ਪਰ ਮੈਂ ਤੇ ਬਾਣੀ ਕਹਿੰਦੇ, ਜੋ ਮੈਂ ਆਪਣੇ ਵੱਲੋਂ ਤਾਂ ਕੁਛ ਵੀ ਨਹੀਂ ਬੋਲਦਾ ਕਿ ਬਾਣੀ 'ਚ ਤੇ ਆਹ ਲਿਖਿਆ ਬਈ, ਪਰ ਨਹੀਂ, ਵਸ ਦੀ ਗੱਲ ਨਹੀਂ ਹੈ। ਪ੍ਰਭਾਵ ਬਹੁਤ ਲੋਕਾਂ ਦਾ। ਤੇ ਤੁਸੀਂ ਕਿੱਥੇ ਬੈਠੇ ਜੋ? ਤੁਸੀਂ ਬਹੁਤ ਦੂਰ ਜੋ। ਮੇਰੇ ਘਰ ਤੇ ਨਸਰਿਆ ਦਾ ਚੀਤ ਹੈ। ਦੇਖੋ ਇਹ ਜਿਹੜਾ ਗੁਰਮੁਖ ਕੌਣ ਹੈ? ਗੁਰਮੁਖ ਉਹ ਜਿਨ੍ਹਾਂ ਦੇ ਕੋਲ ਬਹਿ ਕੇ ਸਾਡੇ ਅੰਦਰ ਉਛਾਲ ਪੈਦਾ ਹੋਵੇ, ਪਰਮਾਤਮਾ ਵੱਲ ਨੂੰ ਸੁਰ ਸਾਡੇ ਅੰਦਰ। ਬਿਲਕੁਲ, ਸਾਡੇ ਅੰਦਰ ਹਾਂਜੀ ਸਾਨੂੰ ਪਤਾ ਲੱਗੇ ਕਿ ਸਾਡੇ ਅੰਦਰ ਕੋਈ ਕੈਪੈਸਿਟੀ ਹੈਗੀ ਹੈ। ਅਸੀਂ ਕੁਛ ਕਰ ਸਕੀਏ। ਜਿੱਦਾਂ ਇੱਕ ਬੰਦਾ ਬੈਠਾ ਹੋਇਆ ਮੇਰੇ ਵਰਗਾ, ਉੱਥੇ ਸਾਰਾ ਦਿਨ ਮਜ਼ਦੂਰੀ ਕਰੇ, ਸ਼ਾਮ ਨੂੰ ਪੈਸੇ 150 ਕਮਾ ਕੇ ਘਰ ਲੈ ਆਵੇ। ਤੇ ਕੋਈ ਬੰਦਾ ਸਿਆਣਾ ਹੋਵੇ, ਉਹ ਕਵੇ ਚਰਨਜੀਤ ਯਾਰ ਤੂੰ ਯਾਰ ਕਿ 200-300 ਬੈਠਾ, ਆ ਫਲਾਨਾ ਕੰਮ ਸਿੱਖ ਤੇ ਤੇਰੀ ਤਨਖਾਹ 1000 ਰੁਪਈਆ ਹੋ ਜਾਣੀ ਆ।
ਬਾਣੀ ਸਾਨੂੰ ਵੀ ਇਹੋ ਕਹਿ ਰਹੀ ਆ ਕਿ ਤੁਸੀਂ ਇਹ ਕੀ ਛੋਟੀਆਂ ਮੋਟੀਆਂ ਡੱਡੀਆਂ ਮੱਛੀਆਂ ਫੜ ਰਹੇ ਜੋ, ਆਓ ਤੁਹਾਨੂੰ ਪ੍ਰਮਾਤਮਾ ਮਿਲਾ ਦਈਏ। ਉਹ ਮਾਲਕ ਮਿਲਾਈਏ ਜਿਹੜਾ ਇਹ ਜਿਹਦੇ ਅੰਦਰ ਹੈ ਸਾਰਾ ਕੁਝ, ਤੁਹਾਨੂੰ ਬ੍ਰਹਮ ਗਿਆਨ ਕਰਾ ਦਈਏ। ਪਰ ਬੰਦਾ ਸੋਚਦਾ ਨਹੀਂ ਨਹੀਂ ਜੀ ਨਹੀਂ, ਉਹ ਸਾਡੇ ਚ ਨਹੀਂ, ਉਹ ਤੇ ਬ੍ਰਹਮ ਗਿਆਨੀ ਹੁੰਦੇ ਨੇ, ਉਹ ਮਿਲਦੇ ਨੇ, ਉਹ ਸਾਡੇ ਨਹੀਂ ਬੱਲੇ ਕੁਛ ਹੈਗਾ। ਪਰ ਬਾਣੀ ਕਹਿੰਦੀ ਨਹੀਂ, ਤੇਰੇ ਚ ਤੇ ਬ੍ਰਹਮ ਗਿਆਨੀ ਚ ਕੋਈ ਫਰਕ ਨਹੀਂ ਹੈ। ਫਰਕ ਇੰਨਾ ਵਾ ਕਿ ਇੱਕ ਬੰਦੇ ਨੇ ਉਹ ਸੋਨੇ ਦਾ ਖਜ਼ਾਨਾ ਪੁੱਟ ਲਿਆ, ਪਰ ਇੱਕ ਜਿਹੜਾ ਉਹਦੇ ਘਰ ਦੇ ਵਿੱਚ ਸੋਨੇ ਦਾ ਖਜ਼ਾਨਾ ਹੈਗਾ, ਪਰ ਉਹਨੂੰ ਯਕੀਨ ਹੀ ਨਹੀਂ ਹੈਗਾ ਕਿ ਮੇਰੇ ਘਰੇ ਖਜ਼ਾਨਾ ਹੈ, ਜਿਵੇਂ ਉਹ ਪੁੱਟਦਾ ਹੀ ਨਹੀਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਉਹ ਦੂਜੇ ਬਾਬੇ ਨੂੰ ਜਾਊਗਾ, ਉਹਦਾ ਮੱਥਾ ਟੇਕ, ਉਹਦੇ ਗੋਡੇ ਬਣਾ ਪਿਆ, ਉਹਦੇ ਪੈਰ ਧੋ ਲਿਆ, ਪਰ ਇਹਦੇ ਨਾਲ ਕੀ ਹੋਊਗਾ? ਖਜ਼ਾਨਾ ਤੇ ਤੇਰੇ ਘਰ ਬੈਠਾ ਹੈ, ਉਹਨੂੰ ਪੁੱਟੇਗਾ ਤੇ ਤੈਨੂੰ ਪ੍ਰਾਪਤ ਹੋਣਾ। ਉਹ ਬਾਬਾ ਵੀ ਕਹਿ ਦਿੰਦਾ ਨਹੀਂ ਨਹੀਂ, ਇਹ ਪ੍ਰਮਾਤਮਾ ਦੇ ਘਰ ਜਾਣ ਦਾ ਰਸਤਾ ਜਿਹੜਾ ਮੇਰੇ ਥਰੂ ਆ, ਤੂੰ ਡਾਇਰੈਕਟ ਨਹੀਂ ਜਾ ਸਕਦਾ, ਕਿਉਂਕਿ ਬਾਣੀ 'ਚ ਤੁਕਾਂ ਲਿਖੀਆਂ ਹੋਈਆਂ ਨਾ ਕਿ ਸਾਡੇ ਥਰੂ ਹੋ ਕੇ ਜਾਵੇਗਾ ਤਾਂ ਹੀ ਤੂੰ ਪ੍ਰਮਾਤਮਾ ਕੋਲ ਪਹੁੰਚੇਗਾ। ਇਹਦਾ ਮਤਲਬ ਪ੍ਰਮਾਤਮਾ ਕੋਈ ਬੰਦਾ ਹੀ ਹੋਇਆ, ਫਿਰ ਰੱਬ ਥੋੜੀ ਹੋਇਆ ਕੋਈ, ਸਰਵ ਵਿਆਪਕ ਕੋਈ ਸ਼ਕਤੀ ਥੋੜੀ ਹੋਈ ਫਿਰ ਜਿਹੜਾ ਉਹ ਮਿਲਾਉਣਾ ਚਾਹੁੰਦੇ ਨੇ ਸਾਨੂੰ। ਠੀਕ ਹੈ ਜੀ। ਤੇ ਅਗਲੇ ਬੰਨੇ ਤੁਕ ਬੋਲੋ ਨਿਜੇ ਸਾਹਿਬ, ਤਿੰਨ ਜਮਕਾਲ ਨਾ ਵਿਆਪੇ, ਕਹਿੰਦੇ ਉਹਨਾਂ ਦੇ ਜਮ ਦੇ ਕੋਲ ਨਹੀਂ ਜਾਣਾ ਪੈਂਦਾ ਭਾਈ, ਜਮਕਾਲ ਨਹੀਂ ਵਿਆਪਦਾ ਉਹਨਾਂ ਨੂੰ, ਆਤਮਿਕ ਮੌਤ ਨਹੀਂ ਹੁੰਦੀ ਉਹਨਾਂ ਦੀ, ਉਹ ਜਨਮ ਮਰਨ ਦੇ ਗੇੜ 'ਚ ਨਹੀਂ ਆਉਂਦੇ। ਕਿਹੜੇ? ਜਿਨ ਸੱਚ ਅੰਮ੍ਰਿਤ ਪੀਵੇ, ਜਿਨ੍ਹਾਂ ਨੂੰ ਅੰਮ੍ਰਿਤ ਪੀਣ ਨੂੰ ਮਿਲ ਜਾਂਦਾ ਭਾਈ। ਸੱਚ ਜਿਹੜੇ ਆ ਪੁੱਟ ਲੈਂਦੇ ਆ ਉਹਨੂੰ, ਆਪਣੀ ਮਿਹਨਤ ਕਰਦੇ ਆ, ਧਿਆਨ ਸਿਮਰਨ ਕਰਕੇ ਰੋਜ਼ ਧਨ ਨਾਮ ਧਨ ਇਕੱਠਾ ਕਰਦੇ ਆ, ਫਿਰ ਇੱਕ ਦਿਨ ਹੁੰਦਾ ਹੈ ਜਦ ਉਹ ਖੁੱਲ ਜਾਂਦਾ ਦਸਮ ਦੁਆਰ, ਔਰ ਉਹਨਾਂ ਨੂੰ ਅੰਮ੍ਰਿਤ ਪੀਣ ਨੂੰ ਮਿਲ ਜਾਂਦਾ ਹੈ ਭਾਈ। ਜਿਹਦੇ ਵਾਸਤੇ ਭਗਤੀ ਕਰ ਰਹੇ ਸੀ ਉਹ ਪਲ ਆ ਜਾਂਦਾ ਹੈ। ਉਹ ਆਪ ਛੁੱਟੇ ਪਰਿਵਾਰ ਸਿਓ, ਤਿੰਨ ਪਿੱਛੇ ਸਭ ਜਗਤ ਛੁੱਟੇ ਵੇ। ਉਹ ਆਪ ਜਿਹੜੇ ਹੈਗੇ ਪਰਿਵਾਰ ਦੇ ਨਾਲ ਜਿਹੜੇ ਹੈਗੇ, ਜਿਹੜੀ ਉਹਨਾਂ ਦੀ ਸੰਗਤ ਕਰਦੇ ਆ, ਜਿਹੜੇ ਉਹਨਾਂ ਦੀ ਗੱਲ ਮੰਨਦੇ ਆ ਜਿਹੜੇ, ਤੇ ਉਹ ਵੀ ਛੁੱਟ ਜਾਂਦੇ ਆ, ਤੇ ਬਾਕੀ ਸਾਰਾ ਸੰਸਾਰ ਜਿਹੜਾ ਹੈਗਾ ਉਹਨਾਂ ਦੇ ਪਿੱਛੇ ਜਿਹੜਾ ਹੈਗਾ ਉਹ ਲਾਭ ਲਈ ਜਾਂਦਾ ਹੈ। ਸੰਸਾਰ ਜਿਹੜਾ ਸਿੱਧ ਲੈਂਦਾ ਹੈ ਰਹਿੰਦੀ ਦੁਨੀਆ ਤੱਕ। ਹਾਂਜੀ ਵੀਰ ਜੀ। ਹਾਂਜੀ ਬਸ ਠੀਕ ਹੈ। ਸਾਧ ਸੰਗਤ ਜੀ ਫਿਰ ਕਹਿੰਦੇ ਪਹਿਲਾਂ ਆਪ ਛੁੱਟਦੇ, ਉਹ ਆਪ ਛੁੱਟਦੇ ਕਿੱਦਾਂ ਵਾ? ਉਹ ਬਸ ਭਗਤੀ ਕਰਦੇ ਆ, ਭਗਤੀ ਕਰਕੇ ਜਦੋਂ ਖੁਦ ਫਿਰ ਦੂਜਿਆਂ ਨੂੰ ਸੁਣਾ ਦਿੰਦੇ। ਹੁਣ ਬਾਣੀ ਸਾਨੂੰ ਦੱਸ ਹੀ ਰਹੀ ਆ, ਪਹਿਲਾਂ ਆਪ ਛੁੱਟ ਗਏ, ਉਹ ਤੇ ਆਪਣਾ ਸਫ਼ਰ ਪੂਰਾ ਕਰਕੇ ਚਲੇ ਗਏ ਨੇ। ਉਹ ਲਿਖ ਗਏ ਨੇ ਬਈ ਤੁਸੀਂ ਛੁੱਟ ਜੇ ਆਇਓ, ਪਰ ਸਾਡੇ ਵਰਗੇ ਪੜ੍ਹ ਕੇ ਵੀ ਉੱਥੋਂ ਹਿਲਦੇ ਨਹੀਂ। ਕਹਿੰਦੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ, ਪਨਾਲਾ ਉੱਥੇ ਦਾ ਉੱਥੇ, ਸਗੋਂ 2-4 ਇੰਚ ਅਸੀਂ ਹੋਰ ਧੱਕ ਕੇ ਗਾਂਹ ਕਰ ਦਿੰਦੇ ਹਾਂ। ਬਿਲਕੁਲ, ਇਹ ਤਾਂ ਉਹਨਾਂ ਦੇ ਇੰਸਟਰਕਸ਼ਨ ਹੈ ਗੋਰਖੀ ਸਾਹਿਬ। ਉਹਨਾਂ ਨੇ ਜੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪ੍ਰਾਪਤੀ ਕੀਤੀ ਅੰਮ੍ਰਿਤ ਦੀ, ਉਹਨਾਂ ਆਪਾਂ ਨੂੰ ਜਿਹੜੇ ਹੈਗੇ ਮੀਲ ਪੱਤਰ ਆਹ ਦੇ ਗਏ, ਆਹ ਜਿਹੜਾ ਹੈਗਾ ਆਪਾਂ ਨੂੰ GPS ਦੇ ਗਏ ਭਾਈ, ਵੀ ਆਹ ਦੀਵਾ ਹੈ, ਇਹਦੇ ਨਾਲ ਜਿਹੜਾ ਹੈਗਾ ਤੁਸੀਂ ਵੀ ਰਸਤਾ ਲੱਭ ਲਿਓ ਭਾਈ, ਤੁਸੀਂ ਵੀ ਮਿਹਨਤ ਕਰ ਲਿਓ। ਪਰ ਆਪਾਂ ਤਾਂ ਕਹਿੰਦੇ ਆ ਬਸ ਦੀਵਾ ਜਗਾਉਣਾ ਹੈ ਤੇ ਬੁਝਾ ਦੇਣਾ, ਜਗਾਉਣਾ ਤੇ ਬੁਝਾ ਦੇਣਾ, ਇੱਥੇ ਹੀ ਬੈਠੇ ਰਹਿਣਾ। ਆਹ ਕਰਨਾ ਕੁਛ ਵੀ ਨਹੀਂ। ਬਿਲਕੁਲ, ਕਿਉਂਕਿ ਉੱਥੇ ਕਰਨ 'ਚ ਮਿਹਨਤ ਪੈਣੀ ਹੈ, ਇਸ ਕਰਕੇ ਬੰਦਾ ਉੱਥੇ ਤੇ ਕੰਨ ਵੀ ਨਹੀਂ ਕਰਦਾ। ਸੱਚ ਦੀ ਗੱਲ ਕਰਦੇ ਆ, ਉਹ ਕਹਿੰਦੇ ਸੱਚ ਨੂੰ ਅੱਗੇ ਰੱਖੋ, ਉਹ ਫਿਰ ਸੱਚ ਨੂੰ ਉਹ ਕੁਝ ਹੋਰ ਹੀ ਤਰ੍ਹਾਂ ਦਾ ਸੱਚ ਬਣਾ ਕੇ ਬਹਿ ਜਾਂਦੇ ਨੇ। ਕਲਪਨਿਕ ਸੱਚ, ਉਹ ਕਹਿੰਦੇ ਸੱਚਾ ਜੀਵਨ, ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਉਹ ਕਹਿੰਦੇ ਆਚਾਰ ਸਹੀ ਕਰਨੇ ਆ, ਗੱਲਾਂ ਦੀਆਂ ਟੁਕੜਾ ਨਹੀਂ ਬਣਾਉਣੇ, ਮਤਲਬ ਤੈਨੂੰ ਪ੍ਰੈਕਟੀਕਲ ਕਰਨਾ ਪੈਣਾ। ਬਿਲਕੁਲ। ਸੋ ਇੱਥੇ ਦੇਖੋ ਕਹਿੰਦੇ ਜਮਕਾਲ ਦੇਖੋ, ਕਾਲ ਉਹਨੂੰ ਹੀ ਆਪਣੇ ਅਧੀਨ ਲਿਆ ਸਕਦਾ ਹੈ ਜਿਹੜਾ ਕਾਲ ਦੇ ਵਿੱਚ ਰਹਿੰਦਾ, ਤੇ ਜਿਹੜਾ ਅਕਾਲ 'ਚ ਚੱਲ ਜਾਂਦਾ ਭਗਤੀ ਕਰਕੇ, ਉਹਦੇ ਉੱਤੇ ਚਮਕਾਲ ਦਾ ਕੋਈ ਅਸਰ ਨਹੀਂ ਹੁੰਦਾ। ਨਾ ਹੀ ਤੁਹਾਨੂੰ ਕਾਲ ਦਾ ਭਾਵ ਸਤਾ ਸਕਦਾ ਹੈ। ਤੁਸੀਂ ਥੋੜੇ ਸਮੇਂ ਭਗਤੀ ਕੀਤੀ, ਤੁਹਾਨੂੰ ਮੌਤ ਦਾ ਡਰ ਨਹੀਂ ਰਹੇਗਾ, ਆਟੋਮੈਟਿਕਲੀ ਤੁਸੀਂ ਨਿਰਭਉ ਹੋ ਜਾਓਗੇ। ਕਿਉਂ ਹੋ ਜਾਓਗੇ? ਕਿਉਂਕਿ ਜਿੱਥੇ ਜਾਣਾ ਤੁਸੀਂ ਉੱਥੇ ਪਹੁੰਚ ਚੁੱਕੇ ਜੋ, ਉਸ ਤੋਂ ਅੱਗੇ ਸਫ਼ਰ ਨਹੀਂ ਕੀਤਾ ਜਾ ਸਕਦਾ। ਆਤਮਾ ਇਸ ਸੰਸਾਰ ਦਾ ਦਿਖਾਈ ਦੇਣ ਵਾਲੇ ਦਾ, ਨਾ ਦਿਖਾਈ ਦੇਣ ਵਾਲੇ ਦਾ ਆਖਰੀ ਤੱਤ ਆ ਤੇ ਪਹਿਲਾ ਤੱਤ ਆ। ਜਦੋਂ ਤੁਹਾਡੀ ਸੁਰਤੀ ਉੱਥੇ ਪਹੁੰਚ ਗਈ, ਤੁਹਾਨੂੰ ਭਉ ਨਹੀਂ ਲੱਗੇਗਾ, ਤੁਹਾਨੂੰ ਕਿਸੇ ਕਾਲ ਦਾ ਡਰ ਨਹੀਂ ਲੱਗੇਗਾ, ਤੁਸੀਂ ਜਿਉਂਦੇ ਜੀ ਅਕਾਲ 'ਚ ਪਹੁੰਚ ਚੁੱਕੇ ਜੋ। ਹੁਣ ਜਿਹੜੀ ਆ ਤੁਹਾਡੇ ਸਰੀਰ ਦੀ ਜਿਹੜੀ ਮਨਿਆਦ ਜਿੰਨੀ ਹੈਗੀ ਆ, ਤੁਸੀਂ ਉਨੀ ਭੋਗੋਗੇ। ਜਦੋਂ ਸਰੀਰ ਖਤਮ ਹੋ ਗਿਆ, ਤੁਸੀਂ ਬ੍ਰਹਮਲੀਨ ਹੋ ਜਾਓਗੇ। ਔਰ ਇਸ ਗੱਲ ਦੀ ਨਿਸ਼ਾਨੀ ਹੈ ਕਿ ਤੁਸੀਂ ਅਵੇ ਪਦ ਨੂੰ ਪ੍ਰਾਪਤੀ ਕਰ ਲਈ ਹੈ। ਹੁਣ ਤੁਹਾਨੂੰ ਮੌਤ ਦਾ ਡਰ ਨਹੀਂ ਰਹੇਗਾ। ਮੌਤ ਦਾ ਮਤਲਬ ਇਹੋ ਹੀ ਆ, ਬੂੰਦ ਸਾਗਰ 'ਚ ਗਈ ਆ, ਬੂੰਦ ਮਿਟ ਕੇ ਸਾਗਰ ਹੋ ਗਈ।
ਇੰਨਾ ਫਰਕ ਬਸ। ਔਰ ਉਸ ਸ਼ਕਤੀ ਨੂੰ ਤੁਸੀਂ ਪਹਿਲਾਂ ਜਿਉਂਦੇ ਜੀ ਅਨੁਭਵ ਕਰੋਗੇ, ਬੜੀ ਜ਼ਬਰਦਸਤ ਲੈਵਲ ਤੇ। ਕੋਈ ਕਾਲਪਨਿਕ ਗੱਲਾਂ ਨਹੀਂ, ਐਵੇਂ ਨਹੀਂ ਸੁਣੀਆਂ ਸੁਣਾਈਆਂ ਗੱਲਾਂ। ਜੋ ਕੁਝ ਬਾਣੀ 'ਚ ਲਿਖਿਆ, ਬ੍ਰਹਮਨਾਦ, ਨਿਰਵਿਚਾਰ ਸਮਾਧੀ, ਅਜੱਪਾ ਜਾਪ, ਆਬੇ ਪਦ, ਸੱਚ ਤੇ ਚੱਲਣਾ, ਸੱਚ ਬੋਲਣਾ, ਸੱਚ ਖਾਣਾ, ਸੱਚ ਪੀਣਾ, ਸੱਚ ਦੇ ਵਿੱਚ ਰਹਿਣਾ, ਭਲਾ ਕਰਨਾ, ਜੀਵਨ ਕੇਵਲ ਪ੍ਰਮਾਤਮਾ ਨੂੰ ਅੱਗੇ ਰੱਖ ਕੇ ਬਤੀਤ ਕਰਨਾ, ਜੋ ਵੀ ਗੱਲਾਂ ਲਿਖੀਆਂ ਨੇ, ਇੱਕ ਇੱਕ ਗੱਲ ਤੁਹਾਡੇ ਜੀਵਨ 'ਚ ਵਾਪਰੂਗੀ। ਜੇ ਨਹੀਂ ਵਾਪਰੀ ਤਾਂ ਮੈਨੂੰ ਫੋਨ ਕਰਕੇ ਕਹਿ ਦੀ, ਚਰਨਜੀਤ ਤੂੰ ਝੂਠ ਬੋਲਿਆ, ਸਾਡੀ ਜੀਵਨ 'ਚ ਸੱਚ ਨਹੀਂ ਆਇਆ, ਅਸੀਂ ਹੁਣ ਸੱਚ ਨਹੀਂ ਬੋਲਦੇ, ਅਸੀਂ ਆ ਚੀਜ਼ਾਂ ਸਾਡੇ ਜੀਵਨ 'ਚ ਨਹੀਂ ਹੋ ਰਹੀਆਂ। ਇਟ ਇਜ਼ ਨਾਟ ਪੋਸੀਬਲ। ਤੁਸੀਂ ਕੇਵਲ ਭਗਤੀ ਕਰੋ, ਜੋ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ, ਇੱਕ ਇੱਕ ਗੱਲ ਤੁਹਾਡੇ ਜੀਵਨ 'ਚ ਵਾਪਰੂਗੀ। ਤੁਸੀਂ ਭੈ ਤੋਂ ਮੁਕਤ ਹੋ ਜਾਓਗੇ, ਤੁਸੀਂ ਜੈਲਸੀ, ਈਰਖਾ, ਦਵੈਸ਼ ਤੋਂ ਮੁਕਤ ਹੋ ਜਾਓਗੇ, ਤੁਸੀਂ ਮੋਹ ਤੋਂ ਮੁਕਤ ਹੋ ਜਾਓਗੇ। A to Z ਜੋ ਬਾਣੀ 'ਚ ਲਿਖਿਆ ਹੈ ਉਹ ਸਭ ਕੁਝ ਤੁਹਾਡੀ ਝੋਲੀ 'ਚ ਪਾਏਗਾ। ਨਿੱਜਰ ਸਾਹਿਬ ਇਹ ਸੱਚ ਜੇ? ਬਿਲਕੁਲ ਸੱਚ ਹੈ ਗੋਰਖੀ ਸਾਹਿਬ, ਬਿਲਕੁਲ ਸੱਚ ਹੈ। ਬਾਣੀ ਇਸ ਗੱਲ ਦੀ ਤਸਦੀਕ ਕਰਦੀ ਹੈ, ਬਿਲਕੁਲ ਸਹੀ ਹੈ। ਔਰ ਇਹ ਗੱਲ ਗਰੰਟੀ, ਜੋ ਤੁਸੀਂ ਸੰਸਾਰ ਤੋਂ ਜਾਣ ਤੋਂ ਪਹਿਲਾਂ ਇਹ ਸਭ ਕੁਝ ਅਨੁਭਵ ਕਰਕੇ ਜਾਓਗੇ। ਜਿਸ ਪ੍ਰਮਾਤਮਾ ਨੂੰ ਦੁਨੀਆ ਲੱਭਦੀ ਫਿਰਦੀ ਹੈ, ਤੁਸੀਂ ਅੱਖਾਂ ਬੰਦ ਕੀਤੀਆਂ ਜਾਂ ਖੋਲੀਆਂ, ਹਰ ਵੇਲੇ ਤੁਸੀਂ ਉਹਦੇ ਅੰਦਰ ਰਹੋਗੇ। ਅੱਠੇ ਪੈਰ ਸਮਾਧੀ, ਕੋਈ ਸਮਾਧੀ ਲਾਉਣ ਦੀ ਲੋੜ ਨਹੀਂ, ਤੁਹਾਡਾ ਜੀਵਨ ਸਮਾਧੀ ਹੋ ਜਾਊਗੀ। ਤੁਸੀਂ ਜੋ ਕੰਮ ਕਰੋਗੇ ਤੁਸੀਂ ਉੱਥੇ ਹੋਵੋਗੇ, ਨਾ ਅੱਗੇ ਨਾ ਪਿੱਛੇ। ਰੋਟੀਆਂ ਬਣਾਈਆਂ ਤੇ ਤੁਹਾਡਾ ਧਿਆਨ ਕੇਵਲ ਰੋਟੀਆਂ 'ਚ, ਤੁਸੀਂ ਪਾਣੀ ਪੀ ਰਹੇ, ਤੁਹਾਡਾ ਧਿਆਨ ਪਾਣੀ ਦੇ ਵਿੱਚ, ਤੁਸੀਂ ਨਹਾ ਰਹੇ ਜੋ, ਇਸ਼ਨਾਨ ਕਰ ਰਹੇ ਜੋ, ਤੁਹਾਡਾ ਧਿਆਨ ਕੇਵਲ ਇਸ਼ਨਾਨ ਦੇ ਵਿੱਚ, ਤੁਸੀਂ ਕੁਛ ਵੀ ਕਰ ਰਹੇ ਜੋ, ਤੁਹਾਡੀ ਸੁਰਤੀ ਉਸ ਵਕਤ ਉਸੇ ਤੱਤ ਦੇ ਵਿੱਚ ਹੋਵੇਗੀ। ਤੁਹਾਡੀ ਸੁਰਤੀ ਨੂੰ ਉੱਥੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਇਟ ਇਜ਼ ਨਾਟ ਪੋਸੀਬਲ, ਬਹੁਤ ਮੁਸ਼ਕਲ ਹੈ। ਬਾਈ ਚਾਂਸ ਇੱਕ ਦੋ ਵਾਰੀ ਬਾਹਰ ਵੀ ਆ ਗਈ ਨਾ, ਉਹ ਆਤਮਾ ਨੇ ਫਿਰ ਖਿੱਚ ਲੈਣੀ ਆ। ਬਹੁਤ ਪਾਵਰਫੁਲ ਹੈ। ਜਿੱਦਾਂ ਧਰਤੀ ਦੀ ਗ੍ਰੈਵਿਟੇਸ਼ਨ ਦੇ ਵਿੱਚ ਕੋਈ ਚੀਜ਼ ਜਦੋਂ ਆ ਜਾਂਦੀ ਹੈ ਨਾ, ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਨੂੰ ਧਰਤੀ ਦੀ ਫੋਰਸ ਤੋਂ ਵੱਧ ਜ਼ੋਰ ਲਗਾ ਕੇ ਹੀ ਉਸਦੇ ਗੁਰਤਾਕਰਸ਼ਣ ਚੋਂ ਬਾਹਰ ਜਾਣਾ ਪਊਗਾ, ਅਦਰਵਾਈਜ਼ ਧਰਤੀ ਨੇ ਖਿੱਚ ਲੈਣਾ ਹੈ ਤੁਹਾਨੂੰ। ਇਸੇ ਹੀ ਤਰ੍ਹਾਂ ਤੁਹਾਡੀ ਸੁਰਤੀ ਹੈ। ਤੁਸੀਂ ਬੇਸ਼ੱਕ ਵਿਚਾਰਾਂ ਵਿਚੁਰਨਾ, ਇੱਧਰ ਉੱਧਰ ਉੱਡਣ ਦੀ ਕੋਸ਼ਿਸ਼ ਕੀਤੀ, ਪਰ ਆਤਮਾ ਨੇ ਫਿਰ ਖਿੱਚ ਲਿਆ ਕਰਨਾ ਤੁਹਾਡੀ ਸੁਰਤੀ ਨੂੰ। ਨਿੱਜਰ ਸਾਹਿਬ ਠੀਕ ਹੈ ਜੀ? ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਕਮਾਲ ਹੈ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਹਾਂਜੀ ਹਾਂਜੀ, ਅੱਗੇ ਚੱਲੀਏ। ਸ਼ਲੋਕ ਮਹਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ। ਦੇਖੋ ਬਾਣੀ ਕੀ ਕਹਿ ਰਹੀ ਹੈ। ਆਹ ਕੁਦਰਤ ਜਿਹੜੀ ਹੈ, ਸੰਸਾਰ ਬਣਾਇਆ, ਤੂੰ ਸੰਸਾਰ ਦੇ ਨਾਲ ਹੀ ਲੱਗਿਆ ਹੋਇਆ, ਇਹਦੇ ਵਿੱਚ ਮਾਲਕ ਪਰਮਾਤਮਾ ਵਸ ਰਿਹਾ ਹੈ ਪਿਆਰਿਆ। ਨਹੀਂ ਦਿਸਦਾ, ਉਹ ਗੁਪਤ ਹੈਗਾ। ਸੰਸਾਰ ਪ੍ਰਗਟ ਹੈਗਾ, ਉਹਦੀ ਸ਼ਕਤੀ ਦੇ ਨਾਲ ਉਹਨੇ ਬਣਾਇਆ ਤੇ ਉਹਦੇ ਵਿੱਚ ਹੈਗਾ ਮਾਲਕ ਪਰਮਾਤਮਾ। ਪਿੱਛੇ ਮਾਲਕ ਪਰਮਾਤਮਾ ਹੈਗਾ ਭਾਈ। ਇਹ ਪੁਤਲੀਆਂ ਐਵੇਂ ਨਹੀਂ ਚੱਲ ਰਹੀਆਂ, ਇਹਨਾਂ ਦੇ ਪਿੱਛੇ ਮਾਲਕ ਪਰਮਾਤਮਾ ਹੈਗਾ, ਆਤਮਾ ਹੈਗੀ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕਹਿੰਦੇ ਬੰਦਾ ਤਾਂ ਉਹ ਹੈਗਾ, ਇਨਸਾਨ ਤਾਂ ਉਹ ਹੈਗਾ ਜਿਹੜਾ ਬਈ ਆ ਮੈਨੂੰ ਮਨੁੱਖ ਸਰੀਰ ਕਿਉਂ ਮਿਲੀ ਆ, ਆਹ ਸਮਾਂ ਜਿਹੜੀ ਮੇਰੀ ਉਮਰ ਕਾਹਦੇ ਵਾਸਤੇ ਹੈ, ਕੀ ਕਰਨਾ ਹੈ ਮੈਂ, ਇਹਨੂੰ ਵਿਚਾਰਦਾ ਹੈ। ਉਹ ਬੰਦਾ ਹੈ। ਬਾਕੀ ਤਾਂ ਕਹਿੰਦੇ, ਬਾਕੀ ਤਾਂ ਸਾਰੇ ਜਾਨਵਰ ਜਿਸ ਤਰ੍ਹਾਂ ਘੁੰਮ ਰਹੇ, ਉਹਨਾਂ ਨੂੰ ਵਿਚਾਰਿਆਂ ਨੇ ਕੀ ਵਿਚਾਰਨਾ ਉਹਨਾਂ ਨੇ। ਕਹਿੰਦੇ ਬੰਦੇ ਦੀ ਜੂਨ ਦੇ ਵਿੱਚ ਵੀ ਆ ਕੇ ਆਪਾਂ ਜਿਹੜੇ ਹੈਗੇ ਆ, ਆਪਾਂ ਉਹੀ ਜਿਹੜਾ ਹੈਗਾ ਵਕਤ ਨੂੰ ਵੀ ਮੈਂ ਬੰਦਾ ਕਿਉਂ ਆ, ਮੈਨੂੰ ਕੀ ਕਰਨਾ ਆ, ਆਹ ਚੀਜ਼ ਨਹੀਂ ਆਪਾਂ ਵਿਚਾਰਦੇ ਭਾਈ। ਜਿਹੜਾ ਮੇਨ ਕੰਮ ਕਰਨ ਵਾਲਾ ਸੀ, ਜਿਹਦੇ ਵਾਸਤੇ ਆ ਮਨੁੱਖ ਸਰੀਰ ਮਿਲਿਆ ਸੀ, ਉਸੇ ਨੂੰ ਛੱਡ ਦਿੱਤਾ ਤੇ ਬਾਕੀ ਕੀ ਰਹਿ ਗਿਆ ਭਾਈ? ਬਾਕੀ ਕੀ ਚੀਜ਼ ਰਹਿ ਗਈ ਆਪਣੇ ਕੋਲ? ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ, ਕੀਮਤ ਨਹੀਂ ਪਾਏ। ਉਹ ਮਾਲਕ ਪਰਮਾਤਮਾ ਤਾਂ ਪਾਏ, ਉਹ ਤਾਂ ਇਸ ਸੰਸਾਰ ਦੇ ਵਿੱਚ ਕੁਦਰਤ ਹੈ, ਕੁਦਰਤ ਹੈਗੀ ਆ, ਪਰ ਕੋਈ 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 ਇਹਦੀ ਵੈਲਿਊ ਹੀ ਨਹੀਂ ਸਮਝਦਾ, ਕੋਈ ਕੀਮਤ ਹੀ ਨਹੀਂ ਪਾਉਂਦਾ ਭਾਈ ਇਸ ਗੱਲ ਦੀ। ਇਹਨੂੰ ਆਪਣੇ ਜੀਵਨ 'ਚ ਲੈ ਕੇ ਹੀ ਨਹੀਂ ਆਉਂਦਾ, ਇਹਨੂੰ ਵਿਚਾਰਦਾ ਹੀ ਨਹੀਂ ਹੈਗਾ। ਤੇ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਜੇ ਕੋਈ ਕੀਮਤ ਪਾ ਲੈਂਦੇ ਆ ਬ੍ਰਹਮ ਗਿਆਨੀ ਜਿਹੜੇ ਹੈਗੇ, ਉਹ ਦੱਸ ਨਹੀਂ ਸਕਦੇ। ਲੋਕੀ ਉਹਨਾਂ ਦੀ ਗੱਲ ਤੇ ਇਤਬਾਰ ਨਹੀਂ ਕਰਦੇ, ਮੰਨਦੇ ਨਹੀਂ ਹੈ ਲੋਕੀ। ਆ ਬ੍ਰਹਮ ਗਿਆਨ ਹੈਗਾ, ਦੇਖੋ ਦੱਸ ਰਹੇ ਆ, ਆਪਾਂ ਕਿਹੜਾ ਇਹਨੂੰ ਆਪਾਂ ਨੇ ਸੁਣ ਕੇ ਫਿਰ ਵਾਪਸ ਉੱਥੇ ਦੇ ਉੱਥੇ ਚਲੇ ਜਾਣਾ। ਕੁਦਰਤ ਹੈ, ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਸਰੇ ਸਰੀਅਤ ਕਰੇ ਵਿਚਾਰ, ਬਸ ਆਹ ਕੰਮ ਆਪਣਾ ਹੈਗਾ ਭਾਈ, ਆਪਾਂ ਨੇ ਕਰਨਾ ਹੈ।
ਆਹ ਰਹਿਤ ਮਰਿਆਦਾ ਹੈ ਜੀ, ਆਹ ਮਰਿਆਦਾ ਕਹਿੰਦੀ ਆ, ਉਹ ਕਹਿੰਦੇ ਸਾਡੀ ਸ਼ਰ੍ਹਾ, ਸਾਡੀ ਜਿਹੜੀ ਹੈਗੀ ਉਹ ਹਦੀਸ ਸ਼ਰ੍ਹਾ ਦੀ ਕਿਤਾਬ, ਇੰਨੀ ਦਾੜੀ ਰੱਖੋ ਜੀ, ਇੱਕ ਮੁੱਠੀ 'ਚ ਆਉਣੀ ਚਾਹੀਦੀ ਆ, ਆ ਇੱਥੋਂ ਇਸ ਤਰ੍ਹਾਂ ਕਰ ਲਓ, ਇੱਥੋਂ ਕੱਦ ਕੱਢ ਲਓ, ਆਹ ਕਰ ਦਿਓ, ਉਹ ਕਰ ਦਿਓ, ਮੁੱਛਾਂ ਹਟਾ ਦਿਓ। ਬਸ ਸ਼ਰੀਅਤ ਜਿਹੜੀ ਹੈਗੀ, ਜਿਹੜੀ ਆਪਣਾ ਵੀ ਇਸ ਤਰ੍ਹਾਂ ਹੀ ਹੈ, ਆਹ ਜਿਹੜਾ ਇਸ ਤਰ੍ਹਾਂ ਕਰਨਾ ਹੈ, ਆਹ ਇੰਨਾ ਪਾਉਣਾ ਹੈ, ਆਹ ਇੰਨਾ ਕਰਨਾ ਹੈ, ਸਾਰੀ ਦੁਨੀਆ ਜਿਹੜੀ ਹੈਗੀ ਬਈ ਇਸ ਤਰੀਕੇ ਨਾਲ ਬਾਹਰਲੇ ਛੋੜੋ ਵੇਸ ਭੇਖ ਚਤੁਰਾਈ, ਵੇਸ ਔਰ ਭੇਖ ਦੇ ਵਿੱਚ ਹੀ, ਔਰ ਆਹ ਸ਼ਰ੍ਹਾ ਜਿਹੜੀ ਹੈ ਇਹਨਾਂ ਨੇ ਬਣਾਈ ਹੋਈ ਆ। ਇਹ ਗੁਰੂ ਗ੍ਰੰਥ ਸਾਹਿਬ ਦੀ ਸ਼ਰ੍ਹਾ, ਗੁਰੂ ਗ੍ਰੰਥ ਸਾਹਿਬ ਜੋ ਕਹਿ ਰਹੇ, ਇਹਦੇ ਵਿੱਚ ਦੱਸੋ ਭਾਈ ਕੀ ਕੀ ਚੀਜ਼ਾਂ ਹੈ। ਆਪਾਂ ਤਾਂ ਆਪਣਾ ਜੀਵਨ ਸਾਡਾ ਹੈਗਾ ਭਾਈ, ਆਪਾਂ ਇਸ ਗੱਲ ਨੂੰ ਇਸ ਤੇ ਵਿਚਾਰ ਕਰੀਏ ਬਈ ਗੁਰੂ ਗ੍ਰੰਥ ਸਾਹਿਬ ਜੋ ਕਹਿ ਰਹੇ ਆ ਕੀ ਇਹ ਗੱਲ ਸਹੀ ਹੈਗੀ ਆ। ਬਾਕੀ ਤਾਂ ਕਹਿੰਦੇ ਸਰੇ ਸ਼ਰੀਅਤ ਕਰੇ ਵਿਚਾਰ, ਬਸ ਕਹਿੰਦੇ ਇਹਦੇ 'ਚ ਹੀ ਰਹਿ ਜਾਂਦੇ ਆ, ਸਰੇ ਸ਼ਰੀਅਤ ਦੀ ਵਿਚਾਰ ਕਰਦੇ ਆ ਬਈ ਆਹ ਮਰਿਆਦਾ ਹੈਗੀ, ਆਹ ਇਸ ਤਰ੍ਹਾਂ ਹੈਗੀ, ਰਹਿਤ ਹੈਗੀ। ਬਿਨ ਬੂਝੇ ਕੈਸੇ ਪਾਵੇਂ ਪਾਰ, ਬੁੱਝਦੇ ਹੈ ਨਹੀਂ ਗੇ ਗੱਲ ਨੂੰ, ਤੱਤ ਵਸਤੂ ਕੀ ਹੈਗੀ। ਕਹਿੰਦੇ ਕਿਸ ਤਰ੍ਹਾਂ ਪਾਰ ਪੈ ਜਾਣਗੇ ਭਾਈ, ਕਿਸ ਤਰ੍ਹਾਂ ਪਾਰ ਪੈ ਜਾਣਗੇ। ਬੁੱਝਣਾ ਕੀ ਹੈਗਾ, ਆਹ ਬਾਣੀ ਜਿਹੜੀ ਹੈਗੀ ਇਹਦੇ 'ਚੋਂ ਆਪਾਂ ਨੇ ਜਿਹੜਾ ਹੈਗਾ ਇਹ ਭਗਤੀ ਜਿਹੜੀ ਹੈਗੀ ਇਹਨੂੰ ਬੁੱਝਣਾ ਹੈ। ਭਗਤੀ ਹੋਣੀ ਆ ਮਨ ਦੇ ਨਾਲ, ਇਹ ਤਨ ਦੀ ਸਹਾਇਤਾ ਹੈ ਸਿਰਫ, ਤਨ ਨੇ ਥੋੜ੍ਹੀ ਨਾ ਭਗਤੀ ਕਰਨੀ, ਆਪਾਂ ਤਾਂ ਤਨ ਤੋਂ ਭਗਤੀ ਕਰਾਉਂਦੇ ਆ, ਬਸ ਮੂੰਹ ਦੇ ਨਾਲ ਜਿਹੜਾ ਹੈਗਾ ਲੱਗ ਪਏ ਤਨ ਦੀ ਭਗਤੀ। ਮਨ ਤਾਂ ਹੈ ਹੀ ਨਹੀਂ, ਮਨ ਤਾਂ ਪਹਿਲੇ ਸੱਟੇ ਹੀ ਬਾਹਰ ਹੋ ਜਾਂਦਾ। ਮਨ ਸ਼ੁਰੂ ਕਰਦੇ ਹਾਂ ਭਗਤੀ, ਸ਼ੁਰੂ ਕਰਦੇ ਹਾਂ ਪਾਠ ਬਾਣੀ ਪੜ੍ਹਦੇ ਹਾਂ, ਉਹ ਮਨ ਉਸੇ ਵੇਲੇ ਬਾਹਰ ਉੱਡ ਜਾਂਦਾ। ਸਰੇ ਸ਼ਰੀਅਤ ਕਰੇ ਵਿਚਾਰ, ਬਿਨ ਬੂਝੇ ਕੈਸੇ ਪਾਵੇਂ ਪਾਰ, ਸਿਦਕ ਕਰ ਸਿਜਦਾ ਮਨ ਕਰ ਮਕਸੂਦ। ਆਹਾ ਕਹਿੰਦੇ ਸਿਦਕ ਲਿਆ ਪਿਆਰਿਆ, ਸਿਦਕ ਲਿਆ ਉਸ ਮਾਲਕ ਪਰਮਾਤਮਾ ਤੇ ਈਮਾਨ ਲਿਆ, ਆਇਆ ਸਿਜਦਾ, ਆਇਆ ਤੇਰਾ ਝੁਕਣਾ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਮਨ ਜਿਹੜਾ ਮਕਸੂਦ ਮਤਲਬ ਮਕਸਦ, ਮਨ ਨੂੰ ਉਸ ਮਕਸਦ ਵਾਸਤੇ ਮਨ ਨੂੰ ਲੈ ਕੇ ਚੱਲ, ਮਨ ਦੇ ਨਾਲ ਉਹ ਮਕਸਦ ਪੂਰਾ ਕਰ ਜਿਹਦੇ ਵਾਸਤੇ ਮਨੁੱਖਾ ਸਰੀਰ ਮਿਲੀ ਆ। ਮਨ ਨੂੰ ਲਾ ਭਗਤੀ ਦੇ ਵਿੱਚ, ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜਹ ਤਿਰ ਦੇਖਾਂ ਤਹ ਤਿਰ ਮੌਜੂਦ। ਬਸ ਫਿਰ ਮਾਲਕ ਜਿੱਧਰ ਦੇਖਦਾ ਹੈ ਭਾਈ, ਕਹਿੰਦੇ ਉਹ ਤਾਂ ਹਰ ਜਗ੍ਹਾ 'ਤੇ ਨਜ਼ਰ ਆਉਂਦਾ ਹੈ ਭਾਈ, ਜਿਹੜੇ ਸਿਦਕ ਦੇ ਨਾਲ ਸਿਜਦਾ ਕਰਦੇ ਆ ਔਰ ਮਨ ਦੇ ਨਾਲ ਭਗਤੀ ਕਰਦੇ। ਹਾਂਜੀ ਗੋਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਆਪ ਦੇਖੋ ਬਾਣੀ ਕੀ ਕਹਿ ਰਹੀ ਹੈ ਨਾ, ਪਹਿਲੀ ਪਾਤਸ਼ਾਹ ਤੁਹਾਨੂੰ ਹੋਰ ਚੰਗੇ ਤਰੀਕੇ ਨਾਲ ਸਮਝਾ ਰਹੀ ਹੈ। ਹਾਂ, ਉਹ ਕਹਿੰਦੇ ਕੁਦਰਤ ਕਰਕੇ ਵਸਿਆ ਸੋਏ। ਹੁਣ ਕੁਦਰਤ ਦੇ ਤੌਰ ਤੇ ਉਹ ਆਪ ਪਰਮਾਤਮਾ ਹੀ, ਕਹਿੰਦੇ ਆਪ ਹੀ ਹੈਗਾ। ਹਾਂ, ਵਸਿਆ ਪਰਮਾਤਮਾ ਹੀ ਹੈ ਜੀ, ਕਹਿੰਦੇ ਹੋਰ ਕੁਝ ਵੀ ਨਹੀਂ ਹੈਗਾ। ਵਸਿਆ ਪਤਾ ਨਹੀਂ ਹੁੰਦਾ ਕਿ ਪਿੰਡ ਵਸਿਆ, ਸ਼ਹਿਰ ਵਸਿਆ, ਲੋਕ ਵਸਦੇ ਨੇ, ਇੱਥੇ ਰਹਿੰਦੇ ਨੇ, ਜਿੱਥੇ ਜਿੰਦਾ ਲੋਕ ਰਹਿਣਗੇ, ਕਹਿੰਦੇ ਸਾਰਾ ਉਹਦਾ ਹੀ ਨੂਰ ਆ। ਨਾਨਕ ਪਾਤਸ਼ਾਹ ਦੀ ਬਾਣੀ ਤੇ ਕਿਹਾ ਸੀ ਵੀਰ ਜੀ, ਉਹਦੀ ਐਕਸਟੈਂਸ਼ਨ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ। ਬਿਲਕੁਲ ਆਪ ਹੀ ਵਿਸਤਾਰ ਕੀਤਾ ਆਪਣੇ ਚੋਂ ਹੀ ਕੀਤਾ, ਆਪਣੇ ਚ ਹੀ ਹੈਗਾ ਸਾਰਾ ਕੁਝ। ਹਾਂਜੀ ਹਾਂਜੀ ਵੀਰ ਜੀ। ਹੁਣ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਸੋਈ, ਬੰਦਾ ਹੋਏ ਉਹ ਬੰਦਾ ਹੈ, ਬਾਕੀ ਬੰਦੇ ਨਹੀਂ ਹੈ ਜਿਹੜੇ। ਬੰਦਾ ਹਾਂਜੀ, ਬਾਕੀ ਕੀ ਫਿਰ ਬੁੱਢੀਆਂ ਨਾ, ਬਾਕੀ ਜਿਹੜੇ ਹੈਗੇ ਬੰਦਿਆਂ ਚ ਹੈ ਹੀ ਨਹੀਂ ਭਾਈ, ਭਾਵੇਂ ਬੁੱਢੀਆਂ ਭਾਵੇਂ ਬੰਦੇ। ਉਹ ਤੇ ਵੈਸੇ ਮਜ਼ਾਕ ਕੀਤਾ ਮੈਂ। ਸਾਧ ਸੰਗਤ ਜੀ, ਉਹ ਕਹਿੰਦੇ ਬੰਦਾ ਉਹ ਆ ਜਿਹਨੇ ਆਪਣੇ ਜੀਵਨ ਦਾ ਆਊਟਪੁੱਟ ਵੇਖਿਆ। ਉਹ ਬੰਦਾ ਦੇਖੋ, ਤੁਸੀਂ ਜੇ ਬੰਦੇ ਜੋ ਨਾ, ਜੇ ਤੁਸੀਂ ਸੱਚੀ ਬੰਦੇ ਜੋ, ਉਹ ਨਹੀਂ ਜੇ ਹੈਗੇ ਜੇ ਜਿਹੜੇ ਇੱਕ ਬਾਣੀ ਚ ਹੋਰ ਰਾਏ ਲਿਖੇ ਨੇ, ਅਸੰਖ ਚੋਰ ਹਰਾਮ ਖੋਰ, ਅਸੰਖ ਗਲਵਟ ਹੱਤਿਆ ਕਮਾਈ, ਅਸੰਖ ਪਾਪੀ ਪਾਪ ਕਰ ਜਾਏ। ਜੇਕਰ ਤੁਸੀਂ ਉਹਨਾਂ ਕੈਟੇਗਰੀ ਚ ਨਹੀਂ ਜੇ ਤੇ ਫਿਰ ਤੁਸੀਂ ਬੰਦੇ ਜੋ, ਬਾਕੀ ਸਾਰੇ ਬੰਦੇ ਨਹੀਂ ਜੋ। ਦੇਖਦੇ ਬੰਦੇ ਆ ਪਰ ਹੈ ਬੰਦੇ ਨਹੀਂ। ਬਾਣੀ ਤੇ ਕਹਿੰਦੀ ਵਕਤ ਵਿਚਾਰੇ ਸੋ ਬੰਦਾ ਹੋਏ, ਉਹ ਬੰਦਾ ਬਿਲਕੁਲ ਜਿਹੜਾ ਦੇਖੇ ਕਿ ਚਰਨਜੀਤ ਕੱਲ ਜਿਹੜਾ ਸੀ ਸੁੱਤਾ ਸੀ, ਸਵੇਰੇ ਉੱਠਣ ਲੱਗਿਆ ਉਹੀ ਚਰਨਜੀਤ ਹੈ ਕਿ ਚਰਨਜੀਤ ਆਪਣੇ ਆਪ ਨੂੰ ਉੱਚਾ ਕਰੂਗਾ। ਦੇ ਰਿਹਾ ਵਾਂ ਜਾਂ ਲੈ ਰਿਹਾ ਵਾਂ ਜਾਂ ਮੈਂ ਖੋ ਰਿਹਾ ਵਾਂ, ਇਹ ਪੁੱਛ ਰਹੇ ਨੇ ਉਹ। ਪਰ ਜ਼ਿਆਦਾ ਗਿਣਤੀ ਖੋਣ ਵਾਲਿਆਂ ਦੀ ਆ। ਪਰ ਆਪਾਂ ਜੇ ਕਹਿੰਦੇ ਨਾ ਕਿ ਇੱਕ ਬੰਦੇ ਦਾ ਮੂੰਹ ਲਾਲ ਤੇ ਅਸੀਂ ਚਪੇੜਾ ਮਾਰ ਕੇ ਲਾਲ ਕਰ ਲਈਏ, ਇਹ ਕਿੰਨੀ ਕਕੜ ਵਾਲੀ ਗੱਲ ਆ।
ਉਹ ਕਹਿੰਦੇ ਜੀ ਉਹਨੂੰ ਕੀ ਹੋਇਆ, ਉਹ ਵੀ ਤੇ ਰਿਸ਼ਵਤ ਲੈਂਦਾ ਹੀ ਆ, ਮੈਂ ਵੀ ਲੈ ਲਾ। ਉਹ ਕਹਿੰਦੇ ਬਈ ਉਹਨੇ ਆਪਣੇ ਜੀਵਨ ਨੂੰ ਉਹਨੇ ਵੇਖਣਾ, ਤੁਸੀਂ ਉਹ ਇਹਦਾ ਮਤਲਬ ਥੋੜੀ ਇੱਕ ਬੰਦਾ ਖੂਹ 'ਚ ਡਿੱਗਾ ਤੇ ਤੂੰ ਵੀ ਖੂਹ 'ਚ ਡਿੱਗ ਜਾ। ਬਿਲਕੁਲ। ਬਾਣੀ ਇਹ ਕਹਿੰਦੀ ਆ, ਕਿਹੜਾ ਬੰਦਾ ਜਿਹੜਾ ਵਿਚਾਰ ਕਰਦਾ, ਵਿਚਾਰ ਕਿਹਦੀ ਕਰਨੀ ਆ, ਸਹੀ ਕੀ ਆ ਗਲਤ ਕੀ ਆ, ਮੈਂ ਕੀ ਲੈਣਾ। ਬਾਣੀ ਕੀ ਕਹਿੰਦੀ ਆ, ਬ੍ਰਹਮ ਗਿਆਨੀ ਕੀ ਕਹਿ ਕੇ ਗਏ ਨੇ, ਇਹ ਸਭ ਵਿਚਾਰ ਦੀਆਂ ਗੱਲਾਂ ਨੇ। ਜੇ ਮੈਂ ਝੂਠ ਬੋਲਾਂਗਾ ਤਾਂ ਕੀ ਹੋਊਗਾ, ਜੇ ਮੈਂ ਸੱਚ ਬੋਲਾਂਗਾ ਤਾਂ ਕੀ ਹੋਊਗਾ, ਜੇ ਮੈਂ ਧਰਮ ਤੇ ਚੱਲਾਂਗਾ ਤਾਂ ਕੀ ਹੋਊਗਾ, ਜੇ ਮੈਂ ਧਰਮ ਤੋਂ ਦੂਰ ਚਲਾ ਜਾਵਾਂਗਾ ਤਾਂ ਕੀ ਹੋਊਗਾ। ਕਿੰਨੇ ਵਿਚਾਰ ਕਰਨਾ ਹੈ, ਆਪਾਂ ਗੁਆਂਢੀਆਂ ਥੋੜੀ ਕਰਨਾ ਹੈ। ਤੇ ਜੇ ਹੀ ਸੋਚਦੇ ਲੋਕਾਂ ਨੇ ਕਰਨਾ ਹੈ ਫਿਰ ਠੀਕ ਹੈ, ਫਿਰ ਬੰਦਿਆਂ ਦਾ ਕੰਮ ਕੋਈ ਨਾ ਹੋਇਆ। ਬੰਦੇ ਦਾ ਮਤਲਬ ਕੀ ਹੈ, ਜਿਹਦੇ ਅੰਦਰ ਵਿਵੇਕ ਹੈਗਾ, ਜਿਹਦੇ ਅੰਦਰ ਥੋੜਾ ਬਹੁਤਾ ਦੀਪਕ ਪ੍ਰਕਾਸ਼ਮਾਨ ਹੈ, ਤੇ ਜਿਹਨੇ ਕੰਬਲ ਉੱਤੇ ਪਾਤਾ ਹੈ ਉਹ ਤੇ ਠੀਕ ਹੈ, ਉਹ ਤੇ ਚੱਲ ਰਿਹਾ। ਉਹ ਕਹਿੰਦੇ ਹਮ ਦੇਖੇ ਤੈ ਡੁੱਬੇ ਆਲੇ, ਮੈਂ ਤੇ ਦੇਖ ਰਿਹਾ ਡੁੱਬ ਰਹੇ ਨੇ। ਹੁਣ ਇੱਕ ਕਿਸ਼ਤੀ ਡੁੱਬ ਰਹੀ ਆ, ਕੀ ਛੇਕ ਹੋ ਗਿਆ, ਤੇ ਮੈਂ ਹੁਣ ਮੈਂ ਕਹਾਂ, ਮੈਂ ਵੀ ਪਿਓ ਦਾ ਪੁੱਤ ਕਹਾਂ ਕਿ ਗੁਆਂਢੀ ਡੁੱਬਣ ਦੇ, ਮੈਂ ਵੀ ਆਪਣੀ ਕਿਸ਼ਤੀ 'ਚ ਛੇਕ ਕਰ ਲਾਂ, ਤੇ ਨੱਜਰ ਸਾਹਿਬ ਕਿੰਨੀ ਕੁ ਅਕਲ ਦਾ ਕੰਮ ਹੈ। ਬਿਲਕੁਲ ਸਹੀ ਗੱਲ ਹੈ। ਇਹੋ ਹੀ ਹੈ ਨਾ, ਕਿਉਂਕਿ ਉਹ ਉਹਦੇ ਪਦਾਰਥ ਦੇਖ ਕੇ ਹੀ ਖੁਸ਼ ਹੁੰਦੇ, ਬੜਾ ਸੁਖੀ ਆ। ਪਰ ਬਾਣੀ ਕਹਿੰਦੀ ਹੈ ਕਿ ਉਹ ਤੇ ਡੁੱਬਣ ਦੇ ਨੇ, ਔਰ ਇੰਨੀ ਫਾਸਟ ਡੁੱਬ ਰਹੇ ਨੇ, ਔਰ ਅਸੀਂ ਕਹਿੰਦੇ ਨਹੀਂ ਜੀ ਸਾਨੂੰ ਵੀ ਡੋਬ ਦੋ ਉਹਨਾਂ ਦੇ ਨਾਲ ਹੀ। ਨਜ਼ਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਮੇਰੇ ਵਰਗੇ ਉਹ ਕਿਸ਼ਤੀ ਤੇ ਚੜ੍ਹਨ ਨੂੰ ਫਿਰਦੇ ਆ ਕਿ ਜਿਹੜੇ ਕਿਸ਼ਤੀ ਤੇ MLA MP ਚੜਿਆ ਫਿਰਦਾ, ਮਿਨਿਸਟਰ ਚੜਿਆ ਫਿਰਦਾ, ਮੈਨੂੰ ਚਾੜੋ, ਮੈਂ ਵੀ ਜਾਣਾ ਚਾਹੁੰਦਾ। ਉਹ ਕਹਿੰਦੇ ਉੱਥੇ ਡੁੱਬਣ ਦੇ ਆ, ਉੱਥੇ ਜਮਕਾਲ ਵੱਲ ਜਾ ਰਹੇ ਆ, ਤੂੰ ਵੀ ਜਾਣਾ ਹੀ। ਤੇ ਉਹ ਮੇਰੇ ਵਰਗਾ ਕਹਿੰਦਾ ਹਾਂਜੀ ਭੇਜ ਦਿਓ ਜੀ, ਪੈਸਾ ਸੁੱਖ ਦੇ ਦਿਓ ਮੈਨੂੰ, ਆ ਬਰਫੀਆਂ। ਉਹ ਕਹਿੰਦੇ ਬਰਫੀਆਂ ਤੇ ਤੈਨੂੰ ਦੇਖਦੀਆਂ ਨੇ, ਜਦੋਂ ਚੋਰ ਨੂੰ ਕਹਿੰਦੇ ਖਾਂਦੇ ਨੂੰ ਵੇਖੋ, ਕਹਿੰਦੇ ਚੋਰ ਨੂੰ ਖਾਂਦੇ ਨੂੰ ਨਾ ਵੇਖੋ, ਚੋਰ ਨੂੰ ਕੁੱਟੀ ਦਾ ਵੇਖੋ। ਉਹ ਜਦੋਂ ਡਾਂਗਾ ਪੈਂਦੀਆਂ ਫਿਰ ਉਹਨੂੰ ਦੇਖੋ, ਫਿਰ ਵੇਖੋ। ਅੱਜ ਨਹੀਂ ਤੇ ਕੱਲ ਨੂੰ ਚੋਰ ਨੇ ਤੇ ਫੜੇ ਜਾਣਾ ਵਾ। ਇਹ ਵੀ ਜਿਹੜੇ ਚੋਰ ਹੈਗੇ ਨੇ, ਅੱਜ ਨਹੀਂ ਤੇ ਕੱਲ ਨੂੰ ਤੇ ਇਹਨਾਂ ਨੇ ਆਪਣਾ ਜੀਵਨ ਦਾ ਜੋ ਉਹਨਾਂ ਦਾ ਕੀਤਾ ਕਰਮ, ਉਹਨਾਂ ਨੂੰ ਭੋਗਣਾ ਪੈਣਾ ਹੈ। ਬਿਲਕੁਲ ਬਿਲਕੁਲ। ਇੱਕ ਬੰਦਾ ਸੀਗਾ, ਉਹ ਨਾ ਕਿ ਉਹਦਾ ਘਰ ਸੀਗਾ ਜਿਹੜਾ ਹੈਗਾ ਥਾਣੇ ਦੇ ਲਾਗੇ ਸੀਗਾ, ਬਸ ਕਹਿੰਦਾ ਮੁੜ ਕੇ ਜੀਵਨ ਦੇ ਵਿੱਚ ਕਦੀ ਥਾਣੇ ਦੇ ਲਾਗੇ ਘਰ ਨਹੀਂ ਮੈਂ ਰੱਖਣਾ ਆਪਣਾ। ਬੜੀ ਡਾਂਗ ਪੈਂਦੀ ਹੈ। ਸੋ ਕਹਿਣ ਤੋਂ ਭਾਵ ਆ, ਤੇ ਇਹ ਬੰਦੇ ਦਾ ਸੁਭਾਅ ਹੈ ਜੀ, ਬੰਦਾ ਏਦਾਂ ਹੀ ਕਰਦਾ। ਫਿਰ ਅਗਲੇ ਬੰਨੇ ਦੇਖੋ, ਫਿਰ ਕਹਿੰਦੇ ਆ ਕਿ ਕੁਦਰਤ ਹੈ ਕੀਮਤ ਨਹੀਂ ਪਾਏ। ਹਾਂ, ਕੁਦਰਤ ਦੇ ਵਿੱਚ ਮਾਲਕ ਤਾਂ ਹੈਗਾ, ਪਰ ਕੋਈ ਜਾਣਦਾ ਨਹੀਂ, ਕੀਮਤ ਨਹੀਂ ਸਮਝਦਾ। ਬਸ ਉਹ ਕੁਦਰਤ ਦੀ ਕੀਮਤ ਸਮਝਦਾ, ਬਸ ਜੋ ਵੀ ਪਦਾਰਥ ਚੋਗਾ ਪਿਆ ਉਹਦੀ ਕੀਮਤ ਹੈਗੀ, ਉਹ ਪਿੱਛੇ ਮਾਲਕ ਦੀ ਕੀਮਤ ਨਹੀਂ ਸਮਝਦਾ। ਉਹ ਕਹਿੰਦਾ ਕਿ ਰੱਬ ਲਾਗੇ ਕਿ ਘਸੁੰਨ ਲਾਗੇ, ਉਹ ਕਹਿੰਦੇ ਘਸੁੰਨ ਲੱਗ ਗਿਆ। ਸੋ ਇੱਥੇ ਇਹ ਬਾਣੀ ਉਹ ਕਹਿੰਦੀ ਹੈ ਕਿ ਕੁਦਰਤ ਤੇ ਹੈਗੀ ਆ, ਪਰ ਬੰਦਾ ਵਿਚਾਰਾ ਮੰਨਦਾ ਹੀ ਨਹੀਂ। ਇੱਥੇ ਮੰਨਦਾ ਬਹੁਤ ਔਖਾ, ਆਖਰ ਤੱਕ ਨਹੀਂ ਬੰਦਾ ਮੰਨਦਾ, ਮਰਨ ਤੱਕ ਕਿਨਾਰੇ ਪਹੁੰਚਿਆ। ਹੁਣ ਕਮਲ ਕਹਿੰਦੇ ਇਹ ਗੱਲ, ਕਹਿੰਦਾ ਕਿ ਪਾਪਾ ਜਦੋਂ ਬੰਦਾ ਮਰਦਾ ਨਾ ਤੇ ਥੋੜੇ ਸਮੇਂ ਚ ਬੰਦੇ ਦੇ ਸਾਰੇ ਜੀਵਨ ਦੀ ਫਿਲਮ ਘੁੰਮਦੀ ਹੈ। ਬਿਲਕੁਲ ਬਿਲਕੁਲ। ਰਿਵਾਈਂਡ ਹੁੰਦੀ ਹੈ ਸਾਰੀ ਜ਼ਿੰਦਗੀ ਕਿ ਮੈਂ ਕੀਤਾ ਕੀ ਆ। ਫਿਰ ਧਰਮਰਾਜ ਕਹਿੰਦਾ ਚੱਲ ਆ ਜਾ, ਹੁਣ ਆਊਟਪੁੱਟ ਤੂੰ ਵੇਖ ਹੀ ਲਿਆ, ਤੂੰ ਕਮਾਇਆ ਕੀ ਹੈ, ਚੱਲ ਚੱਲੀਏ। ਬਾਣੀ ਤੇ ਇੱਕ ਪਹਿਲਾਂ ਵੀ ਚੁੱਕ ਜੇ ਕਹਿੰਦੀ ਤੇ ਸਵਾਦ ਹੀ ਪੰਡ ਚੁੱਕਣੀ, ਕਹਿੰਦੇ ਤੇਰੀਆਂ ਮੋਢਾਂ ਤੇ ਰੱਖਣੀਆਂ ਮੋੜਾਂ ਤੇ, ਚੱਲ ਵੀ ਚੁੱਕ ਤੇ ਨਾਲ ਚੱਲੀਏ। ਠੀਕ ਹੈ ਜੀ। ਫਿਰ ਕਹਿੰਦੇ ਕੀਮਤ ਨਹੀਂ ਬੰਦਾ ਪਾਉਂਦਾ, ਜਾਂ ਕੀਮਤ ਪਾਈਏ ਤਾਂ ਕਹੀ ਨਾ ਜਾਈ। ਫਿਰ ਦੂਜੇ ਨੂੰ ਆਪਾਂ ਕਹਿ ਕੇ ਨਹੀਂ ਦੱਸ ਸਕਦੇ, ਜੋ ਜਿਹਨੇ ਕੀਮਤ ਪਾਈ ਆ ਉਹ ਵਿਚਾਰੇ ਕਹਿਣ ਦੀ ਕੋਸ਼ਿਸ਼ ਤਾਂ ਕੀਤੀ ਆ, ਪਰ ਉਸ ਤੇ ਭਰੋਸਾ ਨਹੀਂ ਹੁੰਦਾ ਲੋਕਾਂ ਨੂੰ। ਹਾਂ, ਉਹ ਫਿਰ ਕਹਿੰਦੇ ਕਬੀਰ ਸਾਹਿਬ ਤੇ ਖੁਦ ਕਹਿੰਦੇ ਜਦੋਂ ਮੈਂ ਇਹਨਾਂ ਦੀਆਂ ਗੱਲਾਂ ਕਰਦਾ ਤੇ ਭੀੜਾਂ ਦੀ ਭੀੜ ਪਿੱਛੇ ਲੱਗ ਜਾਂਦੀ ਹੈ। ਕਰਮ ਕਾਂਡੀਆਂ ਦੀ ਗੱਲ ਕਰਦਾ, ਅੱਜ ਜੀ ਸ਼ਨੀਵਾਰ ਆਓ ਤੇਲ ਦਾਨ ਕਰੀਏ, ਸਾਰੇ ਤੇਲ ਚੁੱਕ ਲਿਆਉਂਦੇ ਆ। ਆਪ ਜੀ ਅੱਜ ਦੂਜਾ ਹੈਗਾ ਦਿਨ ਤਿਉਹਾਰ, ਵੀਰਵਾਰ ਹੈ ਜੀ, ਆ ਫਲਾਨਾ ਕੰਮ ਕਰੀਏ ਜੀ, ਅੱਜ ਜੀ ਫਲਾਨਾ, ਅੱਜ ਸੂਰਜ ਦੀ ਪੂਜਾ ਕਰਨੀ, ਸਾਰੀ ਦੁਨੀਆ ਆ ਜਾਂਦੀ ਆ। ਤੇ ਜਦੋਂ ਕਹੀਦਾ ਸੱਚ ਤੇ ਚੱਲਣਾ, ਸਾਰੇ ਭੱਜ ਜਾਂਦੇ ਆ, ਕਹਿੰਦੇ ਪਿੱਛੇ ਵੇਖੀ ਤਾਂ ਪਿੱਛੇ ਹੈ ਹੀ ਕੋਈ ਨਹੀਂ। ਬਿਲਕੁਲ। ਅਗਲੀ ਤੁਕ ਇਹੀ ਕਹਿ ਰਹੀ ਹੈ, ਸਰੇ ਸਰੀਅਤ ਕਰੇ ਵਿਚਾਰ। ਬਸ ਆ ਜੀ, ਅੱਜ ਮੱਸਿਆ, ਅੱਜ ਪੂਰਨਮਾਸ਼ੀ ਆ, ਅੱਜ ਜੀ ਆ ਬਿਲਕੁਲ ਬਾਹਰਲੀ ਰਹਿਤ ਮਰਿਆਦਾ ਜਿਹੜੀ ਹੈਗੀ, ਬਾਹਰੋਂ ਜਿਹੜਾ ਹੈਗਾ ਇੰਨੀਆਂ ਬਾਣੀਆਂ ਪੜ੍ਹ ਲਓ ਜੀ, ਬਸ ਫਟਾਫਟ ਪੜ੍ਹ ਕੇ 40 ਮਿੰਟ 'ਚ ਲੈ ਰੱਬ ਦਾ ਵੀ ਉਲਾਂਭਾ ਲਾਤਾ ਹੁਣ ਆਪਾਂ ਨੇ। ਚਲੋ ਹੁਣ ਬੇਫਿਕਰ ਹੋ ਕੇ ਜਿਹੜਾ ਹੈਗਾ ਕਰੀਏ ਜਾ ਕੇ ਆਪਣੀ ਜਿਹੜੀ ਹੈਗੀ, ਘੱਟ ਤੋਂ ਲੈਂਦੇ ਹਾਂ, ਘੱਟ ਬੋਲ ਲੈਂਦੇ ਹਾਂ, ਝੂਠ ਸਾਰਾ ਕੁਛ ਜਿਹੜਾ ਹੈਗਾ ਵਾਪਸ ਉਸੇ ਤਰੀਕੇ ਦੇ ਨਾਲ।
ਆਇਆ ਭਾਈ। ਨਿੱਜਰ ਸਾਹਿਬ ਉਹ ਤੁਹਾਡੀ ਮੋਟਰ ਐਕਸ਼ਨ ਆ, ਉਹ ਤੇ ਤੁਹਾਡੀ ਮਸ਼ੀਨ ਤੇ ਮੈਮਰੀ 'ਚ ਰਿਕਾਰਡ ਹੋਇਆ ਵਾ ਸ਼ਬਦ ਜਿਹੜਾ ਤੁਸੀਂ ਬੋਲਦੇ ਜੋ। ਬਿਲਕੁਲ ਮਸ਼ੀਨ ਹੀ ਬੋਲਦੀ ਆ, ਆਪਾਂ ਤਾਂ ਉੱਥੇ ਹੁੰਦੇ ਹੀ ਨਹੀਂ, ਆਪਾਂ ਤੇ ਵਿਚਾਰਾਂ 'ਚ ਪਹੁੰਚੇ ਹੁੰਦੇ ਆ। ਬਸ ਇਸੇ ਕਰਕੇ ਮਨ ਚਾਹੁੰਦਾ ਹੈ, ਕਹਿੰਦਾ ਮੈਨੂੰ ਨਾ ਕੈਦ ਕਰ ਭਾਈ, ਤੂੰ ਆਪਣੀ ਜੀਭ ਦੇ ਨਾਲ ਜੋ ਕਰਨਾ ਕਰੀ ਜਾ, ਕੰਨਾਂ ਦੇ ਨਾਲ ਮੈਨੂੰ ਫਰੀ ਰੱਖ ਬਸ। ਮੇਰੇ ਵਰਗਾ ਉੱਥੇ ਗੁਰਦੁਆਰੇ ਮੱਥਾ ਟੇਕ ਕੇ ਆਪਣੇ ਆਪ ਨੂੰ ਧਾਰਮਿਕ ਸਮਝੀ ਫਿਰਦਾ, ਮੈਂ ਮੱਥਾ ਟੇਕ ਆਇਆ। ਜਿਹੜਾ ਨਹੀਂ ਜਾਂਦਾ ਤਾਂ ਉਹਦੇ ਲੋੜਿਆ ਔਖਾ ਵੇਂਦੇ ਇਹ ਨਾਸਤਿਕ ਹੈਗਾ। ਬੰਦਾ ਪੁੱਛੇ ਤੂੰ ਮੱਥਾ ਟੇਕਣ ਜਾਂਦਾ, ਤੈਨੂੰ ਕੀ ਪ੍ਰਾਪਤ ਹੋਇਆ? ਬਿਲਕੁਲ ਜੋ ਸੱਚੀ ਸੱਚ ਤੇਰੀ ਜ਼ਿੰਦਗੀ 'ਚ ਹੈ, ਤੂੰ ਸੱਚ ਬੋਲਦਾ ਹੈ, ਸੱਚ ਤੂੰ ਖਾਂਦਾ ਹੈ, ਸੱਚ ਪਾਉਂਦਾ ਹੈ। ਜੇ ਨਹੀਂ ਪਾਉਂਦੇ ਆ ਤੇ ਇਹਦਾ ਮਤਲਬ ਕਿ ਤੈਨੂੰ ਆਪਣੇ ਜੀਵਨ 'ਚ ਵੇਖਣ ਦੀ ਲੋੜ ਹੈ। ਬਸ ਇੰਨੀ ਗੱਲ ਕਹਿੰਦੀ ਬਾਣੀ। ਫਿਰ ਅਗਲੇ ਬੰਨੇ ਕਹਿੰਦੇ ਨੇ ਕਿ ਬਿਨ ਬੂਝੇ ਕੈਸੇ ਪਾਵੇ ਪਾਰ। ਹਾਂ ਬੁੱਝਣਾ ਪਊਗਾ ਭਾਈ। ਇਹ ਦੇਖੋ ਇਹ ਜਿਹੜਾ ਬਾਹਰਲੀ ਰਹਿਤ ਮਰਿਆਦਾ ਜੀ, ਬਾਹਰਲਾ ਦਿੱਖ ਜਿਹੜੀ ਹੈਗੀ ਵੇਸ ਆ ਭੇਖ ਆ, ਮਹਾਰਾਜ ਤਾਂ ਕਹਿੰਦੇ ਛੋੜੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜਿਓ। ਵੇ ਨਹੀਂ ਹੋਣੀ ਭਾਈ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜਿਓ। ਜਿਹਦੇ ਵਾਸਤੇ ਆਏ ਆ ਅੰਮ੍ਰਿਤ ਦੇ ਵਾਸਤੇ, ਉਹ ਤੂੰ ਗੁਰੂ ਦੀ ਮਤ ਗੱਲ ਮੰਨੇਗਾ, ਉਹ ਤਾਂ ਮਨ ਦੇ ਨਾਲ ਭਗਤੀ ਕਰਨ ਦੇ ਨਾਲ ਮਿਲਣਾ ਹੈ। ਬਿਨ ਬੂਝੇ ਕੈਸੇ ਪਾਵੇਂ ਪਾਰ, ਕਹਿੰਦੇ ਬੁੱਝਦੇ ਹੀ ਨਹੀਂ ਆ, ਵਿੱਚ ਵਿਚਾਰਦੇ ਹੀ ਨਹੀਂ ਆ। ਆ ਬ੍ਰਹਮ ਮਤ ਨੂੰ ਜਿਹੜੇ ਕਹਿੰਦੇ ਆ ਵਿਚਾਰੇ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਕਹਿੰਦੇ ਭਾਈ ਅਸੀਂ ਤਾਂ ਇਹਨਾਂ ਨੂੰ ਕਨਵਿੰਸ ਨਹੀਂ ਕਰ ਸਕਦੇ। ਮਨਮਾਨੇ ਲੋਕ ਨਾ ਭਤੀਜੇ। ਹਾਂ ਨਿੱਜਰ ਲੋਕਾਂ ਨੇ ਕਿੱਥੋਂ ਭਤੀਜਣਾ ਹੈ ਵੀ ਜ਼ਿਆਦਾ ਨੇ, ਕਰੋੜਾਂ ਨੇ। ਬਸ ਜੇ ਕਰੋੜਾਂ ਨੇ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ, ਕਬੀਰ ਸਾਹਿਬ ਨੂੰ ਫਿਰ ਪਰੇਸ਼ਾਨ ਕਰਦੇ ਨੇ। ਉਹ ਕਹਿੰਦੇ ਵੀ ਸਾਨੂੰ ਸੁੱਤਿਆਂ ਨੂੰ ਰਹਿਣ ਦਿਓ, ਸਾਨੂੰ ਨਾ ਠਾਓ, ਸਾਨੂੰ ਨੀਂਦ ਬਹੁਤ ਪਿਆਰੀ ਹੈ। ਬਿਲਕੁਲ। ਕੋਈ ਕਹਿੰਦਾ ਭੂਤਨਾ, ਕੋਈ ਕਹਿੰਦਾ ਬਤਲ ਹੈ, ਕੋਈ ਕਹਿੰਦੇ ਕੁਰਾਈ ਹੈ। ਕਿਉਂ? ਕਿਉਂਕਿ ਭੀੜ ਹੈ ਉੱਧਰ। ਬਸ ਉਹ ਕਰਮਕਾਂਡ ਸਿਖਾਏ ਗਏ ਉਹਨਾਂ ਨੂੰ, ਉਹ ਕਰਮਕਾਂਡ ਉਹਨਾਂ ਦੇ ਦਿਮਾਗ 'ਚ ਪੱਕੇ ਹੋ ਗਏ ਨੇ, ਫਿੱਟ ਹੋ ਗਏ ਨੇ। ਨਸ਼ਾ ਕਰਨ ਵਾਲਾ ਬੰਦਾ ਉਹਨੂੰ ਕਹੋ ਕਿ ਨਸ਼ਾ ਛੱਡ ਦੇ, ਤੂੰ ਮੁਕਤ ਹੋ ਜਾਏਗਾ, ਤੇਰੀ ਜ਼ਿੰਦਗੀ ਵਧੀਆ ਬਣ ਜੂਗੀ। ਉਹ ਕਹਿੰਦਾ ਮੈਨੂੰ ਐਸੀ ਜ਼ਿੰਦਗੀ ਚਾਹੀਦੀ ਨਹੀਂ ਹੈ, ਮੈਨੂੰ ਆ ਗੰਦੀ ਨਾਲੇ ਦੇ ਕੀੜੇ ਵਾਲਾ ਜੀਵਨ ਹੀ ਪਸੰਦ ਆ। ਮੈਂ ਨਾ ਨਹਾਵਾਂ, ਨਾ ਕੱਪੜੇ ਬਦਲਾਂ। ਉਹ ਕਹਿੰਦੇ ਤੇਰੀ ਇੱਜ਼ਤ ਖਰਾਬ ਹੁੰਦੀ ਹੈ। ਕਹਿੰਦਾ ਕਿਹੜੀ ਇੱਜ਼ਤ? ਮੈਂ ਬਹੁਤ ਖੁਸ਼ ਹਾਂ, ਲੋਕਾਂ ਨੂੰ ਮੈਂ ਕੀ ਕਹਿਣਾ। ਉਹ ਹਿਸਾਬ ਬਾਣੀ ਕਹਿੰਦੀ ਤੂੰ ਬ੍ਰਹਮ ਹੋ ਜਾਏਗਾ, ਤੂੰ ਬ੍ਰਹਮ ਗਿਆਨੀ ਹੋ ਜਾਏਗਾ। ਲੋਕੀ ਕਹਿੰਦੇ ਅਸੀਂ ਬ੍ਰਹਮ ਗਿਆਨੀ ਹੋ ਕੇ ਲੈਣਾ। ਇੱਧਰ ਦੇਖ ਕਿੰਨੇ ਸ਼ਾਮੀ 20-25,000 30,000 ਘਰੇ ਆ ਜਾਂਦਾ। ਮਾੜਾ ਜਿਹਾ ਝੂਠ ਹੀ ਆ, ਕੀ ਫਰਕ ਪੈਂਦਾ? ਬੋਲ ਦੋ। ਸੋ ਬੰਦਾ ਤੇ ਏਦਾਂ ਹੀ ਚੱਕਰਾਂ 'ਚ ਫਿਰਦਾ। ਫਿਰ ਕਹਿੰਦੇ ਆ ਬਿਨ ਬੂਝੇ ਕੈਸੇ ਪਾਵੇ ਪਾਰ। ਹੁਣ ਜਿੰਨਾ ਚਿਰ ਤੱਕ ਅਸੀਂ ਸੋਚਦੇ ਨਹੀਂ ਆ ਕਿ ਅੱਗੇ ਜਾਣਾ ਹੈ ਤੇ ਪਾਰ ਕਿੱਥੋਂ ਪਹੁੰਚ ਜਾਵਾਂਗੇ? ਬਿਲਕੁਲ। ਕੋਈ ਨਾ ਕੋਈ ਟਾਰਗੇਟ ਵੀ ਤੇ ਹੋਣਾ ਚਾਹੀਦਾ ਨਿੱਜਰ ਸਾਹਿਬ। ਜਦੋਂ ਮੇਰਾ ਕੋਈ ਟਾਰਗੇਟ ਨਹੀਂ, ਜਦੋਂ ਮੈਂ ਇੱਥੇ ਬੈਠਾ, ਮੈਂ ਸਹੀ ਜਗ੍ਹਾ ਤੇ ਬੈਠਾ, ਤੇ ਫਿਰ ਮੈਂ ਕਿੱਥੇ ਜਾਣਾ? ਟਾਰਗੇਟ ਵੀ ਚਾਹੀਦਾ ਹੈ। ਤੇ ਤੁਹਾਡੇ ਕੋਲ ਜਿਹੜੀ ਹੈਗੀ ਆ ਟਾਰਗੇਟ ਅਚੀਵ ਕਰਨ ਦੇ ਵਾਸਤੇ ਤੁਹਾਨੂੰ ਵਿਧੀ ਵੀ ਆਉਣੀ, ਤਰੀਕਾ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਬਈ ਤੁਹਾਡੇ ਕੋਲ ਜਿਹੜਾ ਹੈਗਾ ਸਮਾਨ ਵੀ ਹੋਣਾ ਚਾਹੀਦਾ ਹੈ ਵੀ ਟਾਰਗੇਟ ਅਚੀਵ ਇਹਦੇ ਨਾਲ ਹੋਣਾ ਹੈ। ਤੇ ਅੱਗੇ ਜਿਹੜਾ ਹੈਗਾ ਹੁਣ ਮਹਾਰਾਜ ਦੱਸ ਰਿਹਾ ਭਾਈ, ਆਹ ਦੇਖ ਸਿਦਕ ਕਰ ਸਿਜਦਾ, ਸਿਦਕ ਲਿਆ ਇਸ ਜਿਹੜੇ ਬ੍ਰਹਮ ਗਿਆਨ ਤੈਨੂੰ ਮਿਲਿਆ ਹੈ, ਇਸ ਤੇ ਸਿਦਕ ਲਿਆ ਪਿਆਰਿਆ, ਸਿਦਕ ਲਿਆ, ਭਰੋਸਾ ਲਿਆ ਇਹਦੇ ਉੱਤੇ। ਆਹ ਤੇਰਾ ਸਿਜਦਾ ਹੈਗਾ। ਜੇ ਤੂੰ ਆਪਣੇ ਇਹ ਗਿਆਨ ਨੂੰ ਆਪਣੇ ਅੰਦਰ ਜਿਹੜਾ ਹੈਗਾ ਇਹਦੇ ਅਨੁਸਾਰ ਜਿਹੜਾ ਹੈਗਾ ਆਪਣਾ ਢਾਲ ਆਪਣੇ ਜੀਵਨ ਨੂੰ, ਇਹ ਸੱਚ ਆ, ਸੱਚ ਨੂੰ ਆਪਣੇ ਅੰਦਰ ਲੈ ਕੇ ਆ, ਇਹ ਸਿਜਦਾ ਹੈ ਤੇਰਾ। ਖਾਲੀ ਮੱਥਾ ਟੇਕਣ ਦੇ ਨਾਲ ਕੁਝ ਨਹੀਂ ਹੋਣਾ, ਗਿਆਨ ਨੂੰ ਆਪਣੇ ਅੰਦਰ ਲੈ ਕੇ ਆ ਭਾਈ। ਇਹ ਆਇਆ ਮੱਥਾ ਟੇਕਣਾ, ਸਿਦਕ ਲਿਆ ਇਹਦੇ ਉੱਤੇ, ਆਇਆ ਸਿਜਦਾ। ਮਨ ਕਰ ਮਕਸੂਦ, ਮਨ ਦੇ ਨਾਲ ਇਹ ਮਕਸਦ ਜਿਹੜਾ ਹੈਗਾ, ਇਹ ਕੀ ਗਿਆਨ ਕੀ ਕਹਿ ਰਿਹਾ ਹੈ, ਉਹਦੇ ਵਾਸਤੇ ਭਗਤੀ ਕਰ, ਮਨ ਦੇ ਨਾਲ ਭਗਤੀ ਕਰ। ਮਨ ਦੇ ਵਿੱਚ ਆਹ ਟਾਰਗੇਟ ਹੋਏ, ਮਨ ਨੇ ਯਾਤਰਾ ਕਰਨੀ ਹੈ। ਫਿਰ ਜਹ ਤਿਰ ਦੇਖਾਂ ਤੈਂ ਤਿਰ ਮੌਜੂਦ, ਜਿੱਧਰ ਵੀ ਦੇਖੇਗਾ ਪਿਆਰਿਆ ਮਾਲਕ ਤੋਂ ਇਲਾਵਾ ਕੁਛ ਨਹੀਂ ਨਜ਼ਰ ਆਏਗਾ, ਮਾਇਆ ਪਾਸੇ ਹੋ ਜਾਏਗੀ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿੰਦੇ ਕਿ ਕੱਛੂ ਘੁੰਮੇ ਵਾਂਗੂ ਚਲੋ ਤੇ ਐਵੇਂ ਨਾ ਭੁੜਕੀ ਜਾਓ, ਸਿਦਕ 'ਚ ਬਹਿ ਜਾਓ, ਤੁਹਾਡਾ ਨੰਬਰ ਪੱਕਾ ਲੱਗੂਗਾ। ਬ੍ਰਹਮ ਵੇਖਣ ਦੇ ਆ ਤੁਹਾਡੇ ਵੱਲ, ਪਰ ਮੇਰੇ ਵਰਗਾ ਕਿੱਥੇ ਬੈਠਾ ਨਿੱਜਰ ਸਾਹਿਬ, ਉੱਠ ਕੇ ਪੰਗਤ ਛੱਡ ਕੇ 3-4 ਪੰਗਤਾਂ ਤੋਂ ਅੱਗੇ ਜਾ ਕੇ ਥਾਈ ਰੱਖ ਕੇ ਬਹਿ ਜਾਂਦਾ। ਲਿਆਓ ਜੀ ਬਾਬਾ ਜੀ ਪ੍ਰਸ਼ਾਦਾ ਤੋਂ। ਬਾਬਾ ਕਹਿੰਦਾ ਸਿਦਕ ਰੱਖ, ਤੂੰ ਆਪਣੀ ਲਾਈਨ 'ਚ ਬਹਿ। ਨਹੀਂ ਬਾਬਾ ਜੀ ਪਤਾ ਨਹੀਂ ਦਾਲ ਮੁੱਕ ਜੇ, ਖੀਰ ਮੁੱਕ ਜੇ, ਫਿਰ ਉਹ ਕਹਿੰਦੇ ਆ ਕਿ ਭੋਲਿਆ ਨਹੀਂ ਮੁੱਕਦੀ, ਭੰਡਾਰੀ ਕੋਲ ਬਹੁਤ ਕੁਛ ਆ। ਨਹੀਂ ਬਾਬਾ ਜੀ ਮੈਨੂੰ ਨਹੀਂ ਪਤਾ ਭੰਡਾਰੀ ਕਿੱਥੇ ਆ।
ਸਾਨੂੰ ਤੇ ਮੈਨੂੰ ਤਾਂ ਲੱਗਦਾ ਆਖਰੀ ਬਾਲਟੀ ਤੁਹਾਡੇ ਕੋਲ ਹੈਗੀ ਜਿਹੜੀ ਪਿੱਛੇ ਸਾਨੂੰ ਕੀਤਾ, ਪਿੱਛੇ ਵੱਡਾ ਕੋਈ ਪਤੀਲਾ ਹੈ ਜਾਂ ਨਹੀਂ ਹੈ, ਉਹ ਕਹਿੰਦੇ ਸਿੱਧਕ ਰੱਖੋ, ਤੁਹਾਡਾ ਰਿਜ਼ਕ ਤੁਹਾਨੂੰ ਪਹੁੰਚ ਜਾਏਗਾ ਜੀ। ਤੇ ਜਦੋਂ ਸਿੱਧਕ ਹੋਊਗਾ ਤੇ ਫਿਰ ਮਨ ਵੀ ਸ਼ਾਂਤ ਹੁੰਦਾ ਨਾ, ਉਹਨਾਂ ਚਿਰ ਤੱਕ ਮਨ ਨੇ ਸ਼ਾਂਤ ਨਹੀਂ ਹੋਣਾ, ਕਿੱਥੋਂ ਸ਼ਾਂਤ ਹੋਊ ਤੁਹਾਡਾ ਮਨ? ਉਹਨੇ ਤੁਹਾਨੂੰ ਕਹੀ ਜਾਣਾ ਨਹੀਂ ਨਹੀਂ ਚਰਨਜੀਤ ਤੂੰ ਏਦਾਂ ਨਾ ਕਰ, ਤੂੰ ਐਵੇਂ ਨਾ ਬਹਿ ਇੱਥੇ, ਕਿਹੜਾ ਸਿੱਧਕ, ਆ ਇੱਧਰ ਕਰੀਏ, ਉੱਧਰ ਚੱਲੀਏ, ਉੱਥੋਂ ਫੜੀਏ, ਇੰਝ ਕਰੀਏ। ਮਨ ਭਜਾਈ ਫਿਰਦਾ ਤੇ ਬੰਦਾ ਭੱਜੀ ਫਿਰਦਾ ਨਾ, ਮਦਾਰੀ ਵਾਂਗੂ ਆਪਾਂ ਕਰਦੇ ਫਿਰਦੇ। ਉਹ ਮਜੂਰੇ ਕਹਿੰਦਾ ਬੋਲ ਮਜੂਰੇ ਜਮੂਰੇ 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 ਵਾਂਗੂ ਉਹ ਜਮੂਰੇ ਮਨ ਸਾਡਾ, ਸਾਨੂੰ ਰੱਸੀ ਪਾਈ ਸਾਡੇ ਗਲ ਚ ਧੂਈ ਫਿਰਦਾ ਨੂੰ। ਤੁਸੀਂ ਵੇਖ ਲਓ ਤੁਹਾਡੇ ਜੀਵਨ ਚ ਕਿੱਥੇ ਕਿੱਥੇ ਧੂਕੇ ਲੈ ਜਾਂਦਾ, ਮਾੜੇ ਕਰਮ ਕਰਾਉਂਦਾ ਤੁਹਾਡੇ ਤੋਂ। ਜਮੂਰਾ ਜਮੂਰਾ, ਉਹ ਕਹਿੰਦਾ ਬਹਿ ਜਾ, ਬਹਿ ਜਾਈਦਾ। ਉਹ ਕਹਿੰਦਾ ਖਲੋ ਜਾ, ਖਲੋ ਜਾਈਦਾ। ਅਸੀਂ ਤੇ ਗੁਲਾਮ ਹੈਗੇ ਆ ਬਿਲਕੁਲ, ਜਦ ਕਿ ਉਹ ਸਾਡਾ ਗੁਲਾਮ ਸੀ। ਫਰਕ ਕਿੰਨਾ ਵਾ, ਹੁਣ ਜਮੂਰਾ ਜਿਹੜਾ ਹੈਗਾ ਉਹ ਮਾਲਕ ਬਣ ਗਿਆ, ਬਿਲਕੁਲ ਬਣ ਗਿਆ। ਔਰ ਸਾਨੂੰ ਕਿਤੇ ਨਚਾਈ ਜਾਂਦਾ, ਕਿਤੇ ਭੜਕਾਈ ਜਾਂਦਾ, ਕਿਤੇ ਸਾਨੂੰ ਚੋਰ ਬਣਾ ਦਿੰਦਾ, ਕਿਤੇ ਠੱਗ ਬਣਾ ਦਿੰਦਾ, ਕਿਤੇ ਸਾਨੂੰ ਕਾਮੀ ਬਣਾ ਦਿੰਦਾ, ਕਿਤੇ ਸਾਨੂੰ ਕਰੋਧੀ ਬਣਾ ਦਿੰਦਾ, ਕਿਤੇ ਸਾਨੂੰ ਲੋਭੀ ਬਣਾ ਦਿੰਦਾ। ਔਰ ਅਸੀਂ ਬੜੇ ਖੁਸ਼ ਹੁੰਦੇ ਆ। ਉਹ ਕਹਿੰਦਾ ਬਈ ਉਹ ਸਾਹਮਣੇ ਪੈਸੇ ਚੁੱਕ ਲਿਆਓ, ਅਜਾ ਸਾਈਨ ਕਰ ਲਿਆ, ਤੇ ਅਸੀਂ ਕਹਿੰਦੇ ਠੀਕ ਹੈ ਜੀ, ਬਹੁਤ ਵਧੀਆ ਜੀ, ਕਰ ਦਿੰਦੇ ਸਾਈਨ। ਪਰ ਨਹੀਂ, ਕਿਤੇ ਬਾਣੀ ਕਹਿੰਦੀ ਆ ਉੱਥੇ ਤੁੱਕ ਵੇਖਿਆ, ਕਿਤੇ ਤੂੰ ਵਿਚਾਰ ਨਹੀਂ ਕੀਤਾ। ਤੇਰਾ ਮਨ ਤੈਨੂੰ ਕਹਿੰਦਾ ਸਾਈਨ ਕਰ ਦੇ, ਪਰ ਤੈਨੂੰ ਬੁੱਧੀ ਦਿੱਤੀ ਸੀ, ਤੇਰਾ ਫਰਜ਼ ਬਣਦਾ ਸੀ 1-2 ਮਿੰਟ ਬੁੱਧੀ ਤੋਂ ਪੁੱਛ ਲੈਂਦਾ, ਜਿਹੜਾ ਮੇਰਾ ਮਨ ਮੈਨੂੰ ਕੰਮ ਕਰਨ ਵਾਸਤੇ ਕਹਿਣ ਦਿਆ, ਇਹ ਸਹੀ ਆਥੈਂਟਿਕ ਹੈਗਾ ਹੀ, ਇਹਦੀ ਡਾਇਰੈਕਸ਼ਨ ਕਿਤੇ ਝੂਠਾ ਰਸਤਾ ਤੇ ਨਹੀਂ ਦਿਖਾ ਰਿਹਾ ਮੈਨੂੰ। ਪਰ ਨਹੀਂ, ਆਪਾਂ ਕਿੱਥੇ ਕਹਿੰਦੇ, ਆਪਾਂ ਕਹਿੰਦੇ ਇਹ ਤਾਂ ਬਹੁਤ ਵਧੀਆ। ਬਾਣੀ ਕਹਿੰਦੀ ਆ ਇੱਕ ਤੋਂ ਦੂਜੀ ਕਰੇ, ਉਹ ਬਾਣੀ ਕਹਿੰਦੀ ਆ ਜੇ ਇੱਕ ਅੱਧ ਚੰਗੀ, ਹਾਂ, ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵੇਰਾਸ, ਅੱਗੇ ਇਹਨੇ ਡੁਬੋ ਦੇਣਾ ਤੈਨੂੰ ਖੂਹ ਦੇ ਵਿੱਚ। ਹਾਂ, ਤੇ ਅਸੀਂ ਕਹਿੰਦੇ ਨਹੀਂ ਜੀ ਇਹ ਸਾਡੇ, ਇਹ ਬਹੁਤ ਵਧੀਆ ਜੀ। ਉਹ ਕਹਿੰਦਾ ਤੈਨੂੰ ਪਤਾ ਨਹੀਂ, ਫਿਰ ਇਹ ਨਹੀਂ ਡਾ ਵਧੀਆ। ਬਾਣੀ ਮਨਾ ਕਰਦੀ। ਸੋ ਅੱਜ ਦੀ ਗੱਲ ਇੱਥੇ ਵਿਚਾਰ ਸਮਾਪਤ। ਨਹੀਂ ਗੌਰਕੀ ਸਾਹਿਬ, ਦੇਖੋ ਪੌੜੀ ਤੱਕ ਪਹੁੰਚਣਾ ਆਪਾਂ ਨੇ। ਇੱਕ ਸ਼ਲੋਕ ਛੋਟਾ ਜਿਹਾ ਹੋ ਰਿਹਾ, ਇਸ ਤੋਂ ਬਾਅਦ ਪੌੜੀ ਆ, ਆਪਾਂ ਲੈਨੇ 1 ਮਿੰਟ। ਹਾਂ, ਪੌੜੀ ਜਿਹੜੀ ਹੈਗੀ, ਕਿਉਂਕਿ ਫਿਰ ਸ਼ਲੋਕਾਂ ਦਾ ਮੀਨਿੰਗ ਨਹੀਂ ਰਹਿ ਜਾਂਦਾ ਨਾ। ਇਹ ਤੇ 2 ਸ਼ਲੋਕ ਹੈ ਤੇ 1 ਪੌੜੀ ਹੈ। ਮਹੱਲਾ ਤੀਜਾ, ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ। ਕਹਿੰਦੇ ਪਿਆਰਿਆ, ਜੇ ਤੈਨੂੰ ਗੁਰੂ ਦੀ ਸੰਗਤ ਚਾਹੀਦੀ ਆ ਨਾ, ਤੇ ਪਿਆਰਿਆ ਤੂੰ ਜਿਹੜਾ ਗੁਰੂ ਦੇ ਨਾਲ 24 ਘੰਟੇ ਰਹੇਗਾ ਨਾ, ਤੇ ਤਾਂ ਐਵੇਂ ਤੈਨੂੰ ਗੁਰੂ ਮਿਲਦਾ ਨਹੀਂ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਦੇ ਵਿੱਚ ਆਪਾਂ 24 ਘੰਟੇ ਰਹੀਏ, ਭਾਵੇਂ ਘਰ 'ਚ ਗੁਰੂ ਗ੍ਰੰਥ ਸਾਹਿਬ ਰੱਖੀਏ, ਭਾਵੇਂ ਜਿਹੜਾ ਹੈਗਾ ਲਾਈਵ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੀਏ, ਕਿਸੇ ਵੀ ਗੁਰੂ ਦੇ ਨਾਲ, ਕਹਿੰਦੇ ਆ ਗੁਰੂ ਦੀ ਸਭਾ ਜਿਹੜੀ ਹੈਗੀ, ਗੁਰੂ ਦਾ ਗਿਆਨ ਜਿਹੜਾ ਹੈਗਾ, ਗੁਰੂ ਦੀ ਮੱਤ ਜਿਹੜੀ ਹੈਗੀ ਆ, ਇਸ ਤਰ੍ਹਾਂ ਨਹੀਂ ਮਿਲਦੀ ਭਾਈ। ਨਾ ਭਾਵੇਂ ਤੂੰ ਨੇੜੇ ਹੋਏ ਗੁਰੂ ਦੇ ਉੱਥੇ ਫਿਜ਼ੀਕਲੀ, ਤੇ ਨਾ ਦੂਰ ਹੋਏ ਤਾਂ ਵੀ ਨਹੀਂ ਮਿਲੇਗੀ ਭਾਈ। ਨੇੜੇ ਵੀ ਨਹੀਂ ਮਿਲੇਗੀ, ਦੂਰ ਵੀ ਨਹੀਂ ਮਿਲੇਗੀ। ਮਹਾਰਾਜ ਜੀ ਫਿਰ ਤੁਸੀਂ ਇਹ ਕੀ ਭੇਤ ਆ, ਇਹ ਕੀ ਗੱਲ ਆ, ਕੀ ਇਹਦੇ ਵੀ ਫਿਰ ਕਿਵੇਂ ਮਿਲਦੀ ਹੈ ਗੁਰੂ ਦੀ ਸੰਗਤ ਭਾਈ? ਫਿਰ ਕਿਵੇਂ ਮਿਲਦੀ ਹੈ ਜੀ? ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਜੇ ਤੇਰਾ ਮਨ ਉੱਥੇ ਹਾਜ਼ਰ ਹੈਗਾ ਤਾਂ ਮਿਲਦਾ ਹੈ ਭਾਈ। ਆਪਾਂ ਗੁਰਦੁਆਰੇ ਬੈਠੇ, ਮੰਦਰ ਬੈਠੇ, ਮਸਜਿਦ ਬੈਠੇ, ਮਨ ਤਾਂ ਕਿਤੇ ਦਾ ਕਿਤੇ ਘੁੰਮ ਰਿਹਾ, ਉਹ ਤਾਂ ਪਤਾ ਨਹੀਂ ਕੀ ਕੁਛ ਕਰੀ ਜਾ ਰਿਹਾ। ਕਹਿੰਦੇ ਐਵੇਂ ਤਾਂ ਤੂੰ ਉੱਥੇ ਕੱਖ ਵੀ ਨਹੀਂ ਮਿਲਿਆ, ਗੁਰੂ ਦੀ ਸਭਾ, ਗੁਰੂ ਦੀ ਸੰਗਤ ਤਾਂ ਕੀਤੀ ਹੀ ਨਹੀਂ ਤੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਨਿੱਜਰ ਸਾਹਿਬ, ਉਹ ਮਹਾਤਮਾ ਬੁੱਧ ਦੇ ਬ੍ਰਦਰ ਦਾ ਨਾਂ ਕੀ ਸੀ? ਨਹੀਂ, ਮੈਨੂੰ ਨਹੀਂ ਪਤਾ ਜੀ। ਆਨੰਦ। ਆਨੰਦ। ਹਾਂਜੀ, ਆਨੰਦ। ਹਾਂ, ਦੇਖੋ ਸਾਰੀ ਜ਼ਿੰਦਗੀ ਮਹਾਤਮਾ ਬੁੱਧ ਦੇ ਨਾਲ ਰਹੇ ਤੇ ਗਿਆਨ ਹੀ ਨਹੀਂ ਪ੍ਰਾਪਤ ਹੋਇਆ। ਸਾਰੇ ਬਚਨ ਜੋ ਮਰਜੀ ਉਹ ਬੋਲਦੇ ਸੀ, ਉਹ ਸਭ ਸੁਣਦੇ ਸੀ। ਉਹ ਕਹਿੰਦੇ ਜਿਹੜੇ ਕਮਰੇ 'ਚ ਤੁਸੀਂ ਸੌਂਗੇ ਉਸੇ ਕਮਰੇ 'ਚ ਮੈਂ ਵੀ ਸੌਂ, ਫਿਰ ਵੀ ਗਿਆਨ ਨਹੀਂ ਪ੍ਰਾਪਤ ਹੋਇਆ। ਇਹੋ ਗੱਲ ਬਾਣੀ ਕਹਿ ਰਹੀ, ਕਹਿੰਦੇ ਗੁਰ ਸਭਾ ਏਵ ਨਾ ਪਾਈ। ਕਹਿੰਦੇ ਭਾਵੇਂ ਤੂੰ ਭਾਵੇਂ ਤੂੰ ਲਾਗੇ ਬੈਠਾ, ਪਰ ਭੋਲਿਆ ਤੇਰਾ ਮਨ ਹੀ ਉੱਥੇ ਨਹੀਂ ਹੈਗਾ ਜਿੰਨੇ ਸੁਣਨਾ। ਹੁਣ ਬੰਦਾ ਏਦਾਂ ਹੀ ਕਰਦਾ, ਬੰਦਾ ਸੋਚਦਾ, ਬੰਦੇ ਦੀ ਆਤਮਾ 'ਚ ਆਵਾਜ਼ ਆਉਂਦੀ ਹੈ, ਤੂੰ ਧਾਰਮਿਕ ਦਾ ਕੰਮ ਕਰ ਪਈ, ਫਿਰ ਵਿਚਾਰੇ ਕੋ ਕੁਛ ਲੱਭਦਾ ਨਹੀਂ। ਫਿਰ ਜਾ ਕੇ ਗੁਰਦੁਆਰੇ ਘੰਟਾ ਬਹਿ ਕੇ ਆ ਜਾਂਦਾ, ਉੱਥੇ ਬਹਿ ਜਾਂਦਾ ਹੈ, ਫਿਰ ਤੇ ਕੀਰਤਨ ਸੁਣਦਾ, ਸੁਣ ਕੇ ਠੀਕ ਹੈ ਜੀ, ਫਿਰ ਘੜੀ ਵਹਿੰਦਾ,
ਟਾਈਮ ਹੋ ਗਿਆ ਵੀ 25 ਮਿੰਟ, ਮੇਰੇ ਵਰਗਾ ਉੱਠ ਕੇ ਤੁਰ ਪੈਂਦਾ ਜੀ, ਲਓ ਜੀ ਬਾਬਾ ਜੀ 10-12 ਮਿੰਟ, ਚਲੋ ਜੁੱਤੀਆਂ ਵੀ ਝਾੜ ਲਓ, ਫਿਰ ਤੁਸੀਂ ਉੱਥੋਂ ਬਾਹਰ ਆ ਜਾਓ, ਤੁਸੀਂ ਘਰੇ ਆ ਕੇ ਬਹਿ ਜਾਓ। ਫਿਰ ਤੁਸੀਂ ਦੇਖੋ, ਤੁਸੀਂ ਗਏ, ਜੋ ਵੀ ਕੀਤਾ, ਤੁਹਾਨੂੰ ਲੱਭਿਆ ਕੀ? ਕੋਈ ਸ਼ਬਦ ਤੁਹਾਡੇ ਕੰਨ 'ਚ ਪਿਆ, ਜੋ ਪੈ ਗਿਆ ਤੇ ਉਹਨੂੰ ਤੁਸੀਂ ਜ਼ਿੰਦਗੀ 'ਚ ਇੰਪਲੀਮੈਂਟ ਕੀਤਾ? ਨਹੀਂ। ਉੱਥੇ ਮੁੱਖ ਵਾਕ ਪੜ੍ਹਿਆ, ਮੁੱਖ ਵਾਕ ਤੇ ਕਹਿੰਦਾ ਸੱਚ ਬੋਲੋ, ਭਗਤੀ ਕਰੋ, ਕੀਤੀ? ਨਹੀਂ। ਪੜ੍ਹਨ ਤੇ ਭਗਤੀ ਕਰਨ 'ਚ ਬਹੁਤ ਅੰਤਰ ਜੋ। ਪੜ੍ਹਨਾ ਇੱਕ ਅਲੱਗ ਚੀਜ਼ ਆ, ਭਗਤੀ ਕਰਨੀ ਇੱਕ ਅਲੱਗ ਚੀਜ਼ ਹੈ। ਭਗਤੀ ਦਾ ਮਤਲਬ ਹੈ ਧਿਆਨ, ਸਿਮਰਨ, ਆਪਣੇ ਧਿਆਨ ਨੂੰ ਸੈਂਟਰਲਾਈਜ਼ ਕਰਨਾ। ਜਿੰਨਾ ਚਿਰ ਤੱਕ ਤੁਹਾਡਾ ਧਿਆਨ ਨਹੀਂ, ਤੁਸੀਂ ਉੱਥੇ ਹੈ ਵੀ ਨਹੀਂ। ਜਿੱਥੇ ਤੁਹਾਡਾ ਧਿਆਨ ਆ, ਤੁਸੀਂ ਉੱਥੇ ਜੋ। ਇੱਕ ਵਾਰੀ ਦੋ ਬੰਦੇ ਗੱਲਾਂ ਕਰਦੇ ਆ, ਆਪਸ ਵਿੱਚ ਗੱਲਾਂ ਕਰਦੇ ਆ, ਇੱਕ ਬੰਦਾ ਦੂਜੇ ਬੰਦੇ ਨੂੰ ਕੁਝ ਕਹਿ ਰਿਹਾ ਹੈ, ਉਹ ਦੂਸਰਾ ਬੰਦਾ ਕਹਿੰਦਾ ਵੀਰ ਜੀ ਗੱਲ ਦੁਬਾਰਾ ਕਹਿਓ, ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ। ਕਹਿੰਦਾ ਭਰਾ ਤੂੰ ਮੇਰੇ ਵੱਲ ਵੇਖ ਰਿਹਾ ਸੀ, ਬਹੁਤਾ ਦੂਰ ਵੀ ਨਹੀਂ, ਆਪਾਂ ਇਕੱਲੇ ਬੈਠੇ ਆ, ਨਾ ਇੱਥੇ ਰੌਲਾ ਰੱਪਾ, ਤੇ ਫਿਰ ਮੇਰੀ ਗੱਲ ਤੁਹਾਨੂੰ ਕਿਉਂ ਨਹੀਂ ਸੁਣੀ? ਉਹ ਕਹਿੰਦਾ ਕਿ ਮੇਰਾ ਧਿਆਨ ਭਾਜੀ ਕਿਤੇ ਹੋਰ ਜਗ੍ਹਾ ਤੇ ਚਲਾ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਇਸ ਗੱਲ ਨੂੰ ਉਦੋਂ ਹੀ ਸਮਝਾਤਾ ਸੀ ਕਿ ਨਮਾਜ਼ ਤੂੰ ਪੜ੍ਹ ਰਿਹਾ, ਪਰ ਤੇਰਾ ਧਿਆਨ ਨਮਾਜ਼ ਦੇ ਵਿੱਚ ਨਹੀਂ ਆ। ਤੇਰਾ ਧਿਆਨ ਤਾਂ ਆਪਣੇ ਘਰ ਘੋੜੀ ਸੂਣ ਵਾਲੀ ਸੀਗੀ, ਉਹਦਾ ਬੱਚਾ ਖੂਹ 'ਚ ਨਾ ਡਿੱਗ ਪਿਆ, ਤੇਰਾ ਧਿਆਨ ਤਾਂ ਉੱਥੇ ਸੀਗਾ। ਪਰ ਸਿੱਖ ਏਦਾਂ ਨਹੀਂ ਨਾ ਮੰਨਦੇ। ਸਿੱਖ ਕਹਿੰਦੇ ਨਹੀਂ, ਉਹ ਕੇਵਲ ਨਮਾਜ਼ ਵਾਲੇ ਬੰਦੇ ਨੂੰ ਗੱਲ ਕਹੀ ਗਈ ਹੈ, ਸਾਡੇ ਮੱਥੇ ਟੇਕਣ ਵਾਲੇ ਨੂੰ ਕੁਛ ਨਹੀਂ ਕਿਹਾ ਗਿਆ। ਸਾਡਾ ਜਿਹੜਾ ਕੀਰਤਨ ਸੁਣਨਾ, ਉੱਥੇ ਗੱਲ ਨਹੀਂ ਹੋਈ। ਸਾਡੇ ਪਾਠ ਪੜ੍ਹਨ ਦੇ ਬਾਰੇ ਏਦਾਂ ਦੀ ਗੱਲ ਕੁਛ ਨਹੀਂ ਹੋਈ। ਹਾਂ, ਤਾਂ ਹੁਣ ਤੀਜੀ ਪਾਤਸ਼ਾਹੀ ਤਾਂ ਇਹੀ ਕੁਛ ਕਹਿ ਰਹੀ ਆ, ਮਹਾਰਾਜ ਤਾਂ ਇਹੀ ਕਹਿ ਰਹੇ ਆ, ਪਰ ਸਿੱਖ ਨਹੀਂ ਮੰਨਦੇ। ਉਹ ਕਹਿੰਦੇ ਨਹੀਂ, ਕੀਰਤਨ ਬੋਲਣ ਦਾ ਮਤਲਬ ਹੈ ਆਪਾਂ ਰਾਗਾਂ 'ਚ ਗਾਵਾਂਗੇ, ਉੱਚੇ ਸੁਰ 'ਚ ਗਾਵਾਂਗੇ, ਪਰ ਧਿਆਨ ਦੇ ਬਾਰੇ ਕਿਤੇ ਗੱਲ ਨਹੀਂ ਹੋਈ ਕਿ ਸਾਡਾ ਧਿਆਨ ਵਿੱਚ ਚਾਹੀਦਾ। ਕੇਵਲ ਬੋਲਣ ਦੀ ਗੱਲ ਹੈ। ਫਿਰ ਬਾਣੀ ਕਹਿੰਦੀ ਪੜ੍ਹੇ ਲਿਖੇ ਕਿਆ ਹੋਏ, ਜਦ ਸਹਿਜ ਨਾ ਮਿਲਿਓ ਸੋਏ। ਹਾਂ, ਤੇਰੀ ਜ਼ਿੰਦਗੀ ਸਹਿਜ ਨਹੀਂ ਆ, ਤੇਰਾ ਧਿਆਨ ਹੀ ਨਹੀਂ ਉੱਥੇ ਗਿਆ। ਤੇਰਾ ਧਿਆਨ ਤੇ ਉਹ ਭਗਤੀ ਨੇ ਲੈ ਕੇ ਜਾਣਾ ਸੀ, ਕਿਉਂਕਿ ਤੇਰਾ ਧਿਆਨ ਤੇ ਖੰਡਿਤ ਹੋਇਆ ਪਿਆ, ਤੇਰਾ ਮਨ ਬਿਮਾਰ ਹੈ। ਬਾਣੀ ਕਹਿੰਦੀ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਿਆ ਅਰੋਗਾ। ਤੇਰਾ ਮਨ ਤੇ ਤੇਰਾ ਤਨ ਅਰੋਗੀ ਹੋਣਾ ਸੀ, ਤੂੰ ਰੋਗੀ ਮਨ ਨੂੰ ਹੀ ਕਹਿੰਦਾ ਬੜਾ ਤੰਦਰੁਸਤ ਹੈਗਾ, ਕਾਲਾ ਸੁਆਹ ਹੋਇਆ ਪਿਆ। ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ। ਤੁਸੀਂ ਕਲੇਮ ਕਰ ਦਿੰਦੇ ਜੋ ਮੇਰੇ ਵਰਗੇ, ਨਹੀਂ ਜੀ ਮੈਲ ਕਿੱਥੇ ਲੱਗੀ ਹੈ, ਮੈਂ ਤਾਂ ਗੁਰਦੁਆਰੇ ਜਾਂਦਾ, ਮੱਥਾ ਟੇਕ ਕੇ ਘਰ ਆਉਣਾ, ਆ ਦੇਖੋ ਫਲਾਨੀ ਬਾਣੀ ਦਾ ਪਾਠ ਕਰਦਾ, ਇਹ ਵੀ ਕਰਦਾ, ਉਹ ਵੀ ਕਰਦਾ। ਉਹ ਕਹਿੰਦੇ ਕਰਮ ਕਾਂਡ ਆ, ਮੈਂ ਕੁਛ ਨਹੀਂ ਚੁੱਕਿਆ। ਫਿਰ ਨਾ ਮੇਰੇ ਦੁਆਲੇ ਹੋ ਜਿਓ ਕਿ ਚਰਨਜੀਤ ਕਹਿ ਰਿਹਾ, ਨਿਜਰ ਸਾਹਿਬ ਬਾਣੀ ਕਹਿ ਰਹੀ ਹੈ ਨਾ। ਬਿਲਕੁਲ ਬਾਣੀ ਕਹਿ ਰਹੀ ਹੈ ਜੀ। ਆਓ ਜਸਟ ਆਪਣੇ ਦੇਖੋ, ਇੱਥੇ ਦੋ ਰਿਆਂ ਤੇ ਹੈ ਨਹੀਂ ਹੈ, ਬਾਣੀ ਸੁਣ ਲਓ, ਬਾਣੀ ਕੀ ਕਹਿੰਦੀ। ਤੀਜੇ ਪਾਤਸ਼ਾਹ ਜੀ ਨੇ ਤੇ ਗੱਲ ਕਲੀਅਰ ਕਰ ਦਿੱਤੀ ਹੈ। ਉਹ ਕਹਿੰਦੇ ਭਾਵੇਂ ਤੂੰ ਕਿੱਥੇ ਬੈਠਾ ਹੈ, ਇਟ ਡਜ਼ਨਟ ਮੈਟਰ, ਮੇਰੇ ਵਰਗੇ ਰਹਿੰਦੇ ਗੁਰਦੁਆਰੇ 'ਚ। ਬਿਲਕੁਲ ਸਹੀ ਗੱਲ ਹੈ ਜੀ। ਉਹ ਕਹਿੰਦੇ ਨਹੀਂ, ਤੇਰਾ ਧਿਆਨ ਹੀ ਨਹੀਂ ਉੱਥੇ ਹੈਗਾ। ਕਿੱਥੇ ਹੈ ਧਿਆਨ? ਧਿਆਨ ਤੇ ਉਹਦੇ ਕਿਤੇ ਮੱਝ ਮੁੱਝ ਪਤਾ ਨਹੀਂ ਛੋਟਾ, ਉੱਥੇ ਖੇਤਾਂ 'ਚ ਲਈ ਫਿਰਦਾ ਬੰਦਾ। ਤੇ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ, ਗੱਲਾਂ ਵਿਚਾਰ ਕਰਨ ਵਾਲੀਆਂ ਨੇ। ਅੱਗੇ ਚਲੀ ਨਜਰ ਸਾਹਿਬ। ਹਾਂਜੀ, ਹੁਣ ਪੌੜੀ ਆ ਗਈ। ਕਹਿੰਦੇ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਹਾਂ, ਮਨ ਹਾਜ਼ਰ ਰਹਿਣਾ ਚਾਹੀਦਾ। ਕਿੱਥੇ ਮਿਲਣਾ? ਤੁਹਾਡਾ ਧਿਆਨ ਇਕਾਗਰ ਹੋਊਗਾ ਤਾਂ ਹੀ ਮਿਲਣਾ ਵਾ। ਮਨ ਹਜ਼ੂਰ ਦਾ ਮਤਲਬ ਕੀ ਹੈ? ਉਹ ਬੰਦਾ ਥੋੜੀ ਜਿਹਨੂੰ ਫੜ ਕੇ ਇੱਥੇ ਪਾਉਣਾ ਵਾ। ਜਦੋਂ ਤੁਹਾਡਾ ਧਿਆਨ ਇਕਾਗਰ ਹੋ ਗਿਆ, ਸਮਝ ਲਓ ਕਿ ਤੁਹਾਡਾ ਮਨ ਹਜ਼ੂਰੀ ਦੇ ਵਿੱਚ ਆ। ਸੁਣਦਾ ਪਿਆ ਹੁਣ? ਬਿਲਕੁਲ। ਸਤਿਗੁਰੂ ਤਾਂ ਮਿਲਦਾ ਹੈ, ਕਹਿੰਦੇ ਗੁਰੂ ਦੀ ਸਭਾ ਤਾਂ ਮਿਲਦੀ ਹੈ ਭਾਈ। ਗੁਰਦੁਆਰੇ 'ਚ ਗਿਆ ਆ, ਜੇ ਮਨ ਉੱਥੇ ਹੈਗਾ ਤੇ ਤੈਨੂੰ ਕੁਛ ਮਿਲ ਜੂਗਾ, ਨਹੀਂ ਤਾਂ ਨਹੀਂ ਮਿਲਦਾ ਭਾਈ। ਹਾਂਜੀ, ਆਹੋ। ਤੇ ਮਨ ਵਿਚਾਰ ਹੈਗੇ ਤੇ ਫਿਰ ਤੁਸੀਂ ਉੱਥੇ ਹੈ ਵੀ ਨਹੀਂ। ਹਾਂ, ਵਿਚਾਰ ਗਏ ਨੇ ਤੇ ਫਿਰ ਬ੍ਰਾਹਮੀ ਆ, ਫਿਰ ਜੋ ਮਰਜ਼ੀ ਸੁਣੋ, ਤੁਹਾਡੇ ਅੰਦਰ ਵੜੂਗਾ। ਕਿਉਂ ਨਹੀਂ ਵੜੂਗਾ? ਫਿਰ ਤਿੰਨ ਚੀਜ਼ਾਂ ਨਾਲ ਤੁਹਾਡੀਆਂ ਤੁਸੀਂ ਵੇਖ ਰਹੇ ਜੋ, ਤੁਸੀਂ ਸੁਣਦੇ ਪਏ ਜੋ, ਤੁਹਾਡੀਆਂ ਦੋ ਇੰਦਰੀਆਂ ਕੰਮ ਕਰਦੀਆਂ, ਤੇ ਉਹਦੇ ਨਾਲ ਜਿਹੜਾ ਗਿਆਨ ਜਾਊਗਾ ਅੰਦਰ ਨੇ ਸਟੋਰ ਹੋਣਾ। ਹੁਣ ਜਿਹੜੀ ਫਿਲਮ ਵੇਖਦੇ ਜੋ ਤੁਸੀਂ, ਸਾਰੀ ਫਿਲਮ ਦੀ ਸਟੋਰੀ ਤੁਹਾਨੂੰ ਯਾਦ ਆ। ਬਾਣੀ ਕਿੰਨੀ ਵਾਰੀ ਪੜ੍ਹੀ ਹੈ, ਇਹ ਕਿਉਂ ਨਹੀਂ ਯਾਦ ਹੋ ਜਾਂਦੀ? ਮਨ ਉੱਥੇ ਹੈ ਹੀ ਨਹੀਂ। ਹਾਂ, ਇਹਨੂੰ ਹੀ ਧਿਆਨ ਕਹਿੰਦੀ ਹੈ ਬਾਣੀ। ਇਸੇ ਨੂੰ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਗੇਤੀ ਛੁੱਟੀ ਨਾਲ। ਹਾਂਜੀ ਵੀਰ।
ਹਾਂ, ਤੇ ਮੇਰੇ ਵਰਗਾ ਫਿਲਮ ਵੇਦਾ ਰੋਈ ਜਾਂਦਾ ਫਿਲਮ ਦੇ ਵਿੱਚ, ਇੰਨਾ ਇਨਵੋਲਵ ਹੋ ਜਾਂਦੇ ਆ ਅਸੀਂ, ਉਹ ਕਰੈਕਟਰਾਂ ਦੇ ਹਿੱਸੇ ਬਣ ਜਾਂਦੇ ਆ ਉੱਥੇ। ਬਿਲਕੁਲ। ਤੇ ਬਾਣੀ ਚ ਤੇ ਇਦਾਂ ਦਾ ਕਨੈਕਸ਼ਨ ਨਹੀਂ, ਬਾਣੀ ਚ ਕਿਤੇ ਦੂਰ ਦੂਰ ਬੈਠੀ ਉੱਥੇ ਬਾਣੀ ਪੜ੍ਹੀ ਦੀ, ਇੰਜ ਸੋਚੀਦਾ ਸਾਨੂੰ ਕੁਝ ਨਹੀਂ ਕਿਹਾ, ਇਹ ਤੇ ਕੇਵਲ ਉਹਨਾਂ ਨੂੰ ਸਮਝਾਇਆ। ਪਰ ਜਦ ਕਿ ਗੱਲ ਬਾਣੀ ਤੇ ਸਾਡੇ ਨਾਲ ਡਾਇਰੈਕਟ ਕਮਿਊਨੀਕੇਸ਼ਨ ਕਰਨ ਦੀ ਹੈ। ਹਾਂਜੀ ਨਜਰ ਸਾਹਿਬ ਅੱਗੇ ਚੱਲੀਏ, ਟਾਈਮ ਆਵਾ ਹੋ ਗਿਆ। ਬਸ ਹੁਣ ਆਖਰੀ ਪੌੜੀ, ਸਪਤ ਦੀਪ ਸਪਤ ਸਾਗਰਾ, ਨਵਖੰਡ 4 ਵੇਦ 10 ਅਸ਼ਟ ਪੁਰਾਣਾ। ਮੇਜਰ ਜਿਹੜੇ ਪਾਰਟ ਜਿਹੜੇ ਆ, ਪਹਿਲਾਂ ਇਹ ਧਰਤੀ ਦੇ ਕਹਿੰਦੇ ਆ 7 ਦੀਪ ਆ, ਇਹਦੇ ਜਿਹੜੇ ਸਮੁੰਦਰ ਹੁੰਦਾ ਹੈ ਚਾਰੋਂ ਪਾਸੇ ਜਿਹੜਾ ਹੈਗਾ ਸਮੁੰਦਰ, ਤੇ ਉਹਨੂੰ ਦੀਪ ਕਹਿੰਦੇ ਆ। ਕਹਿੰਦੇ 7 ਮੇਜਰ ਜਿਹੜੇ ਹੈਗੇ ਇਹਦੇ ਪਾਰਟਸ ਦੀਪ, ਤੇ ਸਪਤ ਸਾਗਰਾ 7 ਸਮੁੰਦਰ ਹੈਗੇ ਭਾਈ ਇਹ ਧਰਤੀ ਦੇ ਚਾਰੋਂ ਪਾਸੇ, ਤੇ 9 ਖੰਡ ਆ, ਟੁਕੜੇ ਹੈਗੇ ਇਹਦੇ, 9 ਭਾਗਾਂ 'ਚ ਇਹਨੂੰ ਵਿਭਾਜਿਤ ਕਰ ਸਕਦੇ ਆ। 4 ਵੇਦ, ਆ 4 ਵੇਦ ਜਿਹੜੇ ਗਿਆਨ ਦੇ ਵਾਸਤੇ, 10 ਅਸ਼ਟ, 10 ਤੇ 8 18 ਪੁਰਾਣਾ, ਇਹ ਪੁਰਾਣ 18 ਪੁਰਾਣ ਹੈ, 4 ਵੇਦ ਆ, ਇਹ ਸਾਰੇ ਗਿਆਨ ਹੈਗੇ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਭਾਣਾ। ਕਹਿੰਦੇ ਸਾਰਿਆਂ ਦੇ ਵਿੱਚ ਤੂੰ, ਤੇਰੇ ਤੋਂ ਹੀ ਆਈ ਹੈ ਸਾਰਾ ਕੁਛ ਜਿਹੜਾ ਹੈਗਾ ਇਹ ਨੈਗੇਟਿਵਿਟੀ ਪੋਜ਼ਿਟਿਵਿਟੀ ਜੋ ਹੈਗਾ, ਇਹ ਕਰਮ ਕਾਂਡ ਤੇ ਜਿਹੜਾ ਹੈਗਾ ਧਿਆਨ ਸਿਮਰਨ ਇਹ ਜਿਹੜਾ ਹੈਗਾ, ਇਹ ਸਾਰਾ ਤੇਰੇ ਕੋਲੋਂ ਮਾਲਕਾ, ਇਹ ਤੇਰੀ ਖੇਡ ਹੈਗੀ ਆ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਭਾਣਾ, ਸਭ ਤੁਝੇ ਧਿਆਵੇਂ ਜੀ ਜੰਤ, ਹਰ ਸਾਰੰਗ ਪਾਣਾ। ਔਰ ਸਾਰੇ ਜੀ ਜੰਤ ਜਿੰਨੇ ਵੀ ਹੈਗੇ ਮਾਲਕਾ, ਜਿੰਨੇ ਵੀ ਦਿੱਤੇ ਤੇਰੇ ਕੋਲ ਹੀ ਮੰਗਦੇ ਆ, ਤੇਰਾ ਹੀ ਧਿਆਨ ਕਰਦੇ ਆ ਭਾਈ ਮਾਲਕ, ਸਾਨੂੰ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਜੋ ਗੁਰਮੁਖ ਹਰ ਆਰਾਧਦੇ ਤਿਨ ਹੋਂ ਕੁਰਬਾਨਾ। ਕਹਿੰਦੇ ਜਿਹੜੇ ਗੁਰੂ ਦੀ ਗੱਲ, ਜਿਹੜੇ ਬ੍ਰਹਮ ਗਿਆਨ ਦੇ ਅਨੁਸਾਰ ਤੇਰਾ ਸਿਮਰਨ ਕਰਦੇ ਆ, ਆਰਾਧਨਾ ਕਹਿੰਦੇ ਸਿਮਰਨ, ਧਿਆਨ, ਜਿਹੜੇ ਵਿਚਾਰ ਬੰਦ ਕਰਦੇ ਆਪਣੇ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਆ ਭਾਈ। ਜੋ ਗੁਰਮੁਖ ਹਰ ਆਰਾਧਦੇ ਤਿਨ ਹੋਂ ਕੁਰਬਾਨਾ। ਤੂੰ ਆਪੇ ਆਪ ਵਰਤਦਾ, ਕਰ ਚੋਜ ਵਿਡਾਣਾ। ਮਾਲਕਾ ਇਹ ਨੈਗੇਟਿਵਿਟੀ ਪੋਜ਼ਿਟਿਵਿਟੀ, ਮਨਮੁਖ ਗੁਰਮੁਖ ਸਾਰੇ ਜੀਵ ਜੰਤ ਸਾਰਿਆਂ ਦੇ ਅੰਦਰ, ਸਾਰੀ ਸ੍ਰਿਸ਼ਟੀ ਦੇ ਵਿੱਚ ਤੂੰ ਵਰਤ ਰਿਹਾ ਆ ਮਾਲਕਾ। ਇਹ ਸਾਰੇ ਤੇਰੇ ਜਿਹੜੇ ਹੈਗੇ ਆਸ਼ਚਰਜਨਕ ਤੇਰੀ ਖੇਡ ਹੈ ਮਾਲਕਾ, ਇਹ ਤੇਰਾ ਚੋਜ ਵਿਡਾਣ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਉਹ ਕਹਿ ਰਹੇ ਨੇ ਜੀ ਸਾਰਾ ਗਿਆਨ ਪ੍ਰਮਾਤਮਾ ਤੋਂ ਆਇਆ, ਸਹੀ ਹੈ ਜੀ। ਇਹ ਮੈਥ, ਇਹ ਚਿੱਤਰਕਾਰੀ, ਇਹ ਕਾਰਪੈਂਟਰੀ, ਆ ਜੋ ਬਿਲਡਿੰਗਾਂ ਦਾ ਡਿਜ਼ਾਈਨਿੰਗ, ਇਹ ਸਾਰਾ ਗਿਆਨ ਪ੍ਰਮਾਤਮਾ ਤੋਂ ਹੀ ਆਉਂਦਾ ਹੈ। ਚਾਹੇ ਕੋਈ ਇੰਜੀਨੀਅਰ ਆ, ਇਹ ਸਭ ਪ੍ਰਮਾਤਮਾ ਦਾ ਹੀ ਗਿਆਨ ਹੈ, ਕਿਉਂਕਿ ਉਹਦਾ ਹੀ ਜੋਤ ਸਾਡੇ ਅੰਦਰ ਪ੍ਰਕਾਸ਼ਿਤ ਹੈ। ਤੇ ਉਹ ਹਰ ਜਗ੍ਹਾ ਤੇ ਪ੍ਰਮਾਤਮਾ ਦਾ ਹੀ ਭਾਣਾ ਵਰਤ ਰਿਹਾ ਜੀ। ਪ੍ਰਮਾਤਮਾ ਆਪ ਸਰਬ ਵਿਆਪਕ ਹੈਗਾ, ਉਹਦਾ ਭਾਣਾ ਵਾਪਰ ਰਿਹਾ। ਤੇ ਜਿਹਦੇ ਹੁਣ ਦੇਖੋ ਕਿ ਜਿਹੜੇ ਭਗਤੀ ਕਰਦੇ ਆ, ਕਹਿੰਦੇ ਜੋ ਗੁਰਮੁਖ ਹਰ ਆਰਾਧਦੇ ਤਿਨ ਹੋਂ ਕੁਰਬਾਨਾ। ਕਹਿੰਦੇ ਬਸ, ਕਹਿੰਦੇ ਮੈਂ ਤਾਂ ਜਿਹੜੇ ਉਹ ਖੱਟੀ ਕਰਦੇ, ਉਹ ਲਾਭ ਲੈ ਲੈਂਦੇ ਆ ਭਾਈ, ਉਹ ਸਹੀ ਜਿਹੜਾ ਹੈਗਾ ਉਹਨਾਂ ਨੂੰ ਪਤਾ ਲੱਗ ਜਾਂਦਾ, ਬੁੱਝ ਲੈਂਦੇ ਆ ਸੰਸਾਰ ਦੇ ਵਿੱਚ ਬਈ ਕਿਹੜੀ ਚੀਜ਼ ਹੈ ਕੀਮਤੀ ਚੀਜ਼ ਹੈ, ਉਹਦੇ ਪਿੱਛੇ ਪੈ ਜਾਂਦੇ ਆ। ਹਾਂਜੀ ਵੀਰ ਜੀ। ਆਹੋ, ਤੇ ਜਿਹੜੇ ਉਹ ਚੀਜ਼ ਨੂੰ ਖਰੀਦ ਲੈਂਦੇ, ਕਹਿੰਦੇ ਉਹੀ ਵਧੀਆ ਵਪਾਰੀ ਨੇ। ਬਿਲਕੁਲ, ਬਾਕੀ ਸਾਰੀ ਖੇਡਿਆ ਮਾਲਕ ਪਰਮਾਤਮਾ ਦੀ। ਬਾਕੀ ਤੇ ਚਲੋ ਤੁਰੀ ਜਾ ਰਹੇ ਪੂਰਨ ਦੇ ਪੂਰ। ਠੀਕ ਹੈ ਜੀ। ਹਾਂਜੀ। ਇੱਕ ਨਾ ਗੋਰਖੀ ਸਾਹਿਬ, ਇੱਕ ਉਹਨਾਂ ਦੀ ਨਾ ਆਪਣੇ ਰੇਸ਼ਮ ਜੀ ਜਿਹੜੇ ਆ ਨਾ ਆਪਣੇ ਨਾਲ ਜਿਹੜੇ ਹੁੰਦੇ ਆ ਬਰਨਾਲੇ ਤੋਂ, ਆਪਣੇ ਉਹਨਾਂ ਦਾ ਨਾ ਕੋਈ ਐਕਸੀਡੈਂਟ ਹੋਇਆ ਸੀ, ਤੇ ਕੋਈ ਬੰਦਾ ਜਿਹੜਾ ਸਾਈਕਲ ਵਾਲਾ ਸੀਗਾ ਉਹਦੇ ਸੱਟ ਸੁੱਟ ਲੱਗੀ ਆ, ਉਹ ਪਟਿਆਲੇ ਐਡਮਿਟ ਆ, ਤੇ ਉਹਦੇ ਵਾਸਤੇ, ਉਹ ਬੰਦੇ ਵਾਸਤੇ ਅਰਦਾਸ ਕਰਨੀ ਹੈ ਜੀ। ਠੀਕ ਹੈ। ਹਾਂਜੀ ਹਾਂਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਾਨ ਬਖਸ਼ਣਾ। ਮੇਰੇ ਪਿਤਾ 2 ਅਰਦਾਸਾਂ ਆਈਆਂ ਨੇ। ਇੱਕ ਤੇ ਮੇਰੇ ਪਿਤਾ ਇੱਕ ਸਾਧਕ ਨੇ, ਆਪ ਜਾਨੀ ਜਾਣ, ਜੋ ਉਹਨਾਂ ਦੀ ਗੱਡੀ ਦੇ ਵਿੱਚ ਕਿਸੇ ਬੰਦੇ ਦੀ ਸਾਈਕਲ ਵੱਜ ਗਈ, ਤੇ ਉਹ ਬੰਦਾ ਹਸਪੀਟਲ 'ਚ ਐਡਮਿਟ ਆ। ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਚੰਗੀ ਸਿਹਤ ਬਖਸ਼ੋ ਮੇਰੇ ਮਾਲਿਕ।
ਇੱਕ ਮੇਰੇ ਪਿਤਾ ਇੱਕ ਭੈਣ ਅਰਦਾਸ ਕਰਾਉਂਦੀ ਹੈ ਆਪਣੇ ਬੱਚੇ ਦੇ ਲਈ, ਆਪ ਉਹਨਾਂ ਨੂੰ ਵਿਦਿਆ ਦਾ ਦਾਨ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।